ਸਵਾਗਤ ਜੀ ਆਪ ਜੀ ਦਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪ੍ਰੋਗਰਾਮ ਉਹੀ ਜੀ ਪ੍ਰਾਈਮ ਫੋਕਸ। ਇਸ ਪ੍ਰੋਗਰਾਮ 'ਚ 24 ਘੰਟੇ ਬਾਅਦ ਆ ਜਾਈਦਾ ਤੇ 24 ਘੰਟਿਆਂ 'ਚ ਜੋ ਕੁਝ ਵੀ ਘਟਿਆ ਵਾਪਰਿਆ ਹੁੰਦਾ ਉਹ ਆਪ ਜੀ ਦੇ ਨਾਲ ਸਾਂਝਾ ਕਰ ਲਈਦਾ। ਅੱਜ ਵੀ ਹੁਣ ਤੱਕ ਦੀਆਂ ਜੋ ਖਬਰਾਂ ਨੇ ਜੀ, ਚਾਹੇ ਉਹ ਕੋਈ ਦਾਅਵਿਆਂ ਦੀਆਂ ਗੱਲਾਂ ਨੇ, ਕੁਛ ਇੱਕ ਦੂਸਰੇ ਨਾਲ ਲੜਾਈ ਝਗੜੇ ਦੀਆਂ ਗੱਲਾਂ ਨੇ, ਉਹਨਾਂ ਦੀ ਗੱਲ ਕਰ ਲਵਾਂਗੇ। ਕੁਛ ਕਹਿੰਦੇ ਕਿ ਵੀ ਨਵੇਂ ਭ੍ਰਿਸ਼ਟਾਚਾਰ ਦੇ ਚੱਕਰ 'ਚ ਬੰਦੇ ਕਾਬੂ ਕੀਤੇ ਗਏ, ਕੁਛ ਪੁਲਿਸ ਵੱਲੋਂ ਨਵਾਂ ਇੱਕ ਆਪਰੇਸ਼ਨ ਚਲਾਇਆ ਗਿਆ ਜੀ, ਉਹਦੀ ਕੀ ਕਹਾਣੀ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਰਲਾ ਮਿਲਾ ਕੇ ਕਰਦੇ ਆ। ਨਾਲ ਆਪਣੇ ਪਰਮਵੀਰ ਬਾਠ ਜੀ, ਹੋਰ ਬਾਠ ਸਾਹਿਬ ਸਰ ਦੀ ਗੱਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਸਿਹਤਾਂ ਠੀਕ ਨੇ। ਮੈਂ ਅੱਜ ਇਹ ਸਵਾਲ ਮੈਂ ਪੁੱਛਣਾ ਸੀ। ਅੱਛਾ। ਸਾਰੀ ਰਾਤ ਠੰਡੇ ਪਾਣੀ ਦੀਆਂ ਪੱਟੀਆਂ, ਆਹਾ, ਸਾਰੀ ਰਾਤ ਕੋਸਾ ਪਾਣੀ ਕਰਕੇ ਵਿੱਚ ਲੂਣ ਪਾ ਕੇ ਗਰਾਰੇ ਕਰਨ ਨੂੰ ਤੁਹਾਨੂੰ ਮੈਂ ਦਿੰਦਾ ਰਿਹਾ। ਆਹਾ, ਇਹ ਹੁਣ ਮੈਂ ਕਹਿਮ ਹੋ ਨਾ। ਹਾਂ, ਪੂਰਾ ਕਹਿਮ। ਦੇਖੋ ਕੱਲ ਜ਼ਿਆਦਾ ਮੰਦਾ ਸੀ, ਅੱਜ ਥੋੜਾ ਠੀਕ ਹੈ, ਕੱਲ ਤੱਕ ਹੋਰ ਠੀਕ ਹੋ ਜਾਣਗੇ। ਇਸ ਕਰਕੇ ਜਿੱਦਾਂ ਉਹ ਗੱਲ ਕਰਦੇ ਨਾ ਵੀ ਬੂਟੇ 'ਚੋਂ 5000 ਇਹਨਾਂ ਦਾ ਤੇ 500 ਇਹਨਾਂ ਦਾ, ਇਸ ਕਰਕੇ ਹੁਣ ਮੇਰਾ ਹੱਕ ਬਣਦਾ। ਨਹੀਂ ਪੱਕਾ 300 ਕਰ ਦੇਣਾ ਤੁਹਾਡਾ ਬੂਟੇ ਦਾ। 300 ਕਰਦੇ ਲੈ ਦੇ ਕੇ ਹੁਣ ਤੇ ਬੰਦੇ ਦੇ ਨਾਲ ਮੁਲਾਕਾਤ ਕਰਨ ਵਾਲੇ ਵੀ ਜਾਣ ਲੱਗ ਪਏ। ਕੱਲ ਆਂਦੇ ਗਏ ਸੀ ਸੋਨੀ ਸਾਹਿਬ, ਸਰਕਾਰੀਆ ਸਾਹਿਬ, ਨਾਲ ਰੰਧਾਵਾ ਸਾਹਿਬ। ਚਲੋ ਸਾਰੇ ਗਏ, ਸਾਰੇ ਸਾਹਿਬ ਗਏ। ਹਾਂਜੀ, ਮਤਲਬ ਹੈ ਨਾ, ਸਾਧੂ ਸਿੰਘ ਧਰਮ ਸੂਤਰਾਂ ਦੀ ਗੱਲ ਕਰਦੇ ਜੀ। ਜਦੋਂ ਖਬਰਾਂ ਅਖਬਾਰਾਂ 'ਚ ਆਉਣ ਲੱਗ ਪਏ ਨਾ ਵੀ ਯਾਰ ਕਮਾਲ ਹੋ ਗਈ, ਮਤਲਬ ਪਤਾ ਲੈਣ ਜਾਂਦੇ ਬੰਦੇ ਦਾ। ਮੈਂ ਇਹ ਗੱਲ ਨਾਲ ਕਰਨੀ ਹੈ ਇੱਥੇ, ਮੈਂ ਦੱਬ ਲੈਣੀ ਗੱਲ। ਮੈਂ ਇਹ ਕਹਿਣ ਲੱਗਾ ਵੀ ਉਹ ਮੁਲਾਕਾਤ ਸਿੱਧੂ ਸਾਹਿਬ ਨਾਲ ਕਰਨ ਗਿਆ, ਮੈਨੂੰ ਪਤਾ ਲੱਗ ਗਿਆ। ਮੈਂ ਵਿੱਚ ਦੋ ਗੱਲਾਂ ਮਿਕਸ ਕਰ ਗਿਆ ਵੀ ਇੰਨਾ ਕੁ ਮੇਰਾ ਦਵਾਈ ਦੇ ਨਾਲ ਚੱਲਦਾ। ਤੁਸੀਂ ਦੇਖੋ ਮੈਂ ਇੱਕ ਸਹਾਇਕ ਦੀ ਭੂਮਿਕਾ ਕਿੰਨੀ ਚੰਗੀ ਤਰ੍ਹਾਂ, ਮੈਂ ਮਾੜੀ ਗੱਲ ਲੀਡਰ ਦੀ ਦੱਬ ਹੀ ਲੈਣਾ। ਨਹੀਂ, ਮੈਂ ਤੇ ਆਪ ਦੱਸਣ ਡਿਆ, ਇਹਦੇ ਵਿੱਚ ਕਿਹੜੀ ਗੱਲ। ਚਲੋ ਦੇਖੋ ਕਾਰਨ ਹੈ ਵੀ ਪਤਾ ਲੈਣਾ ਚਾਹੀਦਾ, ਭਾਵੇਂ ਕੋਈ ਬੰਦਾ ਅੰਦਰ ਆ, ਭਾਵੇਂ ਬਾਹਰ ਆ, ਭਾਵੇਂ ਅੰਦਰ ਬਾਹਰ ਜਿਹਾ ਮੇਰੇ ਵਾਂਗ। ਮੈਂ ਤੁਹਾਨੂੰ ਨਾ ਇੱਕ ਗੱਲ ਦੱਸਦਾ, ਤੁਸੀਂ ਲੀਡਰ ਲੋਕ ਨਾ ਇਹ ਗੱਲ ਹੁਣ ਸਮਝੋ ਕਿ ਲੋਕ ਸਭ ਤੋਂ ਵੱਡੇ ਹੁੰਦੇ ਆ। ਅੱਜ ਤਾਂ ਆਵਾਜ਼ ਹੀ ਬਦਲੀ ਆ, ਫਿਰ ਅਗਲੇ ਥਾਂ ਬਦਲ ਦਿੰਦੇ ਆ। ਤੁਸੀਂ ਬਹੁਤ ਚੰਗੇ ਤਰੀਕੇ, ਜੇ ਕੋਈ ਮਾੜਾ ਮੋਟਾ ਹੱਥ ਮਾਰਨਾ ਵੀ ਹੈ ਓਨਾ ਕੁ ਮਾਰੋ ਜਿੰਨਾ ਲੋਕਾਂ ਦੀ ਚੀਕ ਨਾ ਨਿਕਲੇ। ਜਦੋਂ ਲੋਕਾਂ ਦੀ ਚੀਕ ਨਿਕਲਦੀ ਹੈ ਫਿਰ ਉਹ ਮੁੜ ਕੇ ਲੀਡਰਾਂ ਦੀ ਚੀਕ ਬੁਲਬੁਲੀ ਬੁਲਾਉਂਦੇ ਆ। ਕਵਿਤਾ ਹੁੰਦੀ ਸੀ ਚੀਕ ਬੁਲਬੁਲੀ। ਹੁਣ ਤੁਸੀਂ ਦੇਖੋ ਕਿ ਭਾਰਤ ਤੋਂ ਬਹੁਤਾ ਦੂਰ ਨਹੀਂ ਸ਼੍ਰੀਲੰਕਾ, ਤੇ ਤੁਹਾਨੂੰ ਵੈਸੇ ਲੱਗਦਾ ਹੁੰਦਾ ਲੈ ਮੈਨੂੰ ਗਨਮੈਨ ਮਿਲ ਗਏ, ਮੈਂ ਲਾਲ ਬੱਤੀ ਵਾਲੀ ਗੱਡੀ 'ਚ, ਲੈ ਮੈਂ ਜਿੱਥੋਂ ਦੀ ਜਾਣਾ ਸੜਕਾਂ ਸੁੰਨੀਆਂ ਜਿੱਥੋਂ ਲੀਡਰ ਯਾਰ ਫਿਰੇ। ਠੀਕ ਹੈ ਜੀ, ਇੱਥੋਂ ਤੁਹਾਨੂੰ ਲੱਗਦਾ ਹੁੰਦਾ ਕਿ ਲੈ VIP ਟਰੀਟਮੈਂਟ, ਮੋਹਰੇ ਪੁਲਿਸ ਵਾਲੇ ਰਸਤੇ ਸਾਫ਼ ਕਰਾਉਂਦੇ ਜਾਂਦੇ ਆ, ਘੁੱਗੂ ਈ ਵੱਜਦਾ ਜਾਂਦਾ ਨਾ। ਸ਼੍ਰੀਲੰਕਾ ਦੇ ਵਿੱਚ ਰਾਸ਼ਟਰਪਤੀ ਸਾਹਿਬ ਨੂੰ ਵੀ ਐਂ ਲੱਗਦਾ ਸੀ ਕਿ ਮੇਰੇ ਤੋਂ ਵੱਡਾ ਕਿਹੜਾ ਹੈ। ਪ੍ਰਧਾਨ ਮੰਤਰੀ ਨੂੰ ਤਾਂ ਬਿਲਕੁਲ ਹੀ ਲੱਗਦਾ ਸੀ ਕਿ ਲੈ ਮੇਰਿਆਂ ਨੂੰ ਕੌਣ ਵੇਖ ਲੂ। ਤੁਸੀਂ ਇਹ ਦੇਖੋ ਕਿ ਲੋਕ ਜਦੋਂ ਤੰਗ ਹੋ ਜਾਂਦੇ ਆ ਤੁਹਾਡੇ ਤੋਂ, ਜਦੋਂ ਪਰੇਸ਼ਾਨ ਹੋ ਜਾਂਦੇ ਆ, ਲੋਕਾਂ ਦੀਆਂ ਜਦੋਂ ਚੀਕਾਂ ਤੁਹਾਡੇ ਕਰਕੇ ਨਿਕਲਦੀਆਂ, ਉਦੋਂ ਫਿਰ ਲੋਕ ਕਰਦੇ ਕੀ ਆ, ਸਿੱਧੇ ਅਗਲੇ ਰਾਸ਼ਟਰਪਤੀ ਭਵਨ ਵੱਲ ਗਏ। ਤੇਲ ਤੂਲ ਹੈ ਨਾ, ਲੋਕ ਤੁਰ ਕੇ ਚਲੇ ਗਏ, ਗੱਡੀਆਂ 'ਚ ਗਏ ਹੀ ਨਾ। ਰਾਸ਼ਟਰਪਤੀ ਭਵਨ ਦੇ ਅੰਦਰ ਇੱਕ ਤਲਾਬ ਜਿਹਾ ਬਣਿਆ, ਸਵਿਮਿੰਗ ਪੂਲ ਲਾ ਲਓ, ਉਹ 'ਚ ਆਮ ਲੋਕ ਤਾਰੀਆਂ ਮਾਰਦੇ ਆ। ਥੋੜ੍ਹੇ ਜਿਹੇ ਹਿੱਸੇ ਦੀ ਭੰਨ ਤੋੜ ਵੀ ਹੋਈ ਆ। ਸਾਰੇ ਰਾਸ਼ਟਰਪਤੀ ਭਵਨ ਜਿਹੜਾ ਸ਼੍ਰੀਲੰਕਾ ਦੇ ਉੱਤੇ ਲੋਕਾਂ ਦਾ, ਪ੍ਰਦਰਸ਼ਨਕਾਰੀਆਂ ਦਾ ਕਬਜ਼ਾ। ਰਾਸ਼ਟਰਪਤੀ ਸਾਹਿਬ ਨੇ ਭਵਨ ਤਾਂ ਛੱਡ ਦਿੱਤਾ, ਕਈ ਰਿਪੋਰਟਾਂ ਇਹ ਕਹਿੰਦੀਆਂ ਦੇਸ਼ ਛੱਡ ਕੇ ਵੀ ਭੱਜ ਗਿਆ। ਯਾਨੀ ਕਿ ਜੇ ਤੁਹਾਨੂੰ ਅੱਜ ਲੱਗਦਾ ਨਾ ਕਿ ਤੁਸੀਂ MLA ਹੋ, MP ਹੋ, ਕੁਛ ਵੀ ਹੋ, ਤੇ ਅਸੀਂ ਲੋਕਾਂ ਨਾਲ ਜਿੱਦਾਂ ਮਰਜ਼ੀ ਕਰੀਏ, ਲੋਕ ਭੁੱਖੇ ਮਰਨ, ਜੋ ਮਰਜ਼ੀ ਕਰਨ, ਪਰ ਲੋਕ ਭਜਾਉਣ ਲੱਗੇ ਫਿਰ ਮਿੰਟ ਨਹੀਂ ਲਾਉਂਦੇ। ਮੈਂ ਤੁਹਾਨੂੰ ਕਹਿੰਦੇ ਅਰੇ ਮੈਨੂੰ ਤਾਂ ਇੱਦਾਂ ਸੁਣਾ ਕਹਿੰਦਾ ਵੀ ਮੈਂ ਜਿੱਦਾਂ ਸ਼੍ਰੀਲੰਕਾ ਦਾ ਰਾਸ਼ਟਰਪਤੀ ਮੈਂ ਸੀ ਤੇ ਜਿੰਨੇ ਉੱਥੋਂ ਉਹਨਾਂ ਨੇ ਲੁੱਟ ਕੇ ਖਾਦੇ ਸਭ ਮੈਨੂੰ ਦੇ ਗਿਆ ਪਤਾ। ਮੈਂ ਹੀ ਕੰਧ ਟੱਪ ਕੇ ਰਾਤੀ ਭੱਜਿਆ। ਰਾਤੀ ਜਦੋਂ ਉੱਧਰੋਂ ਆ ਗਏ ਤੇ ਉੱਧਰੋਂ ਮੈਂ ਭੱਜਾ ਤੇ ਨਾਲ ਮੈਨੂੰ ਅਚਾਨਕ ਕਿਸੇ ਆਵਾਜ਼ ਮਾਰੀ, ਕਹਿੰਦੇ ਇਹ ਗੱਲ ਸੁਣੀ। ਕੀ ਗੱਲ? ਕਹਿੰਦੇ ਜ਼ੁਕਾਮ ਦੀ ਦਵਾਈ ਤੇਰੀ ਰਹਿ ਗਈ ਯਾਰ, ਉਹ ਲੈ ਜਾਣਾ ਹੈ ਨਾ, ਬਾਕੀ ਤੇ ਚਲੋ ਠੀਕ ਆ। ਪਿੱਛੋਂ ਆਵਾਜ਼ ਮਾਰ ਕੇ ਕੰਧ ਤੇ ਚੜੇ ਰਾਸ਼ਟਰਪਤੀ ਨੂੰ, ਭਾਫ ਜ਼ਰੂਰ ਲੈਂਦੇ ਰਹੋ ਵੇਲੇ ਸਿਰ। ਆਹੋ ਜਾਂ ਉੱਥੇ ਕੰਧ ਤੇ ਖਲੋਤਾ ਗਿਆ ਯਾਰ, ਗੜਵੀ ਫੜਾ ਦੇ, ਗੜਵੀ ਕੀ ਯਾਰ ਭਾਫ ਲੈਣੀ ਯਾਰ। ਪਰ ਚਲੋ ਗੱਲ ਤੁਹਾਡੀ ਠੀਕ ਆ ਵੀ ਕਰ ਰਿਹਾ ਵੀ ਇਹ ਉਦੋਂ ਹੁੰਦਾ ਜਦੋਂ ਫਿਰ ਅੱਤ ਹੋ ਜਾਂਦੀ ਹੈ ਨਾ। ਇੱਕ ਅੱਤ ਦਾ ਤੇ ਫਿਰ ਅੰਤ ਹੋਣਾ ਹੀ ਹੋਣਾ। ਹੁਣ ਅੱਤ ਵੀ ਤੇ ਇਹ ਹੋਊਗੀ ਨਾ ਵੀ ਜਦੋਂ ਅਗਲਿਆਂ ਨੇ ਚੁਣ ਕੇ ਤੁਹਾਨੂੰ ਬਿਠਾਇਆ ਯਾਰ, ਤੁਹਾਨੂੰ ਮਹਿਲ ਦਿੱਤੇ ਨੇ, ਤੁਹਾਨੂੰ ਅਹੁਦੇ ਦਿੱਤੇ ਨੇ, ਸਾਰਾ ਕੁਝ ਮਿਲਿਆ, ਤੇ ਤੁਹਾਡਾ ਕੋਈ ਫਰਜ਼ ਤੇ ਬਣਦਾ ਵੀ ਲੋਕਾਂ ਦਾ ਪਤਾ ਲਓ। ਪਰ ਲੋਕ ਹੁਣ ਜਦੋਂ ਅਗਲਿਆਂ ਨੇ ਵੇਖਿਆ ਵੀ ਭਾਈ ਸਾਹਿਬ ਮਰ ਤੇ ਘਰੇ ਵੀ ਜਾਣਾ, ਤੇ ਉਹਨੂੰ ਚੰਗਾ ਕਿਉਂ ਨਹੀਂ ਵੀ ਇੱਕ ਰਾਂ ਇਹਨੂੰ ਮਿਲ ਲਈਏ ਤੇ ਫੇਰ ਮਰੀਏ। ਨਹੀਂ ਹੈ ਇੱਦਾਂ ਹੀ, ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ। ਸੰਧਾਲੀਆ ਸਾਹਿਬ, ਲੋਕ ਨਾ ਛੋਟੀ ਮੋਟੀ ਚੀਜ਼ ਨੂੰ ਗੌਲਦੇ ਨਹੀਂ। ਤੁਸੀਂ ਇੱਕ ਘਪਲਾ ਕਰ ਲਿਆ, ਸੜਕ 6 ਮਹੀਨੇ ਲੇਟ ਬਣ ਗਈ, ਕੋਈ ਗੱਲ ਨਹੀਂ, ਦਫ਼ਤਰ ਦੇ ਵਿੱਚ ਲਾਈਨ ਲੱਗੀ ਹੈ, ਅੱਧਾ ਘੰਟਾ ਲੋਕਾਂ ਨੂੰ ਖੜੇ ਹੋਣਾ ਪਿਆ। ਲੋਕ ਤੰਗ ਹੁੰਦੇ ਆ, ਮੰਗ ਪੱਤਰ ਦਿੰਦੇ ਆ, ਮਾੜਾ ਮੋਟਾ ਕਿਤੇ ਪ੍ਰਦਰਸ਼ਨ ਕਰਦੇ, ਇਹਦੇ ਤੋਂ ਅੱਗੇ ਨਹੀਂ ਵੱਧਦੇ। ਪਰ ਜੇ ਆਪਾਂ ਕਹੀਏ ਜੀ ਸ਼੍ਰੀਲੰਕਾ ਦੇ ਵਿੱਚ ਅਚਾਨਕ ਲੋਕ ਉੱਠੇ ਤੇ ਅੰਦਰ ਚਲੇ ਗਏ, ਨਾ। ਤੁਸੀਂ ਦੇਖੋ ਕਿ ਇੱਕ ਰਿਪੋਰਟ ਪਿਛਲੇ ਹਫ਼ਤੇ ਛਪੀ ਸੀ, ਯਾਨੀ ਲੋਕ ਕਿੰਨੇ ਤੰਗ ਹੋਣਗੇ।
ਰਿਪੋਰਟ ਇਹ ਛਪੀ ਸੀ ਕਿ ਸ਼੍ਰੀਲੰਕਾ ਦੀਆਂ ਬਹੁਤੀਆਂ ਮਾਵਾਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਸਵੇਰੇ ਠਾਲਦੀਆਂ ਨਹੀਂ ਕਿ ਚਾਹੇ ਉਹ 8 ਵਜੇ ਉੱਠਣ, 10 ਵਜੇ ਉੱਠਣ, ਦੁਪਹਿਰੇ 12 ਵਜੇ ਉੱਠਣ। ਉਹ ਕਹਿੰਦੇ ਜੀ ਕੋਈ ਨਾ, ਸੁੱਤੇ ਰਹੋ। ਕਿਉਂ? ਨਿਆਣਾ ਉੱਠ ਕੇ ਖਾਣ ਨੂੰ ਮੰਗੂਗਾ, ਭੁੱਖ ਲੱਗਦੀ, ਖਾਣ ਨੂੰ ਤਾਂ ਕੁਛ ਹੈ ਹੀ ਨਹੀਂ, ਕਿਉਂਕਿ ਅਚਾਨਕ ਫੈਸਲੇ ਇਦਾਂ ਦੇ ਕਰ ਦਿੱਤੇ ਸੀ, ਪ੍ਰੋਡਕਸ਼ਨ ਹੀ ਘਟ ਗਈ ਸੀ ਖੇਤਾਂ ਦੇ ਵਿੱਚੋਂ। ਇਹਦੇ ਤੋਂ ਇਲਾਵਾ ਵਿਦੇਸ਼ਾਂ ਤੋਂ ਮੰਗਵਾਉਣਾ ਹੁੰਦਾ, ਵਿਦੇਸ਼ ਪੈਸੇ ਮੰਗਦੇ ਆ, ਪੈਸੇ ਹੀ ਹੈ ਨਹੀਂ, ਵਿਦੇਸ਼ੀ ਕਰੰਸੀ, ਫੋਰਨ ਕਰੰਸੀ ਤਾਂ ਖਤਮ ਹੋ ਗਈ, ਭੰਡਾਰ ਹੀ ਹੈ ਨਹੀਂ। ਤੇ ਜਦੋਂ ਲੋਕਾਂ ਨੇ ਦੇਖਿਆ ਯਾਰ ਕੋਈ ਘਰੇ ਬੰਦਾ ਬਿਮਾਰ ਪਿਆ, ਦਵਾਈ ਹੈ ਨਹੀਂ, ਨਿਆਣੇ ਦੇ ਖਾਣ ਨੂੰ ਹੈ ਨਹੀਂ, ਕੰਮ ਤੇ ਜਾਣਾ, ਤੇਲ ਪਵਾਉਣਾ, ਕਾਰ ਦੇ ਵਿੱਚ ਸਕੂਟਰ ਮੋਟਰਸਾਈਕਲ 'ਚ ਤੇਲ ਹੈ ਨਹੀਂ, ਘਰ ਦੇ ਵਿੱਚ ਰਸੋਈ ਗੈਸ ਬਾਲਣੀ ਆ, ਰਸੋਈ ਗੈਸ ਹੀ ਹੈ ਨਹੀਂ ਜਾਂ ਕੀਮਤ ਇੰਨੀ ਵੱਧ ਗਈ। ਜਦੋਂ ਲੋਕਾਂ ਨੂੰ ਲੱਗਦਾ ਕਿ ਭੁੱਖੇ ਮਰਨ ਲੱਗੇ ਆ, ਲੋਕ ਸੜਕਾਂ ਦੇ ਉੱਤੇ ਉਦੋਂ ਆਉਂਦੇ ਆ। ਇਸ ਕਰਕੇ ਅਸੀਂ ਤਾਂ ਸਾਰੀ ਦੁਨੀਆ ਦੇ ਹੁਕਮਰਾਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਭਾਈ ਉੱਥੇ ਬੜੀ ਛੇਤੀ ਪ੍ਰਧਾਨ ਮੰਤਰੀ ਬਦਲ ਗਿਆ, ਉੱਥੇ ਰਾਸ਼ਟਰਪਤੀ ਨੂੰ ਛੱਡ ਕੇ ਭੱਜਣਾ ਪਿਆ। ਜਦੋਂ ਲੋਕਾਂ ਨੂੰ ਭੁੱਖ ਸਤਾਉਂਦੀ ਆ, ਲੋਕਾਂ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ, ਤਾਂ ਫਿਰ ਲੋਕ ਇਦਾਂ ਕਰਦੇ ਹੁੰਦੇ ਆ। ਇਸ ਕਰਕੇ ਥੋੜਾ ਜਿਹਾ ਹਿਸਾਬ ਨਾਲ ਜਿੰਨਾ ਹੋ ਸਕੇ ਬਚਾਅ ਕਰਨ ਦੀ ਲੋੜ ਹੈ। ਉਹ ਚਲੋ ਇੱਕ ਵਾਰ ਹੁਣ ਜੇ ਇੱਥੋਂ ਤੱਕ ਗੱਲ ਆਪਣੀ ਪਹੁੰਚੀ ਆ ਤੇ ਹੋ ਸਕਦਾ ਵੀ ਹੁਣ ਮੋੜਾ ਵੀ ਘਟ ਜਾਵੇ, ਕਿਉਂਕਿ ਇਹ ਤੋਂ ਅੱਗੇ ਤਾਂ ਕੀ ਹੋਣਾ ਹੁੰਦਾ। ਇਹਦੀ ਐਕਸਪੈਕਟੇਸ਼ਨ ਸੀਗੀ ਕਿ ਵੀ ਜੇ ਇਸ ਤਰ੍ਹਾਂ ਹੀ ਸਾਰਾ ਕੁਝ ਤੰਗੀ ਚੱਲਦੀ ਰਹੀ ਤੇ ਅਖੀਰ ਲੋਕਾਂ ਨੇ ਇਦਾਂ ਸੜਕਾਂ ਤੇ ਆਉਣਾ, ਸੜਕਾਂ ਤੇ ਛੱਡ ਕੇ ਰਾਸ਼ਟਰਪਤੀ ਭਵਨ ਤੱਕ ਵੀ ਜਾਣਾ। ਹੁਣ ਚਲੋ ਆਪਾਂ ਇਹ ਆਸ ਉਮੀਦ ਕਰਦੇ ਹਾਂ ਕਿ ਉਹ ਗੱਲ ਵੇਖ ਕੇ ਬਾਕੀ ਦੇ ਜਿਹੜੇ ਦੇਸ਼ ਦੇ ਹੁਕਮਰਾਨ ਨੇ, ਹੋਰਨਾਂ ਮੁਲਕਾਂ ਦੀ ਆਪਾਂ ਗੱਲ ਕਰਦੇ, ਉਹ ਘੱਟੋ ਘੱਟ ਇਸ ਚੀਜ਼ ਦਾ ਖਿਆਲ ਰੱਖਣ। ਸਭ ਤੋਂ ਵੱਡੀ ਗੱਲ ਤੇ ਇਸ ਵਕਤ ਜਿਹੜਾ ਕੋਈ ਬਿਲਕੁਲ ਲੀਕ ਤੇ ਆ ਉਹ ਪਾਕਿਸਤਾਨ ਦੇ ਹਾਲਾਤ ਨੇ, ਕਿਉਂਕਿ ਜੋ ਉਧਰ ਵਾਪਰ ਰਿਹਾ ਉਹੋ ਜਿਹਾ ਕੁਛ ਨਾ ਕੁਛ ਪੋਲੀਟੀਕਲੀ ਅੱਗਾ ਪਿੱਛਾ ਜਿਹਾ ਪਾਕਿਸਤਾਨ 'ਚ ਵੀ ਹੈਗਾ, ਤੇ ਮਹਿੰਗਾਈ ਵਾਲੇ ਪਾਸਿਓਂ ਆਪਾਂ ਨੂੰ ਪਤਾ ਵੀ ਕੀ ਹਾਲਾਤ ਨੇ ਉੱਥੇ। ਸੋ ਉਹ ਵੀ ਸਮਝਣ। ਨਹੀਂ, ਜ਼ਰੂਰੀ ਹੈ। ਸੰਧਾਲੀਆ ਸਾਹਿਬ ਤੁਸੀਂ ਇਹ ਵੀ ਦੇਖੋ ਨਾ, ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਉੱਥੋਂ ਦੇ ਜਿਹੜੇ ਵਿਕਰਮਾਸਿੰਘੇ ਹੋਰੀ ਆ, ਉਹਨਾਂ ਦਾ ਬਿਆਨ ਆਇਆ ਸੀ ਕਿ ਮੈਨੂੰ 18 ਮਹੀਨੇ ਦੇ ਦਿਓ। ਆਪਾਂ ਉਦੋਂ ਵੀ ਪ੍ਰਾਈਮ ਫੋਕਸ ਵਿੱਚ ਗੱਲ ਕੀਤੀ ਸੀ ਕਿ 18 ਮਹੀਨੇ ਲੈ ਲਓ, ਪਰ 18 ਮਹੀਨੇ ਲੋਕ ਫਾਕੇ ਨਹੀਂ ਨਾ ਕੱਟ ਸਕਦੇ, 18 ਮਹੀਨੇ ਹਵਾ ਖਾ ਕੇ ਨਹੀਂ ਜੀ ਸਕਦੇ, ਕਿਉਂਕਿ ਜਦੋਂ ਕੰਮਕਾਰ ਤੁਹਾਡੇ ਜਿਹੜੇ ਆ ਖਤਮ ਹੋ ਗਏ। ਹੁਣ ਕਮਾਲ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਆਉਣ ਨੂੰ ਕਾਹਲੇ ਨੇ ਸ਼੍ਰੀਲੰਕਾ ਦੇ ਲੋਕ, ਜਾਣੀ ਕਿ ਫੌਜ ਨੇ ਗੋਲੀ ਮਾਰਨ ਦਾ ਹੁਕਮ ਦਿੱਤਾ ਸ਼੍ਰੀਲੰਕਾ ਦੇ ਨੇ ਕਿ ਕੋਈ ਦੇਸ਼ ਛੱਡ ਕੇ ਜੇ ਭੱਜਦਾ ਤਾਂ ਉਹ ਫੇਰ ਵੀ ਮਛਿਆਰਿਆਂ ਦੀਆਂ ਕਿਸ਼ਤੀਆਂ ਦੇ ਜਿਹੜੇ ਮੱਛੀਆਂ ਫੜਨ ਵਾਲੇ ਨੇ ਮਛੇਰੇ, ਉਹਨਾਂ ਦੀਆਂ ਕਿਸ਼ਤੀਆਂ ਦੇ ਵਿੱਚ ਲੋਕ ਕੇ ਨਿੱਕੇ ਨਿੱਕੇ ਨਿਆਣਿਆਂ ਨੂੰ ਬਿਠਾਲ ਕੇ ਉਹ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕੰਢਿਆਂ ਲਾ ਕੇ ਭੱਜ ਰਿਹਾ। ਹਾਲਾਂਕਿ ਭਾਰਤ 'ਚ ਡਾਲਰ ਨਹੀਂ ਚੱਲਦਾ, ਹਾਲਾਂਕਿ ਭਾਰਤ ਦੇ ਵਿੱਚ ਇਹ ਨਹੀਂ ਕਿ ਜੇ ਤੁਸੀਂ ਇੱਕ ਵਾਰੀ ਆ ਗਏ ਤਾਂ ਤੁਹਾਨੂੰ ਖਾਣ ਨੂੰ ਸਾਰਾ ਕੁਝ ਦੇਈ ਜਾਣਾ। ਯਾਨੀ ਕਿੰਨੇ ਮਾੜੇ ਹਾਲਾਤ ਹੋਣਗੇ ਉਸ ਦੇਸ਼ ਦੇ ਕਿ ਭਾਈ ਉਹ ਕਿਸੇ ਵੀ ਪਾਸੇ ਭੱਜਣ ਨੂੰ ਤਿਆਰ ਨਹੀਂ, ਨਿੱਕੇ ਨਿੱਕੇ ਨਿਆਣੇ ਨਾਲ ਲੈ ਕੇ। ਤੇ ਜਦੋਂ ਇਤਿਹਾਸ ਲਿਖਿਆ ਜਾਣਾ ਤਾਂ ਫਿਰ 2022 ਦਾ ਇਤਿਹਾਸ ਸ਼੍ਰੀਲੰਕਾ ਦਾ ਕਿੱਦਾਂ ਦਾ ਹੋਊਗਾ, ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ। ਇਹ ਗੱਲ ਹੈਗੀ ਆ। ਇੱਕ ਇਹਦੇ 'ਚ ਮੇਰੇ ਖਿਆਲ ਨਾਲ ਬੜੀ ਵਾਰ ਚਰਚਾ ਚੱਲਦੀ ਆ ਕਿ ਵੀ ਦੇਖੋ ਜੀ ਸ਼੍ਰੀਲੰਕਾ ਦੇ ਹਾਲਾਤ ਬਣੇ ਕਿਉਂਕਿ ਸ਼੍ਰੀਲੰਕਾ ਵਾਲਿਆਂ ਨੇ ਆਰਗੈਨਿਕ ਖੇਤੀ ਕਰਨੀ ਸ਼ੁਰੂ ਕਰਤੀ ਅਚਾਨਕ, ਹੈ ਨਾ ਜੀ। ਉਹਨਾਂ ਨੇ ਹੌਲੀ ਹੌਲੀ ਉਸ ਪਾਸੇ ਨਹੀਂ ਗਏ। ਉਹ ਕਹਿੰਦੇ ਆਪਾਂ ਕੋਈ ਦਵਾਈਆਂ ਨਹੀਂ ਵਰਤਣੀਆਂ, ਕੋਈ ਖਾਦਾਂ ਨਹੀਂ ਵਰਤਣੀਆਂ, ਆਪਾਂ ਆਰਗੈਨਿਕ ਖੇਤੀ ਕਰਨੀ ਆ। ਤੇ ਆਹ ਵੇਖ ਲਓ ਆਰਗੈਨਿਕ ਖੇਤੀ ਕਰਨ ਲੱਗੇ ਤੇ ਦੇਸ਼ ਉਜੜ ਗਿਆ। ਮੈਂ ਇਹਦੇ ਨਾਲ ਸਹਿਮਤ ਨਹੀਂ ਗੱਲ, ਕਿਉਂਕਿ ਮੈਨੂੰ ਇਹਦੇ ਪਿੱਛੇ ਲੱਗਦਾ ਹੁੰਦਾ ਵੀ ਇਹ ਵੀ ਸ਼ਾਇਦ ਉਹ ਵਾਲੀਆਂ ਕੰਪਨੀਆਂ, ਉਹ ਵਾਲੇ ਅਦਾਰੇ ਜਿਨ੍ਹਾਂ ਦਾ ਕੰਮ ਚੱਲਦਾ ਹੈ ਖਾਦ ਵਾਲਾ, ਦੂਜੇ ਤੀਜੇ ਵਾਲਾ, ਉਹਨਾਂ ਸੋਚਣਾ ਵੀ ਆਹ ਤੇ ਵਧੀਆ, ਇੱਥੋਂ ਤੁਸੀਂ ਲੋਕਾਂ ਨੂੰ ਡਰਾਓ। ਕਿਉਂਕਿ ਗੱਲ ਆ ਵੀ ਆਰਗੈਨਿਕ ਖੇਤੀ, ਆਰਗੈਨਿਕ ਫਾਰਮਿੰਗ ਦੇ ਨਾਲ ਜੇ ਲੋਕ ਉਜੜਦੇ ਹੁੰਦੇ ਤੇ ਜਦੋਂ ਇਹ ਖਾਦਾਂ ਜਾਂ ਦਵਾਈਆਂ ਨਹੀਂ ਸੀ ਹੁੰਦੀਆਂ ਉਦੋਂ ਤੇ ਫਿਰ ਲੋਕ ਹੋਣੇ ਨਹੀਂ ਚਾਹੀਦੇ। ਹੁਣ ਗੱਲ ਇਹ ਆ ਵੀ ਇਹਨੂੰ ਇਸ ਪਾਸੇ ਜੋੜਿਆ ਜ਼ਰੂਰ ਗਿਆ। ਅਸਲ ਜਿਹੜਾ ਕਾਰਨ ਹੈ ਉਹ ਤੇ ਉੱਥੋਂ ਦਾ ਭ੍ਰਿਸ਼ਟਾਚਾਰ ਹੈ ਜੀ, ਤੇ ਦੂਸਰਾ ਕਾਰਨ ਰਿਹਾ ਕੋਵਿਡ, ਕਿਉਂਕਿ ਕੋਵਿਡ ਕਰਕੇ ਉੱਥੋਂ ਦਾ ਟੂਰਿਜ਼ਮ ਖਤਮ ਹੋ ਗਿਆ ਤੇ ਦੇਸ਼ ਜਿਹੜਾ ਚੱਲਦਾ ਹੀ ਟੂਰਿਜ਼ਮ ਤੇ ਹੋਵੇ, ਉੱਥੇ ਜਦੋਂ ਲੋਕ ਆਉਣਗੇ ਹੀ ਨਾ ਤੇ ਫਿਰ ਫਰਕ ਤੇ ਪੈਂਦਾ ਹੀ। ਹਾਂ, ਉਹਨੂੰ ਆ ਜਿਹੜਾ ਵਿੱਚ ਖੇਤੀ ਵਾਲਾ ਐਂਗਲ ਜੋੜਿਆ ਜਾ ਰਿਹਾ, ਇਹਦੇ ਨਾਲ ਕੋਈ ਸਹਿਮਤੀ ਨਹੀਂ। ਹੁਣ ਤੁਸੀਂ ਦੇਖੋ, ਜੇ ਜ਼ੀਰੋ ਬਜਟ ਖੇਤੀ ਹੈ ਵੀ ਤੁਸੀਂ ਦਾਣੇ ਜ਼ਮੀਨ 'ਚ ਬੀਜਤੇ, ਉਦੋਂ ਬਾਅਦ ਉਗਾਉਣੇ ਆ, ਤੁਸੀਂ ਉਹਨੂੰ ਹੋਰ ਕੁਝ ਪਾਉਣਾ ਹੀ ਨਹੀਂ, ਤੇ ਇਹਦੇ ਤੋਂ ਸਸਤਾ ਸੌਦਾ ਕਿਹੜਾ ਹੋ ਸਕਦਾ? ਸੰਧਾਲੀਆ ਸਾਹਿਬ ਇੱਕ ਬੜੀ ਮੋਟੀ ਜੀ ਗੱਲ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋ ਗਿਆ, ਖੇਤੀ ਨੇ ਤਾਂ ਨਹੀਂ ਕੀਤਾ। ਦਵਾਈਆਂ ਜੇ ਖਤਮ ਹੋ ਗਈਆਂ, ਦਵਾਈਆਂ ਚੌਲਾਂ ਥੋੜ੍ਹਾ ਬਣਦੀਆਂ ਸੀ। ਜੇ ਅੱਜ ਤੇਲ ਜਿਹੜਾ ਉਹ ਘਟ ਗਿਆ ਉੱਥੇ ਤੇ ਉਹ ਕਣਕ ਤੋਂ ਥੋੜ੍ਹੀ ਬਣਦਾ ਸੀ। ਇਹ ਵੀ ਹੈ ਨਾ ਕਿ ਜੇ ਖਾਦ ਦੀ ਵਰਤੋਂ ਬੰਦ ਕੀਤੀ ਗਈ ਹੈ ਤੇ ਖਾਦ ਬਾਹਰੋਂ ਬਣਾਉਂਦੇ ਸੀ, ਉੱਥੇ ਫੈਕਟਰੀਆਂ ਥੋੜ੍ਹੀ ਲੱਗੀਆਂ ਸੀ, ਸਗੋਂ ਪੈਸੇ 4 ਬਚੇ ਹੋਣੇ ਆ। ਠੀਕ ਹੈ, ਜਦੋਂ ਸਰਕਾਰ ਨੇ ਇੱਕ ਤਬਦੀਲੀ ਕਰਨੀ ਹੁੰਦੀ ਹੈ ਉਹ ਹੌਲੀ ਹੌਲੀ ਕੀਤੀ ਜਾਵੇ ਤਾਂ ਵਧੀਆ, ਕਿ ਭਾਈ ਪਹਿਲਾਂ ਅੱਧੇ ਕੁ ਖੱਤਿਆਂ 'ਚ ਕੀਤੀ ਜਾਵੇ, ਪੂਰਿਆਂ 'ਚ ਕੀਤੀ ਜਾਵੇ। ਪਰ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਉਹ ਸਾਹਮਣੇ ਇੱਕ ਭਰਮ ਸਿਰਜਿਆ ਜਾ ਰਿਹਾ ਕਿ ਜੇ ਤੁਸੀਂ ਦੇਸੀ ਖੇਤੀ ਕਰੋਗੇ, ਦੇਸੀ ਖੇਤੀ ਤੋਂ ਭਾਵ ਕੀ ਹੈ? ਖਾਦਾਂ ਨਹੀਂ ਪਾਓਗੇ, ਕੀੜੇ ਮਾਰ ਦਵਾਈਆਂ ਨਹੀਂ ਪਾਓਗੇ। ਇਹਦੇ ਤੋਂ ਇਲਾਵਾ ਤੁਸੀਂ ਜਿਹੜੇ ਸੋਧੇ ਹੋਏ ਬੀਜ ਵੱਡੇ ਸੋਹਣੇ ਪੈਕਟ ਦੇ ਵਿੱਚ ਤੁਹਾਨੂੰ ਦਿੱਤੇ ਜਾਂਦੇ ਆ, ਫਿਰ ਤੁਸੀਂ ਉਹ ਬਹੁਤੇ ਨਹੀਂ ਖਰੀਦੋਗੇ। ਉਹ ਨਹੀਂ ਖਰੀਦੋਗੇ ਤਾਂ ਪੈਸੇ ਟਕੇ ਜਿਹੜੇ ਆ ਵੱਡੀਆਂ ਕੰਪਨੀਆਂ ਦੇ ਸਰਮਾਏਦਾਰਾਂ ਦੇ ਘਟਣਗੇ, ਤੇ ਉਹਨਾਂ ਦੇ ਲਈ ਤਾਂ ਫਿਰ ਮੀਡੀਆ ਅਦਾਰਿਆਂ ਦੇ ਵਿੱਚ ਖਬਰਾਂ ਲਾਉਣੀਆਂ ਸੌਖੀਆਂ ਹੁੰਦੀਆਂ ਨਾ ਕਿ ਦੇਸੀ ਖੇਤੀ, ਜ਼ੀਰੋ ਬਜਟ ਖੇਤੀ ਕਰਨ ਦੇ ਕਰਕੇ ਸ਼੍ਰੀਲੰਕਾ ਉੱਜੜ ਗਿਆ। ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਬਰਾਂ ਵਧਾ ਚੜਾ ਕੇ ਪੇਸ਼ ਕੀਤੀਆਂ ਜਾਣ, ਪਰ ਦੇਸੀ ਖੇਤੀ ਕਰਨ ਦੇ ਕਰਕੇ
ਜਾਂ ਕੁਦਰਤੀ ਖੇਤੀ ਕਰਨ ਦੇ ਕਰਕੇ ਹੰਬਨ ਟੋਟਾ ਜਿਹੜੀ ਬੰਦਰਗਾਹ ਉਹ ਚੀਨ ਨੂੰ ਨਹੀਂ ਸੀ ਦਿੱਤੀ। ਵਿਦੇਸ਼ੀ ਨਿਵੇਸ਼ ਜਿੰਨਾ ਚੀਨ ਤੋਂ ਆਇਆ ਉਹ ਦੇਸੀ ਖੇਤੀ ਕਰਕੇ ਨਹੀਂ ਆਇਆ, ਉਹ ਤਾਂ ਪਹਿਲਾਂ ਹੀ ਆ ਗਿਆ। ਹੱਥ ਤਾਂ ਵੱਢ ਕੇ ਪਹਿਲਾਂ ਹੀ ਦੇ ਦਿੱਤੇ ਸੀ। ਜੇ ਇਸ ਦੇਸ਼ ਦੇ ਵਿੱਚ ਆਮ ਬੰਦਾ ਰੋਟੀ ਨਾਲ ਲੜਦਾ ਹੋਵੇ ਕਿ ਮੈਂ 2 ਟਾਈਮ ਦੀ ਰੋਟੀ ਕਿੱਥੋਂ ਖਾਣੀ ਹੈ, ਤੇ ਲੀਡਰ ਐਸ਼ ਪ੍ਰਸਤੀ ਕਰਦੇ ਹੋਣ, ਵੱਡੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਦੇ ਨਾਲ 7-7 ਵਾਰੀ ਐਂ ਕਰਕੇ ਹੱਥ ਮਿਲਾਉਂਦੇ ਹੋਣ ਤੇ ਐਸ਼ ਕਰਦੇ ਹੋਣ, ਉੱਥੇ ਕਿਤੇ ਨਾ ਕਿਤੇ ਇਦਾਂ ਦੇ ਹਾਲਾਤ ਪੈਦਾ ਹੋਣੇ ਹੁੰਦੇ ਆ। ਸੋ ਇਹ ਹਾਲਾਤ ਨੇ ਇਸ ਵਕਤ ਸ਼੍ਰੀਲੰਕਾ ਦੇ। ਚਲੋ ਰੱਬ ਸੁੱਖ ਰੱਖੇ, ਹੁਣ ਹੌਲੀ ਹੌਲੀ ਮੋੜਾ ਕੱਟਣ ਉਹ ਲੋਕ, ਕਿਉਂਕਿ ਜੇ ਉੱਥੇ ਘੁੱਗ ਵਸੂਗਾ ਆਪਣਾ ਉਹ ਦੇਸ਼ ਤੇ ਉਹ ਜਣੇ ਫਿਰ ਨਾਲ ਦੇ ਜਿਹੜੇ ਗਵਾਂਢੀ ਆ ਉਹਨਾਂ ਨੂੰ ਵੀ ਸੁੱਖ ਹੋਊਗਾ। ਕਿਉਂਕਿ ਜੇ ਗਵਾਂਢੀ ਤੰਗ ਹੋਵੇ ਨਾ ਤੇ ਫਿਰ ਕੁਛ ਮਰਜ਼ੀ ਕਹਿ ਲਓ ਵੀ ਆਪਣੇ ਤੱਕ ਵੀ ਉਹ ਸੇਕ ਪਹੁੰਚਦਾ। ਸੋ ਚਲੋ ਗਵਾਂਢੀ ਕਾਇਮ ਹੋਵੇ। ਦੂਜੀ ਗੱਲ ਆਪਾਂ ਕਰ ਲਈਏ ਪੰਜਾਬ ਦੇ ਗਵਾਂਢੀ ਦੀ। ਪੰਜਾਬ ਦੇ ਗਵਾਂਢ 'ਚ ਹਰਿਆਣਾ ਜੀ, ਹਰਿਆਣੇ ਦੇ ਖੱਟਰ ਸਾਹਿਬ, ਉਹਨਾਂ ਕਹਿੰਦੇ ਵਾਹਵਾ ਚਿਰ ਪਹਿਲਾਂ ਬੇਨਤੀ ਕੀਤੀ ਸੀ ਵੀ ਅਸੀਂ ਨਾ ਜੀ ਆਪਣੀ ਵਿਧਾਨ ਸਭਾ ਬਣਾਉਣੀ ਹੈ ਜੀ, ਸਾਨੂੰ ਜ਼ਮੀਨ ਦਿਓ ਜੀ ਚੰਡੀਗੜ੍ਹ 'ਚ। ਤੇ ਹੁਣ ਹੋਮ ਮਿਨਿਸਟਰ ਸਾਹਿਬ ਨੇ ਐਲਾਨ ਕਰ ਦਿੱਤਾ, ਉਹ ਕਹਿੰਦੇ ਵੀ ਠੀਕ ਹੈ ਵੀ ਜ਼ਮੀਨ ਤੁਹਾਨੂੰ ਦਿੱਤੀ ਜੀ, ਤੁਸੀਂ ਬਣਾ ਲਓ ਆਪਣੀ ਵਿਧਾਨ ਸਭਾ। ਨਾਲ ਹੀ ਉਹਨਾਂ ਨੇ ਧੰਨਵਾਦ ਕਰਤਾ ਪੂਰੇ ਹਰਿਆਣੇ ਵੱਲੋਂ ਵੀ ਮਹਾਰਾਜ ਬੱਲੇ ਬੱਲੇ ਬਹਿ ਜਾ ਕਰਾਤੀ, ਹੁਣ ਸਾਡੀ ਆਪਣੀ ਵੱਖਰੀ ਵਿਧਾਨ ਸਭਾ ਹੋਊਗੀ ਚੰਡੀਗੜ੍ਹ 'ਚ। ਹੁਣ ਜਦੋਂ ਇਹ ਗੱਲ ਹੋਈ ਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਜ਼ਮੀਨ ਤਾਂ ਫਿਰ ਸਾਨੂੰ ਹੀ ਚਾਹੀਦੀ ਹੈ, ਅਸੀਂ ਵੀ ਬਣਾਉਣੀ ਹੈ ਵੱਖਰੀ ਵਿਧਾਨ ਸਭਾ। ਇੱਥੋਂ ਤੱਕ ਵੀ ਸਾਨੂੰ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵੀ ਅੱਡੋ ਅੱਡ ਚਾਹੀਦੀ ਹੈ, ਉਹ ਪੰਜਾਬ ਦੀ ਵੱਖਰੀ ਹੋਵੇ ਹਰਿਆਣੇ ਦੀ ਵੱਖਰੀ ਹੋਵੇ, ਜ਼ਮੀਨ ਤਾਂ ਚਾਹੀਦੀ ਆ। ਇਹਦੇ ਤੇ ਹੁਣ ਰੌਲਾ ਪੈ ਗਿਆ ਕਿ ਮਹਾਰਾਜ ਭਗਵੰਤ ਮਾਨ ਸਾਹਿਬ ਨੇ ਆ ਜਿਹੜਾ ਬਿਆਨ ਦਿੱਤਾ, ਇਹਨਾਂ ਨੇ ਤਾਂ ਦਾਅਵਾ ਕਮਜ਼ੋਰ ਕਰਤਾ। ਸੰਧਾਲੀਆ ਸਾਹਿਬ, 2 ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਜੇ ਹਰਿਆਣੇ ਦਾ ਇੱਕ ਵੀ ਵਿਅਕਤੀ ਇਸ ਗੱਲ ਤੋਂ ਖੁਸ਼ ਹੁੰਦਾ ਨਾ ਕਿ ਸਾਡੀ ਵੱਖਰੀ ਵਿਧਾਨ ਸਭਾ, ਜੇ ਕੱਲ੍ਹ ਨੂੰ ਪ੍ਰਾਪਤੀ 'ਚ ਦੱਸੀ ਜਾਵੇ ਕਿ ਆਹ ਦੇਖੋ ਅਸੀਂ ਵੱਖਰੀ ਵਿਧਾਨ ਸਭਾ ਬਣਾਉਣ 'ਚ ਕਾਮਯਾਬ ਹੋਏ, ਜਿਹੜਾ ਹਰਿਆਣੇ ਦਾ ਬੰਦਾ ਰੇਹੜੀ ਲਾਉਂਦਾ ਹੈ, ਜਿਹੜਾ ਖੇਤੀ ਕਰਦਾ ਹੈ, ਜਿਹੜਾ ਫੈਕਟਰੀ ਦੇ ਵਿੱਚ ਲੋਹਾ ਕੁੱਟਦਾ ਹੈ, ਉਹਨੂੰ ਵੱਖਰੀ ਵਿਧਾਨ ਸਭਾ ਬਣਨ ਦੇ ਨਾਲ ਪੂਰਾ ਫਾਇਦਾ ਨਹੀਂ ਹੋਣਾ। ਨਹੁੰ ਤੇ ਪਾਉਣ ਜੋਗਾ ਕੰਡੇ ਜਿੰਨਾ ਵੀ ਜਿਹਨੂੰ ਕਹਿੰਦੇ ਆ, ਉਹਨੇ ਉੱਥੇ ਹੀ ਲੋਹਾ ਕੁੱਟਣਾ, ਉੱਥੇ ਖੇਤੀ ਕਰਨੀ, ਉੱਥੇ ਉਹਨੇ ਰੌਲਾ ਪੈਣਾ ਕਿ ਮੇਰੀ ਫਸਲ ਵਿਕੀ ਨਹੀਂ। ਮਜ਼ਦੂਰ ਨੂੰ ਉੱਦਾਂ ਹੀ ਬਿਮਾਰੀਆਂ ਲੱਗਣੀਆਂ, ਉੱਦਾਂ ਹੀ ਹਸਪਤਾਲ ਦੇ ਵਿੱਚ ਜਾ ਕੇ ਉਹਨੇ ਤਰਲੋ ਮੱਛੀ ਹੋਣਾ। ਜਿਹੜੇ 90 MLA ਹਰਿਆਣੇ ਦੇ ਹੋਣ ਵਾਲੀ ਵਿਧਾਨ ਸਭਾ 'ਚ ਬਹਿੰਦੇ ਆ, ਜੋ ਖੱਖੜੀਆਂ ਕਰੇਲੇ ਉੱਥੇ ਹੁੰਦੇ ਆ, ਜੋ ਰੌਲਾ ਰੱਪਾ ਉੱਥੇ ਪਾਉਂਦੇ ਆ, ਜੋ ਇਲਜ਼ਾਮ ਉੱਥੇ ਲੱਗਦਾ ਹੈ, ਉਹੀ ਨਵੀਂ ਵਿਧਾਨ ਸਭਾ 'ਚ ਲੱਗਣਾ। ਮੈਨੂੰ ਚੇਤਾ ਆ ਗਿਆ ਜਦੋਂ ਖਬਰ ਸੁਣੀ ਨਾ, ਮੈਂ ਕਹਿੰਦਾ ਉਹਨਾਂ ਨੇ ਮੰਗ ਰੱਖੀ, ਠੀਕ ਹੈ ਰੱਖ ਦਿੱਤੀ, ਪਰ ਇਹ ਲੋਕਾਂ ਦੀ ਮੰਗ ਨਹੀਂ ਹੈ। ਸੀਟਾਂ ਗੱਦੇਦਾਰ ਬਣ ਜਾਣਗੀਆਂ, ਬਿਲਡਿੰਗ ਵਧੀਆ ਬਣ ਜੂ, AC ਨਵਾਂ ਇੰਸਟਾਲ ਹੋ ਜੂ, ਆਲਾ ਦੁਆਲਾ ਸੋਹਣਾ ਬਣ ਜੂ, ਆਮ ਲੋਕਾਂ ਨੇ ਨਹੀਂ ਉੱਥੇ ਜਾਣਾ। ਉੱਥੇ ਤਾਂ 90 ਖਾਸ ਲੋਕਾਂ ਨੇ ਜਾਣਾ ਜਿਹੜੇ ਕਿ MLA ਹਰਿਆਣੇ ਦੇ ਆ। ਮੈਨੂੰ ਚੇਤਾ ਆ ਗਿਆ ਜਦੋਂ ਆ ਸਿਰਸੇ ਵਾਲੇ ਦਾ ਕਾਂਡ ਹੋਇਆ ਸੀ, ਪੰਚਕੂਲੇ ਦੇ ਵਿੱਚ ਘਟਨਾ ਘਟੀ ਸੀ, ਉਦੋਂ ਹਰਿਆਣੇ ਦੀ ਵਿਧਾਨ ਸਭਾ 'ਚ ਇੱਕ ਸ਼ਰਧਾਂਜਲੀ ਦਿੱਤੀ ਗਈ ਸੀ। ਹਾਲਾਂਕਿ ਤੁਸੀਂ ਇਹ ਦੇਖੋ ਕਿ ਜੇ ਤਾਂ ਉਦਾਂ ਦੇ ਕੰਮ ਕਰਨੇ ਆ, ਮੈਂ ਕਹਿੰਦਾ ਨਵੀਂ ਵਿਧਾਨ ਸਭਾ ਪੁਰਾਣੀ ਹੋਵੇ, ਚਾਹੇ ਖੁੱਲ੍ਹੇ ਮੈਦਾਨ 'ਚ ਬਹਿ ਜਾਓ ਤੁਸੀਂ। ਅਦਾਲਤ ਕਹਿੰਦੀ ਹੈ ਕਿ ਦਫਾ ਆ ਲੱਗੀ ਇਸ ਇਲਾਕੇ 'ਚ ਪੰਚਕੂਲੇ 'ਚ ਜਦੋਂ ਸੁਣਵਾਈ ਹੋਣੀ ਸੀ 2 ਸਾਧਵੀਆਂ ਦੇ ਨਾਲ ਰੇਪ ਵਾਲੇ ਕੇਸ 'ਚ, ਕਿ ਤੁਸੀਂ ਬਹੁਤੇ ਬੰਦੇ ਇਕੱਠੇ ਨਹੀਂ ਹੋ ਸਕਦੇ। ਸ਼ਰੇਆਮ ਕਿਹਾ ਸੀ ਨਾ, ਜਨਤਕ ਸੀ। ਲੋਕ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਤੇ ਉਹਨਾਂ ਦੇ ਵਿੱਚੋਂ ਕਈ ਲੋਕਾਂ ਦੀ ਮੌਤ ਹੋਈ। ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਕਿ ਭਾਈ ਤੁਸੀਂ ਕਾਨੂੰਨ ਤੋੜਿਆ, ਤੁਸੀਂ ਕਾਨੂੰਨ ਭੰਗ ਕੀਤਾ, ਪਰ ਤੁਸੀਂ ਮਰੇ ਤਾਂ ਹੈਗੇ ਹੀ ਆ ਨਾ ਉੱਥੇ। ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋ ਵੋਟਾਂ ਕਰਕੇ। ਤੇ ਉਸ ਵਿਧਾਨ ਸਭਾ ਦੇ ਲਈ ਜਿਹੜੇ ਬੰਦੇ ਉੱਥੇ ਬਹਿਣੇ ਆ, ਸਾਨੂੰ ਨਵੀਂ ਚਾਹੀਦੀ ਹੈ ਜੀ, ਸਾਡੀਆਂ ਪ੍ਰਾਪਤੀਆਂ ਜੀ ਇਹ, ਸਾਡੇ ਬੰਦੇ ਉੱਥੇ ਬਹਿਣਗੇ ਤੇ ਉੱਥੇ ਬਹਿ ਕੇ ਅਦਾਲਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਆਪਾਂ ਜੇ ਸ਼ਰਧਾਂਜਲੀਆਂ ਦੇਣੀਆਂ। ਹਰਿਆਣੇ ਦੇ ਜਿੰਨੇ ਵੀ 2 ਕਰੋੜ ਲੋਕ ਨੇ, ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਕੋਈ ਸਕੂਲ ਖੁੱਲ੍ਹਣਾ ਹੁੰਦਾ, ਕੋਈ ਕਾਲਜ ਖੁੱਲ੍ਹਣਾ ਹੁੰਦਾ, ਕੋਈ ਯੂਨੀਵਰਸਿਟੀ ਖੁੱਲ੍ਹਣੀ ਹੁੰਦੀ, ਕੋਈ ਮੈਡੀਕਲ ਇੰਸਟੀਚਿਊਟ ਖੁੱਲ੍ਹਣਾ ਹੁੰਦਾ, ਤਾਂ ਤੁਸੀਂ ਖੁਸ਼ੀਆਂ ਮਨਾਉਂਦੇ ਚੰਗੇ ਲੱਗਦੇ ਸੀ। ਇਹ ਤਾਂ ਵਿਧਾਨ ਸਭਾ ਜੋ ਰੌਲਾ ਪਹਿਲਾਂ ਪਾਉਂਦੇ ਉਹੀ। ਹੁਣ ਉਸੇ ਵਿਧਾਨ ਸਭਾ ਦੇ ਵਿੱਚ ਓਮ ਪ੍ਰਕਾਸ਼ ਚਟਾਲੇ ਹੋਰੀ ਮੁੱਖ ਮੰਤਰੀ ਬਣੇ ਸੀ, ਉਸੇ ਵਿਧਾਨ ਸਭਾ ਦੇ ਵਿੱਚੋਂ ਮੁੱਖ ਮੰਤਰੀ ਬਣ ਕੇ ਫਿਰ JBT ਭਰਤੀ ਘੁਟਾਲਾ ਹੋਇਆ ਸੀ ਤੇ ਉਸੇ ਘੁਟਾਲੇ ਦੇ ਵਿੱਚ 10 ਸਾਲ ਫਿਰ ਅੰਦਰ ਰਹੇ ਸੀ। ਗੱਲ ਹੀ ਆ, ਹੁਣ ਵੀ ਅੰਦਰ ਨੇ। ਦੇਖੋ ਗੱਲ ਇਹ ਆ, ਇਹ ਗੱਲ ਥੋੜੀ ਜਿਹੀ ਨੋਟ ਕਰਨ ਵਾਲੀ ਹੈ, ਸਮਝਣ ਵਾਲੀ ਆ। ਇਹ ਗੱਲਾਂ ਬਿਲਕੁਲ ਤੁਸੀਂ ਸਹੀ ਕਹੀਆਂ WhatsApp ਕਿ ਵੀ ਲੋਕਾਂ ਨੂੰ ਕੋਈ ਫਾਇਦਾ ਨਹੀਂ। ਹੁਣ ਇੱਕ ਹੋਰ ਇਹਦੀ ਟੈਕਨੀਕਲ ਘੁੰਡੀ ਸਮਝੀਏ ਵੀ ਉਹ ਕਹਿੰਦੇ ਵੀ ਜਿਹੜੀ ਜ਼ਮੀਨ ਹੈ ਜੀ ਚੰਡੀਗੜ੍ਹ ਪ੍ਰਸ਼ਾਸਨ ਦਊਗਾ ਜੀ, ਹਰਿਆਣੇ ਨੂੰ ਮਿਲ ਗਈ। ਉਹ ਜੇ ਜ਼ਮੀਨ ਮਿਲੀ ਆ ਤੇ ਇਹ ਨਹੀਂ ਵੀ ਇਕੱਲੀ ਜ਼ਮੀਨ ਦੇਤੀ, ਉਸ ਜ਼ਮੀਨ ਦੇ ਬਦਲੇ ਜਾਂ ਤੇ 550 ਕਰੋੜ ਰੁਪਈਆ ਦੇਣਾ ਪੈਣਾ ਜੀ। ਜੇ 550 ਕਰੋੜ ਰੁਪਈਆ ਹਰਿਆਣੇ ਨੇ ਨਹੀਂ ਦੇਣਾ ਤੇ ਉਨੀ ਜ਼ਮੀਨ ਉਹਨੂੰ ਨਾਲ ਹਰਿਆਣੇ ਨੂੰ ਚੰਡੀਗੜ੍ਹ ਦੇ ਨਾਲ ਲੱਗਦੀ ਆਪਣੇ ਹਰਿਆਣੇ 'ਚੋਂ ਦੇਣੀ ਪੈਣੀ। ਹੁਣ ਸਵਾਲ ਇਹ ਆ ਵੀ ਜੇ ਬਿਲਡਿੰਗ ਹੀ ਬਣਾਉਣੀ ਸੀ
ਤੇ ਜ਼ਰੂਰੀ ਚੰਡੀਗੜ੍ਹ ਦੇ ਵਿੱਚ ਬਣਾਉਣੀ? ਜੇ ਜ਼ਮੀਨ ਤੁਸੀਂ ਤਬਾਦਲੇ 'ਚ ਵੀ ਦੇਣੀ ਤੇ ਉੱਥੇ ਬਣਾ ਲਓ, ਪੈਸੇ ਬਚਣ। ਹੁਣ 550 ਕਰੋੜ ਦੀ ਇਕੱਲੀ ਜ਼ਮੀਨ ਲੈਣੀ ਆ ਤੇ 550 ਕਰੋੜ ਦੀ ਜ਼ਮੀਨ ਤੋਂ ਬਾਅਦ ਉੱਥੇ ਪਤਾ ਨਹੀਂ ਕਿੰਨੇ 100 ਕਰੋੜ ਲੱਗਣਾ ਬਿਲਡਿੰਗ ਦੇ। ਤੇ ਉਹ ਪੈਸਾ ਨਾ ਖੱਟਰ ਸਾਹਿਬ ਨੇ, ਨਾ ਉਹਨਾਂ 90 ਬੰਦਿਆਂ ਨੇ, ਤੇ ਨਾ ਵਿਰੋਧੀ ਬੰਦਿਆਂ ਨੇ ਜਿਨ੍ਹਾਂ ਨੇ ਗਾਂਹ ਕੱਲ੍ਹ ਨੂੰ ਇਲੈਕਸ਼ਨ ਲੜਨੀ, ਉਹਨਾਂ ਰੁਪਈਆ ਨਹੀਂ ਦੇਣਾ ਜੇਬ 'ਚੋਂ। ਇਹ ਆਮ ਬੰਦਾ ਜਿਹੜਾ ਹਰਿਆਣੇ ਦਾ, ਉਹਦੇ ਟੈਕਸ ਦਾ ਪੈਸਾ ਲੱਗਣਾ ਜੀ। ਤੇ ਇਹ ਜਿਹੜੀ ਬਿਲਡਿੰਗ ਬਣਾਈ ਜਾਣੀ ਆ, ਤੁਸੀਂ ਦੇਖੋ ਮੋਟਾ ਜਿਹਾ ਹਫ਼ਤਾ ਕੁ ਬਹਿੰਦੇ ਹੁੰਦੇ ਇੱਕ ਸੈਸ਼ਨ 'ਚ ਜੀ। 2 ਨਹੀਂ ਤੇ 3 ਹਫ਼ਤੇ ਬਹਿ ਜਾਣਗੇ ਸਾਲ ਦੇ, ਮਤਲਬ 20 ਦਿਨ ਵੀ ਆਪਾਂ ਸਾਲ ਦਾ ਲਾ ਲਈਏ ਤੇ 5 ਸਾਲਾਂ ਦੇ ਵਿੱਚ 100 ਦਿਨ ਵਰਤਣੀ ਆ ਉਹ ਬਿਲਡਿੰਗ। 100 ਦਿਨ ਇੱਕ ਬਿਲਡਿੰਗ ਵਰਤਣ ਦੇ ਲਈ ਇੰਨੇ 100 ਕਰੋੜਾਂ ਰੁਪਈਆਂ ਦਾ ਕੰਮ ਉੱਥੇ ਚੱਲ ਰਿਹਾ। ਹੁਣ ਮੈਨੂੰ ਨਹੀਂ ਸਮਝ ਆਇਆ ਵੀ ਕੌਣ ਸਿਆਣਾ ਬੰਦਾ ਜਿਹੜਾ ਸਲਾਹਾਂ ਦੇ ਰਿਹਾ। ਸਾਰੀ ਪ੍ਰੈਸ਼ਰ ਬੜਾ ਹੁੰਦਾ ਪੰਜਾਬ ਵਾਲਿਆਂ ਨੇ ਵੀ ਨਾਲ ਲੱਗਦਾ ਇਹ ਮੰਗ ਲਿਆ, ਪੈਸੇ ਉਹਨਾਂ ਨੂੰ ਵੀ ਦੇਣੇ ਪੈਣੇ ਜੀ ਉਹ ਮੰਨ ਗਏ, ਜ਼ਮੀਨ ਉਹਨਾਂ ਨੂੰ ਵੀ ਦੇਣੀ ਪੈਣੀ ਜੀ ਉਹ ਮੰਨ ਗਏ। ਮੈਂ ਕਹਿੰਦਾ ਸੰਧਾਲੀਆ ਸਾਹਿਬ ਕਿ ਜਿਹੜਾ ਨਾਲ ਭਗਵੰਤ ਮਾਨ ਹੋਰਾਂ ਦੇ ਟਵੀਟ 'ਚ ਇੱਕ ਹਾਈ ਕੋਰਟ ਦਾ ਸ਼ਬਦ ਆਇਆ, ਪਿਛਲੇ ਦਿਨੀ ਬੜੀ ਚਰਚਾ ਚੱਲੀ ਸੀ ਕਿ ਪੰਜਾਬ ਵਾਲਿਆਂ ਨੇ ਵੱਖਰੀ ਮੰਗੀ ਆ ਜੀ, ਇਹ ਹੁਣ ਚੰਡੀਗੜ੍ਹ ਤੋਂ ਆਪਣਾ ਹਿੱਸਾ ਘਟਾਉਂਦੇ ਜਾ ਰਹੇ ਆ। ਸਾਰੀਆਂ ਗੱਲਾਂ ਦਰੁਸਤ ਹੋਣਗੀਆਂ। ਸੰਧਾਲੀਆ ਸਾਹਿਬ ਮੈਂ ਬਹੁਤ ਖੁਸ਼ ਹੁੰਦਾ ਤੇ ਤੁਸੀਂ ਉਹਦੇ ਨਾਲ ਹੋਣਾ, ਕਿਉਂਕਿ ਮੈਂ ਖੁਸ਼ ਹੀ ਉਦੋਂ ਹੁੰਦਾ ਜਦੋਂ ਵੱਡਾ ਭਾ ਖੁਸ਼ ਹੁੰਦਾ ਲੀਡਰ। ਮੈਂ ਕਹਿੰਦਾ ਕਿ ਜੇ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਆਪਣਾ ਸਾਰਾ ਮੰਤਰੀ ਮੰਡਲ ਵਿਰੋਧੀ ਐਮਐਲਏਜ਼ ਨੂੰ ਨਾਲ ਲੈ ਕੇ ਜਾਂਦੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਣੇ ਮੰਤਰੀ ਮੰਡਲ ਨੂੰ ਐਮਐਲਏਜ਼ ਨੂੰ ਵਿਰੋਧੀ ਪਾਰਟੀਆਂ ਨਾਲ ਲੈ ਕੇ ਜਾਂਦੇ ਕਿ ਜੀ ਸਾਡੇ ਜੱਜ ਪੂਰੇ ਕਰ ਦਿਓ, ਜੱਜਾਂ ਦੀ ਗਿਣਤੀ ਵਧਾ ਦਿਓ, ਜਿਹਦੇ ਵੀ ਅਧਿਕਾਰ ਖੇਤਰ 'ਚ ਆਉਂਦਾ ਹੈ, ਚਾਹੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਦੇ ਅਧਿਕਾਰ ਖੇਤਰ 'ਚ ਹੈ, ਚਾਹੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਜਾ ਕੇ ਬੇਨਤੀ ਕਰਦੇ ਜੀ ਦੇਖੋ ਜਦੋਂ ਸਾਨੂੰ ਇੰਨੇ ਜੱਜ ਸੈਸ਼ਨ ਕੋਰਟ ਹਾਈ ਕੋਰਟ ਦੇ ਵਿੱਚ ਅਲਾਟ ਕੀਤੇ ਸੀ, ਸਾਡੀ ਆਬਾਦੀ ਸੀ ਇੰਨੀ, ਹੁਣ ਸਾਡੀ ਆਬਾਦੀ ਹੋ ਗਈ ਇੰਨੀ, ਜੱਜਾਂ ਦੀ ਗਿਣਤੀ ਕਿਰਪਾ ਕਰਕੇ ਵਧਾ ਦਿਓ, ਬਿਲਡਿੰਗ ਦਾ ਪ੍ਰਬੰਧ ਅਸੀਂ ਕਰ ਦਿਆਂਗੇ। ਕਿਉਂਕਿ ਲੋਕ ਚੰਡੀਗੜ੍ਹ ਇਸ ਕਰਕੇ ਨਹੀਂ ਆਉਂਦੇ ਕਿ ਚੰਡੀਗੜ੍ਹ ਸਾਡੇ ਕੋਲੇ ਵਿਧਾਨ ਸਭਾ ਹੈ ਜਾਂ ਚੰਡੀਗੜ੍ਹ ਪੰਜਾਬ ਦਾ ਹੈ, ਲੋਕ ਤਾਂ ਤਰੀਕਾ ਭੁਗਤਣ ਆਉਂਦੇ ਆ ਤੇ ਉੱਥੇ ਜਾ ਕੇ ਕਈ ਵਾਰੀ ਇਕੱਲੀ ਤਰੀਕ ਹੀ ਮਿਲਦੀ ਕਿਉਂਕਿ ਜੱਜਾਂ ਦੀ ਗਿਣਤੀ ਪੂਰੀ ਨਹੀਂ। ਤੇ ਸੰਧਾਲੀਆ ਸਾਹਿਬ ਮੈਨੂੰ ਐ ਲੱਗਦਾ ਕਿ ਇੱਕ ਪਾਸੇ ਤਾਂ ਸਿਆਸੀ ਤੌਰ ਦੇ ਉੱਤੇ ਤਿਕੜਮਬਾਜ਼ੀਆਂ ਨੇ, ਬੈਲੈਂਸ ਕਰਨ ਦੀ ਗੱਲ ਹੈ ਕਿ ਭਲਕ ਨੂੰ ਆਖਣਾ ਕੀ ਹੈ, ਤੇ ਦੂਸਰੇ ਪਾਸੇ ਆਮ ਲੋਕਾਂ ਦੀ ਖੱਜਲ ਖੁਆਰੀ ਹੈ। ਜਿਹੜਾ ਕੰਮ ਕਰਨ ਵਾਲਾ ਮੈਨੂੰ ਲੱਗਦਾ ਕਿ ਉਹ ਪਹਿਲ ਦੇ ਆਧਾਰ ਤੇ ਕਰ ਲੈਣਾ ਚਾਹੀਦਾ ਸੀ। ਨਹੀਂ ਕਰਨਾ ਚਾਹੀਦਾ। ਹੁਣ ਦੇਖੋ ਬਿਆਨ ਜੀ ਭਗਵੰਤ ਮਾਨ ਸਾਹਿਬ ਨੇ ਦਿੱਤਾ ਕਿ ਵੀ ਹਾਂਜੀ ਸਾਨੂੰ ਵੀ ਚਾਹੀਦੀ ਵੀ ਜ਼ਮੀਨ, ਅਸੀਂ ਵੀ ਫਿਰ ਬਣਾਵਾਂਗੇ ਵੱਖਰੀ ਵਿਧਾਨ ਸਭਾ, ਸਾਨੂੰ ਤਾਂ ਹਾਈ ਕੋਰਟ ਲਈ ਵੀ ਚਾਹੀਦਾ ਯਾਰ, ਪੰਜਾਬ ਦੀ ਆਪਣੀ ਹਾਈ ਕੋਰਟ ਹੋਵੇ। ਨਾਲ ਹੀ ਵਿਰੋਧੀ ਪਾਰਟੀਆਂ ਵਾਲਾ ਮੁੱਦਾ ਚੱਕ ਲਓ, ਕਹਿੰਦੇ ਰਾਜਾ ਵੜਿੰਗ ਸਾਹਿਬ ਕਹਿੰਦੇ, ਉਹ ਕਹਿੰਦੇ ਮਹਾਰਾਜ ਇਹ ਤਾਂ ਫਿਰ ਦਾਅਵਾ ਕਮਜ਼ੋਰ ਕਰਨ ਵਾਲੀ ਗੱਲ ਹੈ, ਬੀਜੇਪੀ ਨਾਲ ਰਲਿਓ ਆ ਹੈ ਨਾ। 60-40 ਦਾ ਜੇ ਮੰਨ ਲਓ ਵੀ ਉੱਥੇ ਹਿਸਾਬ ਕਿਤਾਬ ਹੈ ਤੇ ਤਾਂ ਮਤਲਬ 60% ਹਿੱਸਾ ਜਿਹੜੀ ਵੀ ਜ਼ਮੀਨ ਚੰਡੀਗੜ੍ਹ ਦੇ ਵਿੱਚੋਂ ਹਰਿਆਣੇ ਨੂੰ ਦਿੱਤੀ ਜਾ ਰਹੀ ਉਹਦੇ ਵਿੱਚ ਪੰਜਾਬ ਦਾ ਹਿੱਸਾ, ਤੇ ਪੰਜਾਬ ਨੂੰ ਪੁੱਛੇ ਬਿਨਾਂ ਕੋਈ ਤੀਸਰਾ ਬੰਦਾ ਆਪਣੇ ਤੌਰ ਤੇ ਆਖੇ ਵੀ ਚੰਗਾ ਵੀ ਤੁਸੀਂ ਲੈ ਲਓ ਜ਼ਮੀਨ, ਇਹ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਨੇ ਵੀ ਇਹੋ ਜ਼ਿਕਰ ਕੀਤਾ, ਉਹ ਕਹਿੰਦੇ ਵੀ ਦੇਖੋ ਇਦਾਂ ਤਾਂ ਬਿਲਕੁਲ ਨਹੀਂ ਗਾ, ਇਹ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ। ਆਪਣਾ ਦਾਅਵਾ ਇਹ ਹੋਣਾ ਚਾਹੀਦਾ ਵੀ ਨਾ ਸਾਨੂੰ ਉੱਥੇ ਵਿਧਾਨ ਸਭਾ ਦੀ ਲੋੜ ਹੈ, ਨਾ ਸਾਨੂੰ ਹਾਈ ਕੋਰਟ ਦੀ ਲੋੜ ਹੈ, ਕਿਉਂਕਿ ਉਹਨਾਂ ਨੂੰ ਲੋੜ ਆਪਣੀ ਵੱਖਰੀ, ਉਹ ਆਪਣੀ ਵੱਖਰੀ ਵਿਧਾਨ ਸਭਾ ਬਣਾ ਲੈਣ, ਆਪਣੀ ਵੱਖਰੀ ਹਾਈ ਕੋਰਟ ਬਣਾ ਲੈਣ, ਤੇ ਜੋ ਕੁਝ ਬਣਿਆ ਉਹ ਪੰਜਾਬ ਦਾ ਰਹਿ ਜਾਵੇ। ਇਹ ਹੁਣ ਇਹ ਜਿਹੜਾ ਲੌਜਿਕ ਆ ਇਹ ਬਣ ਗਿਆ ਡਿਬੇਟ ਦਾ ਵਿਸ਼ਾ। ਹੁਣ ਇਹਦੇ ਤੇ ਆਮ ਆਦਮੀ ਪਾਰਟੀ ਕਿਵੇਂ ਦੇਖਦੀ ਹੈ ਇਹ ਟਾਈਮ ਦੱਸੂ, ਪਰ ਇਹ ਪੇਚਾ ਪੈਣਾ ਆਉਣ ਵਾਲੇ ਦਿਨਾਂ 'ਚ। ਸੰਧਾਲੀਆ ਸਾਹਿਬ ਇੱਕ ਗੱਲ ਪੱਥਰ ਤੇ ਲਕੀਰ ਵਰਗੀ ਆ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ, ਇਹ ਗੱਲ ਕਲੀਅਰ ਹੋ ਗਈ ਨਾ। ਦੂਸਰੇ ਪਾਸੇ ਇਹ ਵੀ ਗੱਲ ਕਲੀਅਰ ਹੈ ਕਿ ਜੇ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਂਦਾ ਜੇ ਤਾਂ ਕੰਡਿਆਲੀ ਤਾਰ ਤੋਂ ਪਾਰਲੇ ਪਾਸੇ ਜਿਨ੍ਹਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਕੋਈ ਫਾਇਦਾ ਨਹੀਂ। ਜਿਹੜਾ ਪੰਜਾਬ ਦਾ ਇੱਕ ਬੇਰੁਜ਼ਗਾਰ ਟੈਂਕੀ ਤੇ ਚੜ੍ਹਿਆ ਫਿਰਦਾ ਪਿਛਲੇ 20 ਸਾਲਾਂ ਤੋਂ, ਤੇ ਹੁਣ ਵਾਲੀ ਸਰਕਾਰ ਦੇ ਵੇਲੇ ਵੀ ਚੜ੍ਹਿਆ, ਤੇ ਸੜਕ ਦੇ ਕਿਨਾਰੇ ਦੇ ਉੱਤੇ ਧਰਨਾ ਲਾ ਕੇ ਬੈਠਾ, ਜਾਂ ਜਿਹੜਾ ਓਵਰੇਜ ਹੋਈ ਜਾਂਦਾ, ਜੇ ਚੰਡੀਗੜ੍ਹ ਭਲਕ ਨੂੰ ਪੰਜਾਬ ਨੂੰ ਮਿਲ ਜਾਂਦਾ ਤੇ ਉਸ ਬੰਦੇ ਨੂੰ ਕੋਈ ਫਾਇਦਾ ਨਹੀਂ। ਜਿਹੜਾ ਪੰਜਾਬ ਦਾ ਪਾਣੀ ਥੱਲੇ ਨੂੰ ਗਿਆ ਤੇ ਹਰ ਸਾਲ ਟੋਟਾ ਪਾਈਪ ਦਾ ਪਾਉਣਾ ਪੈਂਦਾ ਮੋਟਰ ਦੇ ਵਿੱਚ, ਜੇ ਆਪਣੇ ਪ੍ਰਾਈਮ ਫੋਕਸ ਕਰਦਿਆਂ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏ ਤਾਂ ਸੰਧਾਲੀਆ ਸਾਹਿਬ ਪਾਣੀ ਤਾਂ ਨਹੀਂ ਆਉਣ ਲੱਗਿਆ। ਇਹ ਗੱਲ ਬੜੀ ਕਲੀਅਰ ਹੈ। ਤੇ ਜੇ ਸਾਡੇ ਕੋਲੇ ਹਸਪਤਾਲਾਂ 'ਚ ਡਾਕਟਰ ਨਹੀਂ, ਸਕੂਲਾਂ 'ਚ ਮਾਸਟਰ ਨਹੀਂ, ਤਾਂ ਫਿਰ ਕਲੀਅਰ ਕੱਟ ਗੱਲ ਹੈ ਕਿ ਚੰਡੀਗੜ੍ਹ ਜੇ ਸਵੇਰੇ ਹੀ ਪੰਜਾਬ ਨੂੰ ਮਿਲ ਗਿਆ ਤੇ ਨਾ ਮਾਸਟਰ ਆਉਣ ਲੱਗਿਆ ਤੇ ਨਾ ਡਾਕਟਰ ਆਉਣ ਲੱਗਿਆ, ਇਹ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ। ਤੇ ਦੂਸਰੀ ਗੱਲ, ਜੇ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ, ਜਿਹੜੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ ਉੱਥੋਂ ਦੇ ਵਸਨੀਕਾਂ ਨੂੰ ਇੱਕ ਧੇਲੇ ਦਾ ਫਾਇਦਾ ਨਹੀਂ ਹੋਣਾ, ਇਹ ਵੀ ਗੱਲ ਕਲੀਅਰ ਹੈ। ਹਾਂ, ਸਿਆਸੀ ਤੌਰ ਦੇ ਉੱਤੇ 1966 ਦਾ ਹੀ ਰਿੱਝ ਰਿਹਾ ਮਸਲਾ, 2066 ਵੀ ਆ ਸਕਦਾ। ਤੇ ਹਰਿਆਣੇ ਵਾਲੇ ਬੜੇ ਸਿਆਣੇ ਬੰਦੇ ਨੇ। ਆਮ ਲੋਕਾਂ ਦੀ ਗੱਲ ਕਰਦਾ, ਹਰਿਆਣੇ ਦੇ ਵਿੱਚ ਵੀ ਗੈਂਗਸਟਰ ਕਲਚਰ ਵੱਧ ਰਿਹਾ, ਨਸ਼ੇ ਵਾਲੇ ਕੇਸ ਹਰਿਆਣੇ 'ਚੋਂ ਵੀ ਨਿਕਲਣ ਲੱਗ ਪਏ। ਹਰਿਆਣੇ ਦੇ ਕਿਸਾਨ ਵੀ ਕਹਿੰਦੇ ਸੀ ਕਿ ਸਾਡੇ ਪੱਲੇ ਕੱਖ ਨਹੀਂ, ਪਿਛਲੇ ਸਮੇਂ ਦੇ ਵਿੱਚ ਐਜੀਟੇਸ਼ਨ ਐਵੇਂ ਤਾਂ ਨਹੀਂ ਚੱਲੀ। ਤਾਂ ਜੇ ਉਹਨਾਂ ਸਾਰੇ ਕੇਸਾਂ ਦੇ ਵਿੱਚ ਹਰਿਆਣੇ ਦੇ ਕਿਸੇ ਵੀ ਬੰਦੇ ਨੂੰ ਲੱਗਦਾ ਕਿ ਭਾਈ ਚੰਡੀਗੜ੍ਹ ਹਰਿਆਣੇ ਨੂੰ ਮਿਲ ਜਾਣਾ ਤਾਂ ਮੁੜ ਕੇ ਨਰਮੇ ਨੂੰ ਚਿੱਟੀ ਮੱਖੀ ਪੈਣੀ ਨਹੀਂ, ਭੁਲੇਖਾ। ਇਹ 500 ਲੀਡਰ ਹਰਿਆਣੇ ਦਾ, 550 ਲੀਡਰ ਪੰਜਾਬ ਦਾ, ਇਹ ਮਸਲਾ ਹੁਣ ਉਹਨਾਂ ਦਾ ਰਹਿ ਗਿਆ
ਨਾ ਪੌਣੇ 3 ਕਰੋੜ ਲੋਕ ਜਿਹੜੇ ਪੰਜਾਬ ਦੇ ਨੇ ਉਹਨਾਂ ਦਾ ਮਸਲਾ ਹੈ, ਨਾ 2.5 ਪੌਣੇ 3 ਕਰੋੜ ਲੋਕ ਜਿਹੜੇ ਹਰਿਆਣੇ ਦੇ ਉਹਨਾਂ ਦਾ ਮਸਲਾ ਹੈ। ਇਹ ਤੇ ਬਿਲਕੁਲ ਸਹੀ ਗੱਲ ਆ। ਮੈਂ ਤਾਂ ਕਈ ਵਾਰ ਇਹ ਵੀ ਸੋਚਦਾ ਨਾ ਵੀ ਮੰਨ ਲਓ ਸਵੇਰੇ ਇੱਕ ਫੈਸਲਾ ਹੋ ਜੇ ਵੀ ਜਾਓ ਭਾਜੋ ਚੰਡੀਗੜ੍ਹ, ਕਿਸੇ ਦਾ ਨਹੀਂ ਭਾਈ ਚੰਡੀਗੜ੍ਹ ਯੂਟੀ ਕੇਂਦਰ ਸਰਕਾਰ ਦਾ, ਤੁਸੀਂ ਆਪਣੀ ਰਾਜਧਾਨੀ ਪੰਜਾਬ ਵਾਲਿਓ ਆਪਣੀ ਬਣਾ ਲਓ, ਤੁਸੀਂ ਹਰਿਆਣੇ ਵਾਲਿਓ ਆਪਣੀ ਬਣਾ ਲਓ, ਹਾਈ ਕੋਰਟ ਤੁਸੀਂ ਆਪਣੀ ਬਣਾ ਲਓ, ਤੁਸੀਂ ਆਪਣੀ ਬਣਾ ਲਓ, ਚੰਡੀਗੜ੍ਹ ਇੱਕ ਸ਼ਹਿਰ ਰਹਿ ਜਾਵੇ, ਕਿਸੇ ਨੂੰ ਕੀ ਫਰਕ ਪੈਣਾ ਉਹਦੇ ਨਾਲ। ਹੁਣ ਤੁਸੀਂ ਗੱਲ ਸਹੀ ਕੀਤੀ ਵੀ ਜਿਹੜਾ ਬਾਰਡਰ ਦੇ ਉੱਪਰ ਉੱਥੇ ਖੜਾ ਤੇ ਉਹਨੇ ਆਖਣਾ ਵੀ ਹਾਂ ਸਿੰਪਲ ਜੀ ਗੱਲ ਹੈ ਵੀ ਜੇ ਚੰਡੀਗੜ੍ਹ ਦਾ ਵੈਸੇ ਕਿਸੇ ਨੂੰ ਕੰਮ ਪੈ ਜਾਵੇ ਨਾ, ਹੁਣ ਜੇ ਮੈਂ ਮਾਝੇ ਏਰੀਆ ਦੀ ਗੱਲ ਕਰਾਂ, ਹੁਣ ਅੰਮ੍ਰਿਤਸਰ ਵਾਲੇ ਪਾਸਿਓਂ ਜਾਂ ਅੰਮ੍ਰਿਤਸਰ ਤੋਂ ਗਾਂਹ ਜੇ ਕਿਸੇ ਨੇ ਚੰਡੀਗੜ੍ਹ ਜਾਣਾ ਵੀ ਮੰਨ ਲਓ ਜੀ ਰਾਜਧਾਨੀ ਜਾਣਾ, ਸਵੇਰੇ ਕੰਮ ਹੈ, ਉਹਨੂੰ ਤੇ ਟਾਈਮ ਨਹੀਂ ਸਵਾ ਦਿੰਦੇ। ਉਹ ਕਹਿੰਦੇ ਉਹ ਸਵੇਰੇ ਤੇਰੇ ਕੋਲ ਉਸ ਵਕਤ ਉੱਠਿਆ ਨਹੀਂ ਜਾਣਾ, ਜੇ ਤੂੰ ਉੱਠਿਆ ਨਾ ਫਿਰ ਤੇਰੀ ਬੱਸ ਲੰਘ ਜਾਣੀ, ਤੇ ਜੇ ਉਹ ਬੱਸ ਲੰਘ ਗਈ ਫਿਰ ਬੰਦਾ ਟਾਈਮ ਨਾਲ ਪਹੁੰਚ ਨਹੀਂ ਸਕਦਾ। ਹੁਣ ਵਰੇ ਸਿਪਾਹੀ ਜਿਹੜੇ ਬੰਦੇ ਨੇ ਉੱਥੇ ਜਾਣਾ, ਕਿਸੇ ਨੇ ਕੋਈ ਤਰੀਕੇ ਜਾਣਾ ਜਾਂ ਕਿਸੇ ਨੇ ਹੋਰ ਸਰਕਾਰੀ ਕੰਮ ਜਾਣਾ, ਉਹਦੇ ਭਾਵੇਂ ਤੇ ਸੌਖ ਹੋ ਜਾਊਗਾ ਨਾ ਵੀ ਜੇ ਤੁਸੀਂ ਉਹਨੂੰ ਆਖੋ ਵੀ ਆ ਲੈ ਯਾਰ ਵਿਚਾਲੇ ਜੇ ਅਸੀਂ ਰਾਜਧਾਨੀ ਰੱਖ ਲਈ ਆ ਵੀ ਘੇਰੇ ਘੇਰੇ ਜਿੰਨੇ ਪੰਜਾਬ ਦੇ ਲੋਕ ਆ 2 ਘੰਟੇ 'ਚ ਆਪਣੀ ਰਾਜਧਾਨੀ ਪਹੁੰਚ ਜਾਣ। ਹੁਣ ਜਿਹੜਾ ਬੰਦੇ ਦੇ ਦਿਹਾੜੀ ਲੰਘ ਜਾਂਦੀ ਆ, ਉਦੋਂ ਬਾਅਦ ਬੰਦਾ ਉੱਥੇ ਖਰਚਾ ਵੀ ਕਰਕੇ ਆਇਆ ਹੁੰਦਾ, ਬੱਸਾਂ ਦੀਆਂ ਟਿਕਟਾਂ ਖਰਚ, ਦੂਜਾ ਤੀਜਾ, ਮਗਰ ਡੰਗਰ ਵੱਖਰੇ ਡਿੰਗਦੇ ਰਹਿੰਦੇ ਆ, ਤੇ ਉਹਨੂੰ ਜਦੋਂ ਸ਼ਾਮ ਨੂੰ ਆਣ ਕੇ ਆਖਣ ਵੀ ਹਾਂ ਪਾਪਾ ਤੂੰ ਕੀ ਲਿਆ, ਤੇ ਫਿਰ ਉਹਨੇ ਤੇ ਆਪਣੇ ਜਵਾਕਾਂ ਨੂੰ ਗਾਲਾਂ ਕੱਢਣੀਆਂ, ਹੋਰ ਤੇ ਕਿਸੇ ਨੂੰ ਕਹਿ ਨਹੀਂ ਸਕਦਾ ਕੁਛ। ਸੰਧਾਲੀਆ ਸਾਹਿਬ ਦੇਖੋ, ਪਹਿਲੀ ਗੱਲ ਹੈ ਕਿ ਚੰਡੀਗੜ੍ਹ ਪੰਜਾਬ ਦਾ, ਇਹ ਗੱਲ ਕਲੀਅਰ ਹੈ। ਇਹ ਪੰਜਾਬ ਕੋਲ ਨਾਰਾ ਜਿਹੜਾ ਨਾ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਇਹ ਤੁਸੀਂ ਗੱਲੀ ਮੋਰਲੀ ਲੈਣ ਕਹਿਣੀ, ਮਗਰਲੀ ਸਾਡੀ ਆਮ ਲੋਕਾਂ ਦੀ ਹੈ। ਓਕੇ ਠੀਕ, ਤੁਸੀਂ ਨਾਰਾ ਦੇਣਾ ਹੀ, ਓਕੇ ਅਸੀਂ ਮਗਰ ਤੁਰਨਾ ਹੀ, ਦਿਓ ਇੱਕ ਵਾਰੀ ਚੰਡੀਗੜ੍ਹ ਨਹੀਂ, ਦੂਜਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਗੁੱਡ, ਹਾਂ ਇੱਦਾਂ ਦੇ ਬੰਦੇ ਚਾਹੀਦੇ ਉਹਨਾਂ ਨੂੰ। ਹਾਂ ਬਸ ਮੈਂ ਉੱਦਾਂ ਦਾ ਬੰਦਾ ਮੈਨੂੰ ਨਾਲ ਰੱਖਣਾ ਹੀ ਬਸ। ਸੰਧਾਲੀਆ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ ਚੰਡੀਗੜ੍ਹ ਸਾਡਾ ਹੀ ਆ, ਪਰ ਮੈਂ ਆਪਦਾ ਤਜਰਬਾ ਦੱਸਦਾ। ਸੰਨ 2000 ਦੀ ਗੱਲ ਹੋਣੀ ਹੈ, ਯੂਨੀਵਰਸਿਟੀ ਕੋ ਕੰਮ ਪੈ ਗਿਆ, ਉਦੋਂ ਮੈਂ ਪੜ੍ਹਦਾ ਇੱਥੇ ਸੀ ਪੰਜਾਬ 'ਚ ਹੀ ਕਾਲਜ, ਫਾਰਮ ਕੋ ਭਰਨ ਜਾਣਾ ਸੀ। ਜਾਣੀ ਤੁਸੀਂ ਦੇਖੋ ਨਾ ਤਾਂ ਹੁਣ ਚੰਡੀਗੜ੍ਹ 'ਚ ਰਿਸ਼ਤੇਦਾਰੀ ਹੁੰਦੀ ਆ, ਨਾ ਕੋਈ ਸੱਜਣ ਮਿੱਤਰੀ ਹੁੰਦਾ ਹੈ, ਕਿਉਂਕਿ ਉਹ ਕਲਾਸ ਹੀ ਹੋਰ ਰਹਿੰਦੀ ਹੈ ਨਾ। ਉਹ ਮੈਂ ਆਪਣੇ ਟੀਚਰ ਹੋਰਾਂ ਮੈਂ ਕਿਹਾ ਵੀ ਮੈਂ ਜਾਣਾ ਜੀ, ਮੈਨੂੰ ਮਾੜੇ ਮੋਟਾ ਦੱਸੋ ਵੀ ਕਦੀ ਗਏ ਨੇ। ਉਹ ਕਹਿੰਦੇ ਪਹਿਲੀ ਗੱਲ ਹੈ ਕਿ ਉਦੋਂ 3.5 ਘੰਟੇ ਲੱਗ ਜਾਂਦੇ, ਸੜਕਾਂ ਉੱਦਾਂ ਹੀ ਸੀ ਵੀ ਜਲੰਧਰੋਂ ਪਹਿਲਾਂ ਤਾਂ ਬੱਸ ਫੜ ਲੈਣੀ ਆ ਉਹਨੇ, 3.5 ਘੰਟੇ ਲਾਉਣੇ ਆ, ਇੰਨਾ ਕਿਰਾਇਆ ਮੈਂ ਕਾਗਜ਼ ਲਿਖ ਲਿਆ। ਫਿਰ ਕਹਿੰਦੇ ਇਹਨੂੰ 43 ਸੈਕਟਰ ਦੇ ਬੱਸ ਅੱਡੇ ਲਾਉਣਾ, ਉੱਥੋਂ ਪਿਛਲੇ ਪਾਸੇ CTU ਦੀਆਂ ਬੱਸਾਂ ਖੜੀਆਂ ਹੋਣੀਆਂ, ਮੈਂ ਫਿਰ ਉਹ ਲੈ ਲਿਆ CTU, ਉਹਨਾਂ ਨੇ 5 ਰੁਪਏ ਲੈਣੇ ਆ, ਉਹਨਾਂ ਨੇ 17 ਸੈਕਟਰ ਲਾਉਣਾ। ਚਲੋ ਜੀ, ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਇੱਕ ਨਾ ਅੰਡਰਗਰਾਊਂਡ ਉੱਥੇ ਲਿਖਿਆ ਹੋਣਾ ਕਿ ਜਾਣੀ ਅੰਡਰਗਰਾਊਂਡ ਤੁਰ ਕੇ ਜਾਣ ਵਾਲਾ ਰਸਤਾ, ਤੂੰ ਉਹ 17 ਸੈਕਟਰ ਵਾਲੇ ਬੱਸ ਅੱਡੇ ਤੋਂ ਅੰਡਰਗਰਾਊਂਡ ਵਾਲੇ ਚੜ੍ਹ ਕੇ ਮੂਹਰੇ ਆਟੋ ਖੜੇ ਹੁੰਦੇ ਆ, ਜਾਣੀ ਉਹਦੇ ਵਿੱਚੋਂ ਦੀ ਨਿਕਲ ਕੇ ਉਹਨਾਂ ਨੇ 5 ਰੁਪਏ ਲੈਣੇ। ਉਦੋਂ 5 ਰੁਪਏ ਲੱਗਦੇ ਸੀ, ਉਹਨਾਂ ਨੇ ਯੂਨੀਵਰਸਿਟੀ ਲਾ ਦੇਣਾ, PGI ਵਾਲੇ ਗੇਟ ਮੂਹਰੇ ਕਹਿਣਾ ਮੈਂ ਜਾਣਾ, ਉਹ ਵੀ ਲੈ ਲਿਆ PGI ਗੇਟ ਮੂਹਰੇ ਜਾਣਾ, ਫਿਰ ਸਿੱਧਾ ਹੀ ਤੁਰਿਆ ਜਾਣਾ 1 ਕਿਲੋਮੀਟਰ ਜਾ ਕੇ ਸੱਜੇ ਹੱਥ ਦੇਖਣਾ ਤੇ ਉੱਥੇ ਐਡਮ ਬਲੌਕ ਹੋਣਾ, ਉੱਥੇ ਜਾ ਕੇ ਵੜ ਜੀ। ਆਹ ਤੁਸੀਂ ਦੇਖੋ ਵੀ ਮਤਲਬ ਇਹ ਕਹਾਣੀ ਆ, ਇਹ ਕਰੀ ਤੁਹਾਡੀ ਕਹਾਣੀ ਨਹੀਂ, ਅੱਜ ਵੀ ਕਹਾਣੀ ਪੰਜਾਬ ਜਿੱਦਾਂ ਹੀ ਮਤਲਬ ਜਿੰਨੇ ਪਹਿਲੀ ਵਾਰ ਉਧਰ ਨੂੰ ਜਾਣਾ ਉਹਦਾ ਹਿਸਾਬ ਤਾਂ ਇਹੋ ਹੀ ਹੈ। ਤੇ ਉੱਤੇ ਦੇਖੋ ਲੜਾਈਆਂ ਜਿਹੜੀਆਂ ਉਹ ਕੀ ਚੱਲ ਰਹੀਆਂ। ਮੈਂ ਇੱਕ ਗੱਲ ਹੋਰ ਸੋਚਦਾ ਸੀ ਵੀ ਮੰਨ ਲਓ ਪੰਜਾਬ ਜਿਹੜਾ ਵੱਖ ਨਾ ਹੋ ਜਾਂਦਾ ਜੀ, ਵੀ ਪੰਜਾਬ ਉੱਥੋਂ ਤੱਕ ਹੀ ਹੁੰਦਾ ਜਿੱਥੋਂ ਤੱਕ ਦਿੱਲੀ ਦੇ ਪੈਰਾਂ ਤੱਕ ਅੱਜ ਜਿਹੜਾ ਆਪਣਾ ਉਹ ਦਿੱਲੀ ਵਾਲਾ 에ਅਰਪੋਰਟ ਹੈ, ਉਹ ਵੀ ਕਹਿੰਦੇ ਵੀ ਉਧਰ ਵੱਜਦਾ, ਉਹ ਵੀ ਪੰਜਾਬ 'ਚ ਵੱਜਿਆ ਕਰਨਾ ਸੀ ਇੱਕ ਤਰ੍ਹਾਂ ਨਾਲ। ਹੁਣ ਜੇ ਉਹ ਸਾਰਾ ਸੈਟਅਪ ਉਸੇ ਤਰ੍ਹਾਂ ਹੁੰਦਾ ਤੇ ਫਿਰ ਆ ਲੜਾਈ ਪੈਣੀ ਨਹੀਂ ਵੀ ਸਾਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚਾਹੀਦੀ, ਸਾਨੂੰ ਵਿਧਾਨ ਸਭਾ ਚਾਹੀਦੀ ਹੈ, ਸਾਰਾ ਕੁਝ ਬੜਾ ਵਧੀਆ ਚੱਲੀ ਜਾਣਾ। ਵੈਸੇ ਹੀ ਮੇਰੇ ਮਨ 'ਚ ਇੱਕ ਆਉਂਦਾ ਵੀ ਜੇ ਹਰਿਆਣਾ ਪੰਜਾਬ 'ਚ ਹੀ ਹੁੰਦਾ, ਉਹਨਾਂ ਨੇ ਤਾਂ ਮੰਗਿਆ ਨਹੀਂ ਸੀ ਕਦੀ, ਫਿਰ ਪਾਣੀ ਵਾਲਾ ਰੇੜਕਾ ਵੀ ਨਹੀਂ ਸੀ ਹੋਣਾ, ਕੁਛ ਵੀ ਨਹੀਂ ਹੋਣਾ ਸੀ, ਫਿਰ ਤਾਂ ਆਪਣਾ ਹੀ ਹੋਣਾ ਸੀ ਉਹ ਵੀ। ਆਹੋ ਵੈਸੇ ਗੱਲ ਹੀ ਆ, ਇਹਦਾ ਮਤਲਬ ਇਹ ਹੋ ਗਿਆ ਵੀ ਇਹ ਹੌਲੀ ਹੌਲੀ ਮੁੱਦਾ ਪਹਿਲਾਂ ਇੱਕ ਬਣਦਾ, ਫਿਰ ਉਸ ਤੋਂ ਬਾਅਦ ਉਹ ਵਿਗੜਦਾ, ਫਿਰ ਉਸ ਤੋਂ ਬਾਅਦ ਉਹਦੇ 'ਤੇ ਸਿਆਸਤ ਹੁੰਦੀ ਆ, ਫਿਰ ਸਿਆਸਤ ਆਪਣੇ ਆਪਣੇ ਹਿਸਾਬ ਨਾਲ ਉਹਨੂੰ ਵਰਤਦੀ ਹੈ, ਤੇ ਵਰਤਿਆ ਵੀ ਕੌਣ ਜਾਂਦਾ, ਆਮ ਲੋਕ ਵਰਤੇ ਜਾਂਦੇ ਨੇ, ਤੇ ਵਰਤੇ ਜਾਣ ਤੋਂ ਬਾਅਦ ਜਦੋਂ ਜਾਪਦਾ ਵੀ ਹੁਣ ਇਹਦੇ 'ਚ ਕੁਝ ਨਹੀਂ ਬਚਿਆ, ਹੁਣ ਤੁਸੀਂ ਅਗਲਾ ਮੁੱਦਾ ਬਣਾ ਲਓ। ਸੋ ਇਸੇ ਤਰ੍ਹਾਂ ਇਹ ਚੱਲੀ ਜਾਂਦੀ ਹੈ। ਤੇ ਮੈਨੂੰ ਲੱਗਦਾ ਹੁੰਦਾ ਵੀ ਬਾਪੂ ਰੇ ਵਿਚਾਰੇ ਤਾਸ਼ ਖੇਡਦੇ ਉਹੀ ਬੂੜਾਂ ਥੱਲੇ, ਉਹ ਤੁਰ ਜਾਂਦੇ, ਬਾਅਦ ਦੇ ਵਿੱਚ ਸੁਨੇਹਾ ਹੀ ਆਉਂਦਾ ਸਵੇਰੇ ਸਵੇਰੇ ਕੀ ਗੱਲ ਹੋ ਗਈ, ਪਤਾ ਨਹੀਂ ਯਾਰ ਰਾਤ ਦਾ ਰੇਸ਼ਮ ਸੋਂ ਪੂਰਾ ਹੋ ਗਿਆ, ਕਹਿੰਦਾ ਰਾਤੀ ਦੀ ਤਾਸ਼ ਖੇਡਦਾ ਪਤਾ ਨਹੀਂ ਇੱਥੋਂ ਗਿਆ, ਉਦੋਂ ਮੈਂ ਕਦੇ ਪੀੜ ਜੀ ਹੋਈ। ਬੰਦਾ ਠੀਕ ਸੀ, 2 ਵਾਰ ਹੀ ਲੜਿਆ ਬਸ ਮੇਰੇ ਨਾਲ, ਚਲੋ ਹੋ ਜਾਂਦਾ ਕਿਤੇ, ਤਾਸ਼ ਖੇਡਣੀ ਸੁਥਰੀ, ਤਾਸ਼ ਵੀ ਸੁਥਰੀ ਖੜਾ ਦਿੰਦੇ ਹੁੰਦੇ ਆ। ਇੱਕ ਮੈਂ ਬੇਨਤੀ ਕਰਨੀ ਸੰਧਾਲੀਆ ਸਾਹਿਬ, ਭਗਵੰਤ ਮਾਨ ਸਾਹਿਬ ਨੇ ਕਿਹਾ ਜੀ ਆਹ ਥਾਂ ਚਾਹੀਦੀ ਚੰਡੀਗੜ੍ਹ 'ਚ ਸਾਨੂੰ, ਵੜਿੰਗ ਸਾਹਿਬ ਨੇ ਚਾਹੇ ਵਿਰੋਧ ਕੀਤਾ, ਚਾਹੇ ਹੱਕ 'ਚ ਰੰਧਾਵਾ ਸਾਹਿਬ, ਪ੍ਰਤਾਪ ਸਿੰਘ ਬਾਜਵਾ ਸਾਹਿਬ, ਅਕਾਲੀ ਦਲ ਦੇ ਲੀਡਰ ਸਾਹਿਬਾਨ, ਮਾਣਯੋਗ ਭਾਜਪਾ ਦੇ ਲੀਡਰ ਸਾਹਿਬਾਨ ਸਾਰੇ ਬੋਲੇ, ਠੀਕ ਹੈ। ਉਧਰਲੇ ਪਾਸੇ ਖੱਟਰ ਸਾਹਿਬ ਕਹਿੰਦੇ ਜੀ ਸਾਨੂੰ ਚਾਹੀਦੀ, ਹੁੱਡਾ ਸਾਹਿਬ ਦਾ ਟਵੀਟ ਆਇਆ ਹੋਊਗਾ, ਉਧਰਲੇ ਪਾਸੇ ਚਟਾਲਿਆਂ ਦਾ ਟਵੀਟ ਆਇਆ ਹੋਊਗਾ, ਸਾਰੇ ਠੀਕ ਹੋ। ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਸਾਰੇ ਲੀਡਰ ਤੇ ਉਧਰਲੇ ਪਾਸੇ ਹਰਿਆਣੇ ਦੇ ਸਾਰੇ ਲੀਡਰ, ਤੁਸੀਂ ਦੱਸੋ ਕਿ ਤੁਹਾਡੇ ਆਪੋ ਆਪਣੇ ਹਲਕੇ ਜਿੱਥੋਂ ਕਈਆਂ ਨੂੰ 40-40 ਸਾਲ ਤੇ ਕਈਆਂ ਨੂੰ 20-20 ਸਾਲ ਹੋ ਗਿਆ ਸਿਆਸਤ ਕਰਦਿਆਂ ਨੂੰ, ਤੁਸੀਂ ਚੰਡੀਗੜ੍ਹ ਅੱਗੇ ਬਣਾਤੇ। ਹੁਣ ਚੰਡੀਗੜ੍ਹ ਭਾਲਦੇ ਹੋ ਕਿ ਸਾਨੂੰ ਚੰਡੀਗੜ੍ਹ ਦਿਓ, ਕਿ ਮਾਨ ਸਾਹਿਬ ਦਾ ਹਲਕਾ, ਵੜਿੰਗ ਸਾਹਿਬ ਦਾ ਹਲਕਾ,
ਉਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਹਲਕਾ, ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਹਲਕਾ, ਜਾਣੀ ਟ੍ਰੈਫਿਕ ਵਿਵਸਥਾ ਦਰੁਸਤ ਹੋ ਗਈ। ਉੱਥੇ ਸਟਰੀਟ ਲਾਈਟਾਂ ਲੂਟਾਂ ਤੁਸੀਂ ਲਾਤੀਆਂ ਹੋਣੀਆਂ, ਜਿਹੜੇ ਬੰਦੇ ਨੇ ਦਰੁਸਤ ਕੀਤਾ ਹੁੰਦਾ ਤਾਂ ਹੀ ਕਹਿੰਦਾ ਜੀ ਉਹ ਸਾਨੂੰ ਦੇ ਦਿਓ ਅਸੀਂ ਸਾਂਭਾਂਗੇ। ਇੱਦਾਂ ਹੀ ਹਰਿਆਣੇ ਦੇ ਵਿੱਚ ਵੀ ਸਾਰਾ ਕੁਝ ਵਧੀਆ ਹੀ ਹੋਣਾ, ਚੌਰਸ ਕੱਟਿਆ ਹੋਣਾ, ਪਾਣੀ ਦੀ ਸਪਲਾਈ ਪੂਰੀ ਹੋਣੀ ਆ, ਪਾਣੀ ਕਦੇ ਖੜਦਾ ਨਹੀਂ ਹੋਣਾ। ਯਾਨੀ ਜੇ ਤਾਂ ਦੋਨਾਂ ਸੂਬਿਆਂ ਦੇ ਵਿੱਚੋਂ ਕੋਈ ਵੀ ਲੀਡਰ ਐਂ ਬਾਂਹ ਖੜੀ ਕਰਕੇ ਕਹਿ ਦੇਵੇ ਕਿ ਭਾਈ ਮੇਰੇ ਹਲਕੇ 'ਚ ਆ ਜਾਓ, ਚੰਡੀਗੜ੍ਹ ਵਰਗੀਆਂ ਸਹੂਲਤਾਂ ਲੈ ਜਾਓ ਚੰਡੀਗੜ੍ਹ, ਇਹ ਤਾਂ ਜਿੱਥੇ ਹੈਗਾ ਠੀਕ ਹੀ ਹੋਣਾ। ਚੌਰਸ ਕੱਟਿਆ ਹੁੰਦਾ, ਹਾਂ, ਪਨੀਰ ਦਾ ਪੀਸ, ਅੱਛਾ, ਮਟਰ ਪਨੀਰ ਦੀ ਸਬਜ਼ੀ, ਜਿਹਦੇ ਨਾਲ ਅਗਲਿਆਂ ਨੇ ਰੋਟੀ ਖਾਣੀ। ਇਹ ਕਰਕੇ ਲੋਕ ਭਾਵੇਂ ਚੌਰਸ ਛੱਡ ਕੇ 3 ਨੁਕਰੇ ਕੱਟੇ, ਫਿਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਆਹ ਗੱਲ ਤਾਂ ਠੀਕ, ਤੁਸੀਂ ਤਾਂ ਬੜੇ ਦੂਰ ਦੇ ਹਲਕਿਆਂ ਦੀ ਗੱਲ ਕਰਦੇ ਆ। ਮੁਹਾਲੀਓ ਚੰਡੀਗੜ੍ਹ ਵੜਦੇ ਆ, ਸਾਰੇ ਬੰਦੇ ਨੂੰ ਪਤਾ ਲੱਗਦਾ ਵੀ ਅੱਛਾ ਆਪਾਂ ਆ ਗਏ ਚੰਡੀਗੜ੍ਹ। ਵੜ ਪੰਚਕੂਲੇ ਨਾਲ ਵੀ ਲੱਗ ਜਾਂਦੇ, ਪੰਚਕੂਲੇ ਵੜਦੇ ਆ, ਦੋਵਾਂ ਪਾਸੇ ਨੂੰ ਸਮਝ ਲੱਗ ਜਾਂਦੀ ਹੈ। ਸੋ ਇੱਥੋਂ ਆਪਾਂ ਅੰਦਾਜ਼ਾ ਲਾਈਏ ਵੀ ਇਸ ਵਕਤ ਜਿਹੜੀ ਸਿਆਸਤ ਹੈ ਉਹ ਕਿੱਧਰ ਨੂੰ ਚੱਲ ਰਹੀ। ਪਰ ਚਲੋ ਇਹ ਹੁਣ ਥੋੜ੍ਹੇ ਦਿਨ ਮੁੱਦਾ ਰਹਿਣਾ, ਇਸ ਮੁੱਦੇ ਤੇ ਚਰਚਾ ਚੱਲਣੀ ਆ। ਉਹਨੇ ਕਹਿਣਾ ਅਸੀਂ ਬਿਆਨ ਬੜਾ ਤੱਤਾ ਦਿੱਤਾ, ਉਹਨਾਂ ਨੇ ਕਹਿਣਾ ਅਸੀਂ ਬੜਾ ਬਿਆਨ ਤੱਤਾ ਦਿੱਤਾ, ਫਿਰ ਹੌਲੀ ਹੌਲੀ ਕੁਝ ਦਿਨਾਂ ਬਾਅਦ ਇਹ ਮਸਲਾ ਠੰਡਾ ਪੈ ਜਾਊਗਾ ਬਸ। ਇਹ ਨਹੀਂ ਗੱਲ ਹੈ ਸੰਧਾਲੀਆ ਸਾਹਿਬ, ਬਾਕੀ ਕਮਾਲ ਦੀਆਂ ਚੀਜ਼ਾਂ ਨੇ। ਮੈਂ ਕਹਿੰਦਾ ਤੁਸੀਂ ਤੇ ਤੁਹਾਡੇ ਅਫਸਰ, ਯਾਨੀ ਤੁਸੀਂ ਲੀਡਰ, ਤੁਹਾਡੇ ਵਾਲੇ ਲੀਡਰਾਂ ਦੇ ਅਫਸਰ ਹੁੰਦੇ ਮਹਾਰਾਜ। ਹੁਣ ਤੁਸੀਂ ਦੇਖੋ ਕਿ ਇੱਕ ਜਿਹੜੇ ਅਫਸਰ ਸਾਹਿਬ ਸੀ ਜ਼ਿਲ੍ਹਾ ਪੱਧਰੀ, ਉਹ ਕਿਸੇ ਚੀਜ਼ ਦੀ ਜਾਂਚ ਕਰ ਰਹੇ ਸੀ। ਯਾਰ ਰਜਿਸਟਰ ਦੇ ਵਿੱਚ ਐਂਟਰੀਆਂ ਨਹੀਂ ਮਿਲਦੀਆਂ, ਇੱਦਾਂ ਐਨਕਾਂ ਮੋਟੇ ਸ਼ੀਸ਼ੇ ਦੇ ਲਾਈਆਂ, ਇੱਕ ਰਜਿਸਟਰ ਖੋਲ੍ਹ ਕੇ ਇੱਥੇ ਰੱਖਿਆ, ਇੱਕ ਇੱਥੇ ਰੱਖਿਆ। ਯਾਰ ਇਹ ਗੱਲ ਬਣਦੀ ਨਹੀਂ ਹੈ, ਨਾਲ ਲਿਖੀ ਜਾਣਾ, ਨਾਲ ਇੱਧਰਲੇ ਪਾਸੇ 23 ਤਰੀਕ ਹੈ ਨਾ, ਇਹ ਕਟਿੰਗ ਕਿਉਂ ਕੀਤੀ ਹੈ? ਉਹ ਲੱਭਦੇ ਕੁਛ ਹੋਰ ਸੀ, ਲੱਭ ਕੁਛ ਹੋਰ ਪਿਆ। ਸ਼੍ਰੀ ਅਨੰਦਪੁਰ ਸਾਹਿਬ, ਪਾਵਨ ਪਵਿੱਤਰ ਮੁਕੱਦਸ ਧਰਤੀ, ਉੱਥੋਂ ਦੇ ਕਹਿੰਦੇ ਜਿਹੜੇ BDPO ਸਾਹਿਬ ਪੁਰਾਣੇ ਹੋਣਗੇ, ਜਨਵਰੀ ਦੇ ਵਿੱਚ, ਮੈਨੂੰ ਨਹੀਂ ਪਤਾ ਅੱਜ ਉੱਥੇ ਹੈਗੇ ਕਿ ਨਹੀਂ ਹੈਗੇ, ਉਹਨਾਂ ਨੇ ਕਿਹਾ ਯਾਰ ਆਹ ਕੀ ਗੱਲ ਹੋ ਗਈ। ਜਨਵਰੀ ਮਹੀਨੇ ਦੀ 10 ਤਰੀਕ ਨੂੰ ਕਹਿੰਦੇ ਜੀ 7 ਕਰੋੜ, 7.25 ਕਰੋੜ ਦੀ ਗ੍ਰਾਂਟ ਆਉਂਦੀ ਹੈ BDPO ਦਫ਼ਤਰ ਨੂੰ। ਉਦਾਂ ਨਹੀਂ 6.5 ਕਰੋੜ ਗ੍ਰਾਂਟ ਖਰਚ ਦਿੱਤੀ ਜਾਂਦੀ ਹੈ। ਯਾਨੀ ਜੇ ਕਿਤੇ ਜਾਪਾਨੀਆਂ ਨੂੰ ਪਤਾ ਲੱਗ ਜਾਵੇ ਨਾ, ਚੀਨ ਵਾਲਿਆਂ ਨੂੰ ਪਤਾ ਲੱਗ ਜਾਵੇ ਕਿ ਭਾਈ ਇੱਥੇ 7.5 ਕਰੋੜ, 7.25 ਕਰੋੜ ਗ੍ਰਾਂਟ ਆਈ ਤੇ ਉਦੋਂ ਹੀ ਖਰਚ ਹੋ ਗਈ, ਉਹ ਆਪਣਾ ਉਹ ਬੁਲਟ ਟ੍ਰੇਨ ਦਾ ਸੁਪਨਾ ਪਰੇ ਕਰ ਦੇਣ। ਯਾਰ ਵੀ ਸਾਡੇ ਤੋਂ ਤੇਜ਼ ਤਾਂ ਉੱਥੇ ਗ੍ਰਾਂਟਾਂ ਦਾ ਖਰਚਾ, ਵੀ ਅਸੀਂ ਟ੍ਰੇਨਾਂ ਤੇਜ਼ ਕੀ ਚਲਾਉਣੀਆਂ। ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ ਕਮਾਲ ਦੀ ਗੱਲ ਜਿਹੜੀ ਹੈ ਕਿ ਇਹ 6.5 ਕਰੋੜ ਰੁਪਈਆ ਇੱਕ ਦਿਨ ਦੇ ਵਿੱਚ ਜਿਹੜਾ ਖਰਚ ਦਿੱਤਾ, ਉਹ ਫਿਰ ਰਿਕਾਰਡ ਲੱਭਣ ਲੱਗ ਪਏ। ਯਾਰ ਕੋਈ ਕੋਟੇਸ਼ਨ, ਕੋਈ ਟੈਂਡਰ, ਜਾਨੀ ਮੰਨ ਲਓ ਕਿ ਆਪਾਂ ਕਹਿੰਦੇ ਜੀ ਚਕਲੇ ਵੇਲਣੇ ਖਰੀਦਣੇ ਆ। ਸਰਕਾਰੀ ਅਦਾਰਿਆਂ ਦੇ ਵਿੱਚ ਇਦਾਂ ਹੁੰਦਾ ਕਿ ਬੰਦਾ ਨੋਟਿਸ ਦਿੰਦਾ ਕਿ ਭਾਈ ਅਸੀਂ 5000 ਚਕਲੇ, 5000 ਵੇਲਣੇ ਖਰੀਦਣੇ ਆ, ਵੀ ਜਿਹੜਾ ਬੰਦਾ ਇਸ ਮਿਆਰ ਦੇ ਚਕਲੇ ਵੇਲਣੇ ਹੋਣੇ ਚਾਹੀਦੇ ਆ, ਤੇ ਤੁਸੀਂ ਸਾਨੂੰ ਆਪਣੀਆਂ ਕੋਟੇਸ਼ਨਾਂ ਦਿਓ ਕਿ ਸਾਨੂੰ ਵਧੀਆ ਤੇ ਸਸਤੀ ਚੀਜ਼ ਕੌਣ ਦੇ ਸਕਦਾ। ਅੱਜ ਨੋਟਿਸ ਜਾਰੀ ਹੋਇਆ, 15 ਦਿਨ ਦਾ ਸਮਾਂ ਹੈ, ਬਾਅਦ ਚ ਕੋਟੇਸ਼ਨ ਇਹਦੀ ਆਈ ਆ, ਫਿਰ ਇਸ ਤਰੀਕੇ ਦੇ ਨਾਲ ਅਸੀਂ ਉਹਨੂੰ ਆਰਡਰ ਦੇਤਾ। ਇਹਦੀ ਹੁੰਦਾ ਨਾ ਕਹਿੰਦੇ ਜੀ ਉੱਥੇ ਕੋਈ ਟੈਂਡਰ, ਨਾ ਕੋਈ ਨੋਟਿਸ, ਨਾ ਕੋਈ ਕੋਟੇਸ਼ਨ। ਬਸ ਸਵੇਰੇ 7 ਕਰੋੜ 35 ਲੱਖ ਰੁਪਈਆ ਆਇਆ, ਸ਼ਾਮ ਤੱਕ 6.5 ਕਰੋੜ ਰੁਪਈਏ ਦੇ ਆਪਾਂ ਟੂੰਡਰ ਚ ਉਹ ਕਿਸੇ ਨੂੰ ਅਲਾਟ ਕਰਤੇ। ਤੇ ਹੋਰ ਉਹਨਾਂ ਦਿਨਾਂ ਦੇ ਵਿੱਚ ਗ੍ਰਾਂਟ ਖਰਚੀ ਨਹੀਂ ਸੀ ਜਾ ਸਕਦੀ, ਕਿਉਂਕਿ ਕੋਡ ਆਫ ਕੰਡਕਟ ਲੱਗੇ ਨੂੰ 2.5 ਦਿਨ ਹੋ ਗਏ ਸੀ। ਯਾਨੀ ਕੋਡ ਆਫ ਕੰਡਕਟ ਲੱਗੇ ਵੀ ਕਹਿੰਦੇ ਖਿੱਚਤਾ ਹੀ ਕੰਮ, ਤੇ ਹੁਣ ਬੰਦੇ ਸਸਪੈਂਡ ਆ। ਆਹ ਤੇ ਠੀਕ ਆ, ਜੇ ਮੰਨ ਲਓ ਸਸਪੈਂਡ ਕਰਕੇ ਮੰਨ ਲਓ ਬਾਰ ਸਾਹਿਬ ਨੂੰ ਸਸਪੈਂਡ ਕਰਦੀ ਤੇ 6.5 ਕਰੋੜ ਰੁਪਈਆ ਦੇ ਦੀ, ਇਹਦਾ ਸਸਤਾ ਸੌਦਾ ਕਿਹੜਾ? ਅੱਜ ਜਿੱਦਾਂ ਤੁਸੀਂ ਸਮਝਾਉਂਦੇ ਹੋ ਨਾ, ਬੰਦੇ ਦਾ ਪੈਸੇ ਖਾਣ ਨੂੰ ਜੀ ਕਰਨ ਲੱਗ ਪਿਆ। ਇਹ ਗੱਲ ਤੇ ਇਹੀ ਹੈ, ਰੌਲਾ ਹੀ ਇਹ ਆ। ਹੁਣ ਤੱਕ ਕਿਉਂ ਨਹੀਂ ਕਿਸੇ ਪਾਸੇ ਕੋਈ ਗੱਲ ਲੱਗਦੀ? ਅੱਜ ਦੀ ਡੇਟ 'ਚ ਆਪਾਂ ਦੇਖਦੇ ਹਾਂ ਵਿਜੀਲੈਂਸ ਨੇ ਫਲਾਨਾ ਕਾਬੂ ਕੀਤਾ, ਵਿਜੀਲੈਂਸ ਨੇ ਫਲਾਨਾ ਚੁੱਕਿਆ। ਮੈਂ ਨਾ ਚਲੋ ਵਧੀਆ ਵੀ ਵਿਜੀਲੈਂਸ ਮੁੱਖ ਮੰਤਰੀ ਸਾਹਿਬ ਦੇ ਅੰਡਰ ਮਹਿਕਮਾ ਚੱਲ ਰਿਹਾ, ਉਹ ਆਪਣੇ ਲੋਕ ਕਹਿੰਦੇ ਵੀ ਅਸੀਂ ਚੰਗਾ ਕੰਮ ਕਰ ਰਹੇ। ਮਹਿਕਮਾ ਤਾਂ ਪਹਿਲਾਂ ਵੀ ਚੱਲਦਾ ਸੀ, ਪਹਿਲਾਂ ਕਿਹੜਾ ਬੰਦੇ ਫੜੇ ਨਹੀਂ ਜਾਂਦੇ। ਉਹ ਬੰਦੇ ਜਿਹੜੇ ਫੜੇ ਜਾਂਦੇ ਸੀ ਉਦੋਂ ਬਾਅਦ ਉਹਨਾਂ ਦਾ ਕੀ ਹੁੰਦਾ? ਤੁਸੀਂ ਇੱਕ ਉਹ ਆ ਜਿਹੜੇ ਅਜੇ ਵੀ ਵਿਚਾਰੇ ਉਹ ਰੋਂਦੇ ਫਿਰਦੇ ਨੇ, ਪਰਲ ਗਰੁੱਪ ਵਾਲੇ ਲੋਕ ਰੋਂਦੇ ਹੀ ਫਿਰਦੇ ਜੀ। ਉਹ ਜਿਹੜੇ ਬੰਦੇ ਨੇ ਛਕਿਆ ਛਕਾਇਆ ਉਹ ਨਜ਼ਾਰੇ ਲੈਂਦੇ ਹੀ, ਕਹਿਣ ਨੂੰ ਜੇਲ੍ਹ 'ਚ ਉਹ ਕਹਿੰਦਾ ਵੀ ਬਸ ਆਹੋ ਕਿੱਥੇ ਉਹ ਫਿੱਟ ਆ, ਉਹ ਸਾਰਿਆਂ ਨੂੰ ਪਤਾ ਲੈ ਵੀ ਕਿੰਨਾ ਚਿਰ ਹੋ ਗਿਆ। ਉਹ ਵਿਚਾਰੇ ਲੋਕ ਪਿੱਟਣੇ ਪਏ ਆ ਵੀ ਸਾਡੇ ਪੈਸੇ ਮੋੜ ਦਿਓ। ਹੈ ਕੋਈ ਗੱਲ? ਇਹ ਤੋਂ ਪਹਿਲਾਂ ਇੱਕ ਉਧਰ ਇੱਕ ਸਹਾਰਾ ਗਰੁੱਪ ਵਾਲਾ ਨਹੀਂ ਹੈਗਾ, ਉਹ ਵੀ ਤੇ ਬੰਦਾ ਛਕਾ ਕੇ ਤੇ ਉਦੋਂ ਬਾਅਦ ਡਕਾਰ ਮਾਰ ਗਿਆ। ਇਹਦੋਂ ਪਹਿਲਾਂ ਕਿੰਨੇ ਬੰਦੇ ਭੱਜੇ, ਉਹ ਜਿਹੜੇ ਉਹ ਕੋਈ ਕਿੰਗਫਿਸ਼ਰ ਵਾਲਾ ਲਾ ਲਓ, ਇੱਕ ਹੋਰ ਸੀਗਾ ਭੱਜਾ। ਲੋਕ ਤੇ ਛੱਕ ਕੇ ਉਦੋਂ ਬਾਅਦ ਨਿਕਲ ਜਾਂਦੇ। ਅਗਲਾ ਕਹਿੰਦਾ ਵੀ ਵੀਰ ਮੇਰਾ ਮੁੜ ਕੇ ਕਿਹਨੇ ਪੂਛ ਫੜਾਉਣੀ ਉੱਥੇ? ਸੰਧਾਲੀਆ ਸਾਹਿਬ, ਮੈਂ ਬੇਨਤੀ ਕਰਨ ਲੱਗਾ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਭਾਈ ਇਹਨਾਂ ਦੇ ਮਗਰ ਲਾ ਕੇ ਤੁਸੀਂ ਨਾ ਕਿਤੇ 40-50 ਹਜ਼ਾਰ ਡਕਾਰ ਮਾਰ ਦਿਓ। ਉਹਦਾ ਕਾਰਨ ਪਤਾ ਕੀ ਆ? ਮੇਰੀ ਬੇਨਤੀ ਸੁਣ ਲਿਓ। ਆ ਜਿਨ੍ਹਾਂ ਬੰਦਿਆਂ ਦੀ ਤੁਸੀਂ ਗੱਲ ਕਰਦੇ ਆ ਵੀ ਉਹ ਪੈਸੇ ਖਾ ਲਿਓ, ਡਕਾਰ ਮਾਰ ਕੇ ਜੀ ਐਨੂੰ ਚਲ ਗਏ, ਉਹ ਸਰਦਾਰ ਸਾਹਿਬ ਉਹਨਾਂ ਨੇ ਕਿਹੜਾ ਸਵੇਰ ਵੇਲੇ ਪੱਲੀ ਦਾਤੀ ਲੈ ਕੇ ਪੱਠੇ ਲੈਣ ਜਾਣਾ ਵੀ ਮੂਹਰੇ ਫਲਾਨਾ ਬੰਦਾ ਟੱਕਰ ਜੂ ਤੇ ਉਹ ਪੁੱਛ ਲੂ। ਅਗਲੇ ਬੰਦੇ ਤਾਂ ਇੱਕ ਹੈਲੀਕਾਪਟਰ ਦੇ ਵਿੱਚ ਉਤਰਦੇ ਆ, ਦੂਜੇ ਹੈਲੀਕਾਪਟਰ ਦੇ ਵਿੱਚ ਚੜ੍ਹ ਜਾਂਦੇ ਆ, ਤੇ ਜਿਹਨਾਂ ਨੂੰ ਟੱਕਰਦੇ ਉਹ ਵੀ ਮੂਹਰੇ ਖਾਣ ਪੀਣ ਵਾਲੇ ਹੁੰਦੇ ਆ। ਅਸੀਂ ਤਾਂ ਇੱਥੇ ਦਾਤੀ ਦੇ ਦੰਦੇ ਕਢਾਉਣ ਵੀ ਜਾਣਾ, ਅਸੀਂ ਤਾਂ ਇੱਥੇ ਗੰਡਾਸੇ ਜਨਾਉਣ ਵੀ ਜਾਣਾ, ਅਸੀਂ ਤਾਂ ਇੱਥੇ ਦਾਣੇ ਬਣਾਉਣ ਵੀ ਜਾਣਾ,
ਅਸੀਂ ਤਾਂ ਰਾਸ਼ਨ ਕਾਰਡ ਲੈ ਕੇ ਕਤਾਰ 'ਚ ਵੀ ਲੱਗਣਾ, ਅਸੀਂ ਤਾਂ ਵੋਟ ਪਾਉਣ ਲਈ ਆਧਾਰ ਕਾਰਡ ਲੈ ਕੇ ਤੇ ਵੋਟਰ ਕਾਰਡ ਲੈ ਕੇ ਉੱਥੇ ਵੀ ਕਤਾਰ 'ਚ ਲੱਗਣਾ। ਸਾਡਾ ਤੇ ਇਹ ਵੀ ਜੀ ਕਰਨਾ ਗਰਮੀਆਂ ਨੂੰ ਵੋਟ ਦੀ ਛਾਵੇਂ ਬੈਠੀਏ, ਤੁਸੀਂ ਕਿਸੇ ਦਾ ਕਟਾਪਾ ਨਾ ਕਢਾ ਦਿਓ ਮੇਰਾ ਭਰਾ। ਮੈਂ ਕਟਾਪਾ ਨਹੀਂ ਕਢਾ ਰਿਹਾ, ਮੈਂ ਸਿਰਫ ਇਹ ਬੇਨਤੀ ਕਰਦਾ ਵੀ ਇਹਦੇ ਤੇ ਵੀ ਮੰਗ ਹੋਣੀ ਚਾਹੀਦੀ ਹੈ ਵੀ ਵੀਰ ਮੇਰਾ ਜਿਹੜਾ ਕੋਈ ਧੋਖਾ ਧੜੀ ਵਾਲਾ ਕੇਸ ਹੁੰਦਾ ਜੀ ਵੀ ਉਹਦੇ 'ਚ ਸਾਦੀ ਜੀ ਸਜ਼ਾ ਕਿਉਂ। ਆਪਾਂ ਕਈ ਵਾਰ ਸੁਣਦੇ ਆ ਨਾ ਜਿਹੜੀਆਂ ਦੂਜੀਆਂ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਉਹ ਦੂਸਰੇ ਕਾਨੂੰਨ ਚੱਲਦੇ ਆ ਵੀ ਫਲਾਣੇ ਨੇ ਚੋਰੀ ਕੀਤੀ ਇਹਦੇ ਹੱਥ ਵੜ ਦਿਓ, ਫਲਾਣੇ ਨੇ ਐ ਕੀਤਾ ਗਾਟਾ ਲਾ ਦਿਓ ਇਹਦਾ। ਆਪੇ ਹੀ ਘਟ ਜਾਂਦੇ ਲੋਕ ਵੀ ਵੀਰ ਮੇਰਾ ਵੀ ਮੈਂ ਇੱਕ ਵਾਰ ਪੰਗਾ ਲੈ ਲਿਆ, ਉਦੋਂ ਬਾਅਦ ਅਗਲੇ ਨੇ ਛਾਂਗ ਦੇਣਾ ਹੀ। ਤੇ ਜਦੋਂ ਅਗਲੇ ਨੂੰ ਪਤਾ ਵੀ ਵੀਰ ਮੇਰਾ ਮੈਂ 100 ਖਾਧਾ ਹੀ ਤੇ 25 ਬੰਦਾ ਪਹਿਲਾਂ ਪਾਸੇ ਰੱਖ ਲਏ ਵੀ ਇਹ ਵੰਡਣੇ ਹੀ 75 ਵੱਜ ਜਾਣੇ, ਇਹ ਤੋਂ ਵਧੀਆ ਸੌਦਾ ਕਿਹੜਾ। ਨਹੀਂ ਠੀਕ ਹੈ ਤੁਹਾਡੀ ਗੱਲ ਸੰਧਾਲੀਆ ਸਾਹਿਬ, ਮੈਂ ਨਹੀਂ ਕਹਿੰਦਾ ਯਾਰ ਠੀਕ ਹੈ ਗਲਤ ਹੈ, ਯਾਨੀ ਤੁਸੀਂ ਮੈਂ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਬੰਦਾ ਬੌਂਦਲ ਜਾਂਦਾ ਹੀ ਮਰਾ। ਮੈਂ ਤਾਂ ਲੌਜਿਕ ਦਿੱਤਾ ਵੀ ਇਹ ਬੜੀ ਦੇਰ ਤੋਂ ਚੱਲਦਾ ਦਾ ਵੀ 420 ਦਾ ਫਲਾਣੇ ਤੇ ਕੇਸ ਹੋ ਗਿਆ ਜੀ, ਉਹਨੇ ਆ ਸ਼ੱਕ ਛਕਾ ਲਿਆ, ਉਦੋਂ ਬਾਅਦ ਅਗਲਾ ਕਹਿੰਦਾ ਵੀ ਜ਼ਮਾਨਤ ਮਿਲ ਗਈ, ਉਹ ਚੱਲ ਫੇਰ ਬਾਹਰ। ਸੰਧਾਲੀਆ ਸਾਹਿਬ ਵੈਸੇ ਮੈਂ ਇੱਕ ਗੱਲ ਦੱਸਾਂ, ਤੁਸੀਂ ਨਾ ਹੋਰ ਮਿੱਟੀ ਦੇ ਬਣੇ ਹੁੰਦੇ। ਨਹੀਂ ਮਿੱਟੀ ਦੇ ਨਹੀਂ ਬਣੇ, ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿਹੜੇ ਬੰਦੇ ਮਿੱਟੀ ਦੇ ਬਣੇ ਆਪਾਂ ਉਹ ਰੋਖੋਗਣ ਵਾਲੀ ਗੱਲ ਕਹੀ ਨਾ ਸੁਣੀ, ਉਹ ਬਸ ਛਾਵੇਂ ਬਹਿਣ ਦੇ ਹਿਸਾਬ ਨਾਲ ਰਹਿੰਦੇ। ਉਹ ਕਹਿੰਦੇ ਆਪਾਂ ਛਾਵੇਂ ਬਹਿਣਾ, ਇਹ ਆਮ ਬੰਦੇ ਨੂੰ ਫਿਕਰ ਹੁੰਦਾ ਵੀ ਯਾਰ ਉਹ ਰੁੱਖਦਾ ਤੇ ਹੁਣ ਲੋਕੀ ਇਦਾਂ ਕਹਿਣਗੇ। ਉਹ ਕਹਿੰਦਾ ਨਾ ਕਈ ਜਾਣ ਕਹਿੰਦੇ ਆ ਤੇ ਕਹਿੰਦੇ ਬਸ ਮੈਂ ਛਾਵੇਂ ਬਹਿਣਾ। ਮੈਨੂੰ ਤਾਂ ਇਹ ਸੀ ਵੀ ਆਮ ਬੰਦਾ ਤੇ ਜੇ ਨਾ ਥੱਲੇ ਕੀੜੀਆਂ ਵੀ ਤੁਰੀਆਂ ਜਾਂਦੀਆਂ, ਹੁਣ ਬੰਦਾ ਪੈਰ ਜਿਹੜਾ ਭਰੇ ਉਰੇ ਕਰਕੇ ਰੱਖਦਾ, ਤੁਸੀਂ ਝਾਟੀ ਗੁੱਟ ਵੱਢ ਦਿੰਦੇ ਹੋ, ਬੰਦਾ ਮਾਰ ਦਿੰਦੇ ਹੋ, ਮੈਂ ਨਹੀਂ ਨਾਲ ਪ੍ਰੋਗਰਾਮ ਕਰਨਾ ਭਾ। ਜੇ ਇਦਾਂ ਹੋਊਗਾ ਇਹ ਬਚਣਾ ਤਾਂ ਜਿੱਧਰੋਂ ਤੁਰ ਪਿਆ ਕੰਮ ਇਹ, ਨਹੀਂ ਤਾਂ ਸ਼੍ਰੀਲੰਕਾ ਨੂੰ ਕੰਮ ਚੱਲ। ਆਹੋ ਫਿਰ ਗੱਲ ਤਾਂ ਉਹੀ ਆ ਵੀ ਨਹੀਂ ਤੇ ਫਿਰ ਜਦੋਂ ਲੋਕ ਆਣ ਕੇ ਉੱਥੇ ਮਿਲ ਲੈਣਗੇ ਵੀ ਹਾਂ ਵੀਰ ਮੇਰੋ ਤੁਸੀਂ ਸਾਡਾ ਕੋਈ ਚੇਤਾ ਹੀ ਭੁਲਾ ਲਿਆ। ਮੱਤੇਵਾੜੇ ਤੇ ਜੰਗਲਾਂ ਵਾਲੇ ਪਾਸੇ ਨੂੰ ਸੰਧਾਲੀਆ ਸਾਹਿਬ ਚੱਲਦੇ ਆ, ਬੜਾ ਰੌਲਾ ਪਿਆ ਜੀ ਉੱਥੇ ਕੂਮ ਕਲਾਂ ਦਾ ਟੈਕਸਟਾਈਲ ਪਾਰਕ ਬਣ ਜਾਣਾ, ਮੱਤੇਵਾੜ ਦੇ ਜੰਗਲ ਜਿਹੜੇ ਖਤਮ ਹੋ ਸਕਦੇ ਆ, ਸਤਲੁਜ ਦੇ ਵਿੱਚ ਗੰਦਾ ਪਾਣੀ ਡਿੱਗਣਾ ਜਿਹੜਾ ਕਿ ਕੈਮੀਕਲ ਯੁਕਤ ਹੋਊਗਾ ਤੇ ਉਹਦੇ ਨਾਲ ਕੰਮ ਖਰਾਬ ਹੋ ਜੂ। ਬਹੁਤ ਸਾਰੀਆਂ ਜਥੇਬੰਦੀਆਂ ਨੇ 10 ਤਰੀਕ ਰੱਖ ਦਿੱਤੀ ਕਿ ਭਾਈ ਆਪਾਂ ਇਕੱਠ ਕਰਨਾ। ਉਹਦੇ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਵੀ ਕਿਹਾ ਕਿ ਭਾਈ ਅਸੀਂ ਖਿਲਾਫ ਹਾਂ, ਸਰਕਾਰ ਗਲਤ ਕਰ ਰਹੀ ਹੈ ਮਾਨ ਸਾਹਿਬ ਦੀ। ਲੱਖਾ ਸਿਧਾਣਾ ਹੋਣੀ, ਗੁਰਪ੍ਰੀਤ ਸਿੰਘ ਚੰਦਬਾਜਾ ਸਾਹਿਬ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੂੰ ਮਿਲਣ ਗਏ ਇਹਨਾਂ ਮੁੱਦਿਆਂ ਦੇ ਉੱਤੇ। ਉੱਚ ਪੰਜਾਬ ਯੂਨੀਵਰਸਿਟੀ ਦਾ ਵੀ ਮੁੱਦਾ, BBMB ਦਾ ਵੀ ਮੁੱਦਾ, SYL ਦਾ ਵੀ ਮੁੱਦਾ, ਇਹ ਵੀ ਮੁੱਦਾ। ਹੁਣ ਜਦੋਂ ਤਾਂ ਅੰਦਰ ਗਏ ਸੀ ਆਮ ਤੌਰ ਤੇ ਹੁੰਦਾ ਜੀ ਉਹਨਾਂ ਨੂੰ ਅਸੀਂ ਅਲਟੀਮੇਟਮ ਦੇ ਆਏ ਹਾਂ 2 ਦਿਨਾਂ ਦੇ ਬਾਅਦ, ਜੇ ਉਹਨਾਂ ਨੇ ਆਹ ਕੰਮ ਨਾ ਕੀਤਾ ਅਸੀਂ ਬਹਿਣਾ ਇਸ ਜਗ੍ਹਾ ਦੇ ਉੱਤੇ ਜਾ ਕੇ। ਇੱਦਾਂ ਹੁੰਦਾ ਜਾਂ ਬਾਹਰ ਆਉਂਦੇ ਹੀ ਸਾਰ ਉਹਨਾਂ ਨੇ ਸਾਡੀ ਗੱਲ ਨਹੀਂ ਬਣੀ, ਕੱਲ ਤੋਂ ਮੋਰਚਾ ਉਡੀਕ ਰਿਹਾ ਸੀ ਕਿਉਂਕਿ ਲੱਖਾ ਸਿਧਾਣਾ ਹੋਰ ਵੀ ਤੱਤੇ ਚੱਲਦੇ ਹੁੰਦੇ ਜਿਹੜੇ ਮੁੱਦੇ ਤੇ ਚੱਲਦੇ ਆ। ਬਾਹਰ ਆਏ ਗੁਰਪ੍ਰੀਤ ਸਿੰਘ ਚੰਦਬਾਜਾ ਹੋਰੀ, ਲੱਖਾ ਸਿਧਾਣਾ ਹੋਰੀ, ਉਹਨਾਂ ਨੂੰ ਪੁੱਛਿਆ ਗਿਆ ਜੀ ਦੱਸੋ ਫਿਰ ਕਿਵੇਂ। ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਆ ਕਿ ਕੁਛ ਚੇਂਜ ਦੇਖੀ ਆ। ਚੇਂਜ ਕੀ ਦੇਖੀ ਜੀ? ਕਹਿੰਦੇ ਜੀ ਪਹਿਲਾਂ ਮੁੱਖ ਮੰਤਰੀਆਂ ਨੂੰ ਮਿਲਣ ਜਾਂਦੇ ਹੁੰਦੇ ਸੀ, ਉਹਨਾਂ ਨੇ 5 ਮਿੰਟਾਂ 'ਚ ਗੱਲ ਸੁਣਨੀ ਤਾਂ ਕਹਿਣਾ ਕੰਮ ਟਾਈਮ ਹੋ ਗਿਆ, ਤੇ ਜੇ ਅਸੀਂ ਕਹਿਣਾ ਯਾਰ ਸਾਡੀ ਮੰਗ ਆ ਕਹਿਣਾ ਦੇ ਦਿਓ ਮੰਗ ਪੱਤਰ ਹੋ ਜਾਊਗਾ। ਕਹਿੰਦੇ ਸਾਨੂੰ ਵੀ ਪਤਾ ਹੁੰਦਾ ਰੱਦੀ ਦੀ ਟੋਕਰੀ ਸਿੱਟਣਾ। ਹੁਣ ਕਹਿੰਦੇ ਜੀ ਭਗਵੰਤ ਮਾਨ ਹੋਰਾਂ ਨੇ ਸਾਨੂੰ 1.5 ਘੰਟੇ ਦਾ ਟਾਈਮ ਦਿੱਤਾ, ਯਾਨੀ ਇਹ ਨਹੀਂ ਕਿ ਟਾਈਮ ਪਹਿਲਾਂ 1.5 ਘੰਟਾ ਮਿੱਥ ਕੇ ਗਿਆ ਸੀ ਕਿ 1.5 ਘੰਟਾ ਬੈਠੇ ਰਹੇ। ਜੇ ਅਸੀਂ ਮੱਤੇਵਾੜੇ ਦੇ ਜੰਗਲਾਂ ਦੀ ਗੱਲ ਸ਼ੁਰੂ ਕੀਤੀ ਤਾਂ 15-20 ਮਿੰਟ ਉੱਤੇ ਚਰਚਾ ਹੋਈ। ਪੰਜਾਬ ਯੂਨੀਵਰਸਿਟੀ ਦੀ ਗੱਲ ਸ਼ੁਰੂ ਹੋਈ, SYL ਦੀ ਗੱਲ ਸ਼ੁਰੂ ਹੋਈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਸ਼ੁਰੂ ਹੋਈ। ਸਾਰੇ ਮੁੱਦਿਆਂ ਦੇ ਉੱਤੇ ਕਹਿੰਦੇ 10-10 15 ਮਿੰਟ ਉਹਨਾਂ ਨੇ ਗੱਲ ਕੀਤੀ, ਤਸੱਲੀ ਬਖਸ਼ ਢੰਗ ਨਾਲ ਕੀਤੀ। ਅਸੀਂ ਸੰਤੁਸ਼ਟ ਹਾਂ ਪਰ ਅਸੀਂ ਪਹਿਰੇਦਾਰੀ ਕਰਨੀ ਹੈ, ਜੇ ਸਰਕਾਰ ਨੇ ਕੰਮ ਨਾ ਕੀਤਾ ਤਾਂ ਅਸੀਂ ਫਿਰ ਐਕਸ਼ਨ ਲਵਾਂਗੇ। ਹੁਣ ਸੰਧਾਲੀਆ ਸਾਹਿਬ ਜੇ ਮੁੱਖ ਮੰਤਰੀ ਸਾਹਿਬ ਨੇ 1.5 ਘੰਟੇ ਦਾ ਸਮਾਂ ਦਿੱਤਾ, ਕਿਉਂਕਿ ਤੁਸੀਂ ਤਾਂ ਹੈ ਨਹੀਂ ਸੀ ਉੱਥੇ, ਮੈਂ ਵੀ ਹੈ ਨਹੀਂ ਸੀ ਉੱਥੇ, ਉਹ ਜਿਹੜੇ ਬੰਦੇ ਮੁਲਾਕਾਤ ਕਰਕੇ ਬਾਹਰ ਆਏ ਆ ਉਹ ਬੰਦੇ ਉੱਥੇ ਸੀ ਤੇ ਨਾਲ ਦੀ ਨਾਲ ਉਹ ਕਹਿੰਦੇ ਜੀ ਉਹਨਾਂ ਨੇ ਮੱਤੇਵਾੜ ਦੇ ਮੁੱਦੇ ਦੇ ਉੱਤੇ ਵੀ ਕਿਹਾ ਕਿ ਤੁਹਾਡੀ ਮੀਟਿੰਗ ਤੋਂ ਪਹਿਲਾਂ ਆਪਾਂ ਆਪਣੀ ਮੀਟਿੰਗ ਕਰ ਲੈਣੀ ਹੈ। ਤੇ ਨਾਲ ਹੀ ਮੁੱਖ ਮੰਤਰੀ ਹੋਰਾਂ ਨੇ ਭਲਕੇ ਮੀਟਿੰਗ ਸੱਦ ਲਈ ਅਫਸਰਾਂ ਦੀ, ਮੰਤਰੀਆਂ ਦੀ ਕਿ ਭਾਈ ਬੈਠੋ ਦੇਖੀਏ ਗੱਲ ਕੀ ਹੈ, ਜੇ ਖਤਰਨਾਕ ਹੈ ਤਾਂ ਸੋਚੀਏ ਵਿਚਾਰੀਏ। ਚੰਗੀ ਗੱਲ ਆ। ਦੇਖੋ ਕਾਰਨ ਆਪਾਂ ਤਾਂ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇੰਡਸਟਰੀ ਦੀ ਲੋੜ ਹੈਗੀ ਹੈ, ਪਰ ਇੰਡਸਟਰੀ ਉਹ ਲਾਉਣ ਦੀ ਲੋੜ ਹੈਗੀ ਹੈ ਜਿਹੜੀ ਨਾ ਤਾਂ ਪ੍ਰਦੂਸ਼ਣ ਕਰੇ ਤੇ ਨਾ ਹੀ ਉਹ ਇਦਾਂ ਕਰੇ ਵੀ ਹਾਂ ਭਾਈ ਸਾਹਿਬ ਵੀ ਪਤਾ ਨਹੀਂ ਵੀ ਸਮਾਨ ਵੀ ਕਿੱਥੋਂ ਆਉਣਾ ਤੇ ਬਣ ਕੇ ਜਾਣਾ ਵੀ ਕਿੱਥੇ ਜੀ। ਕਿਉਂਕਿ ਇੰਡਸਟਰੀ ਤਾਂ ਉਹਦਾ ਫਾਇਦਾ ਵੀ ਜਿਹੜਾ ਇੱਥੇ ਜੋ ਪੰਜਾਬ 'ਚ ਕੱਚਾ ਮਾਲ ਪੈਦਾ ਹੁੰਦਾ ਉਸ ਕੱਚੇ ਮਾਲ ਨੂੰ ਕੁਛ ਨਾ ਕੁਛ ਪ੍ਰੋਸੈਸ ਕਰਕੇ ਜਾਂ ਉਹ ਤੋਂ ਕੁਛ ਨਾ ਕੁਛ ਬਣਾ ਕੇ ਬਾਹਰ ਨੂੰ ਭੇਜੇ। ਉਹਦੇ 2 ਫਾਇਦੇ ਹੋ ਗਏ ਵੀ ਇੱਕ ਤਾਂ ਉਸ ਕੱਚੇ ਮਾਲ ਨਾਲ ਰਿਲੇਟਡ ਜੇ ਮੰਨ ਲਓ ਖੇਤੀ ਨਾਲ ਰਿਲੇਟਡ ਹੀ ਸਨਅਤ ਹੈ ਤੇ ਫਸਲਾਂ ਦੀ ਵਿਭਿੰਨਤਾ ਹੋਊਗੀ। ਦੂਜੀ ਗੱਲ ਇਹ ਹੋ ਜੂਗੀ ਵੀ ਉਹ ਜਿਹੜਾ ਸਾਰਾ ਕੁਛ ਹੈ ਉਹਦੇ ਨਾਲ ਪੰਜਾਬੀਆਂ ਨੂੰ ਵੀ ਲੱਗੂਗਾ ਵੀ ਯਾਰ ਅਸੀਂ ਆਪਣੇ ਲਈ ਪ੍ਰੋਸੈਸ ਕਰ ਰਹੇ ਹਾਂ, ਕੋਈ ਲਾਂਭੋ ਆ ਕੇ ਨਹੀਂ ਕਰਦਾ ਇਹ ਕੰਮ। ਹੁਣ ਇੱਕ ਚੱਕਰ ਇਹ ਵੀ ਚੱਲਦਾ ਹੁੰਦਾ ਵੀ ਮੈਂ ਨਹੀਂ ਕਦੀ ਸੁਣਿਆ, ਪਹਿਲਾਂ ਦੇ ਵਿੱਚ ਜ਼ਰੂਰ ਇੱਕ ਕੋਈ ਟਰੈਕਟਰ ਵਾਲਾ ਕਾਰਖਾਨਾ ਜਾਂ 1-2 ਚੀਜ਼ਾਂ ਹੀ ਇੱਥੇ ਸਟਾਰਟਿੰਗ ਹੀ ਲੱਗੀਆਂ ਸੀ। ਪਿਛਲੀਆਂ ਸਰਕਾਰਾਂ ਵੇਲੇ ਵੀ ਹੁੰਦਾ ਜੀ ਫਲਾਣੇ ਥਾਂ ਤੇ ਆਪਾਂ ਇਨਵੈਸਟਮੈਂਟ ਸੰਮੇਲਨ ਕਰਨ ਚੱਲੇ ਹਾਂ ਜੀ, ਹੁਣ ਤਾਂ ਬੰਬੇ ਤੋਂ ਬੰਦੇ ਆਉਣੇ, ਦੂਜੇ ਨਾਲ ਕਹਿੰਦੇ ਆ ਜੀ ਫਲਾਣੇ ਅਸੀਂ ਚੰਡੀਗੜ੍ਹ ਸਾਧ ਲਏ ਜੀ ਇਹਨੇ ਇੱਥੇ ਆ ਕੇ ਇਨਵੈਸਟਮੈਂਟ ਕਰਨੀ। ਉਹ ਕਿੰਨਾ ਕੁਛ ਚੱਲਿਆ, ਕੋਈ RTI ਪਾ ਕੇ ਪੁੱਛੇ ਤੇ ਉਹਨਾਂ ਦੇ ਪਤਾ ਨਹੀਂ ਕਿੰਨਾ ਖਰਚਾ ਆਇਆ ਹੋਣਾ। ਉਦੋਂ ਬਾਅਦ ਕਿਸੇ ਨੇ ਚਵਾਨੀ ਲਾਈ ਨਹੀਂ।
ਹੁਣ ਜੇ ਮੰਨ ਲਓ ਵੀ ਉੱਥੋਂ ਕੋਈ ਉਹ ਵਾਲੀ ਇੰਡਸਟਰੀ ਜਿਹੜੀ ਇੰਡਸਟਰੀ ਪ੍ਰਦੂਸ਼ਣ ਨਾ ਕਰਦੀ ਹੋਵੇ, ਸਗੋਂ ਕੰਮ ਦਿੰਦੀ ਹੋਵੇ, ਤੇ ਉਹਦੇ ਬਾਰੇ ਵੀ ਤਾਂ ਸੋਚਿਆ ਜਾਣਾ ਚਾਹੀਦਾ। ਤੇ ਇੱਕ ਮੈਂ ਉੱਥੇ ਹੋਰ ਬੇਨਤੀ ਕਰਾਂ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਆਲਰੇਡੀ ਇੰਡਸਟਰੀਅਲ ਪਾਰਕ ਦੇ ਤੌਰ ਤੇ ਡਿਵੈਲਪ ਕੀਤੀਆਂ, ਪਰ ਉਹਨਾਂ 'ਤੇ ਕਦੀ ਕੁਛ ਨਹੀਂ ਹੈਗਾ। ਜੇ ਉਹ ਬਹੁਤੀ ਨਹੀਂ ਗੱਲ, ਤੇ ਮੈਂ ਇੱਕ ਚੇਤਾ ਕਰਾ ਦਿਆਂ, ਗੋਇੰਦਵਾਲ ਸਾਹਿਬ ਦੇ ਕੋਲ ਨਾ ਉਹ ਇੰਡਸਟਰੀਅਲ ਪਾਰਕ ਪਤਾ ਨਹੀਂ ਕਿੰਨੇ ਦਹਾਕੇ ਹੋ ਗਏ ਕੱਟਿਆ, ਉੱਥੇ ਪਹਿਲਾਂ ਫੈਕਟਰੀਆਂ ਲੱਗੀਆਂ ਵੀ, ਹੁਣ ਉਹ ਵੀ ਹੈ ਨਹੀਂ ਖਤਮ। ਉਦੋਂ ਬਾਅਦ ਉੱਥੇ ਅੱਜ ਕੱਲ੍ਹ ਤਾਂ ਭੇਡਾਂ ਬੱਕਰੀਆਂ ਚੱਲਦੀਆਂ, ਜਾਂ ਕੋਈ ਡੰਗਰ ਚਾਰਨ ਚਲੇ ਜਾਂਦਾ, ਤੇ ਜੇ ਕੋਈ ਹਨੇਰਾ ਸਵੇਰਾ ਹੋਵੇ ਤਾਂ ਅਗਲਾ ਕਹਿੰਦਾ ਯਾਰ ਇੱਧਰ ਦੀ ਨਹੀਂ ਜਾਣਾ, ਹੁਣ ਆਪਾਂ ਉੱਤੋਂ ਦੀ ਚਲੇ ਚੱਲਦੇ ਹਾਂ। ਉਹ ਜਿਹੜੀਆਂ ਥਾਵਾਂ ਜੇ ਮੰਨ ਲਓ ਦਹਾਕਿਆਂ ਤੋਂ ਕੱਟੀਆਂ ਗਈਆਂ ਸੀ, ਉਹ ਤੋਂ ਬਾਅਦ ਉਹ ਲੋਟ ਕੀਤੀਆਂ ਗਈਆਂ ਸੀ ਵੀ ਆਹ ਚੀਜ਼ ਇੱਥੇ ਹੋਊਗੀ, ਉਹਨਾਂ ਦਾ ਵੀ ਕੋਈ ਨਾ ਕੋਈ ਖਾਕਾ ਕਢਾ ਲੈਣਾ ਚਾਹੀਦਾ ਵੀ ਯਾਰ ਉੱਥੇ ਜੇ ਜਗ੍ਹਾ ਆਲਰੇਡੀ ਹੈਗੀ ਆ, ਆਪਾਂ ਉਸ ਹਿਸਾਬ ਨਾਲ ਸਾਰਾ ਕੁਝ ਬਣਾਇਆ ਆ, ਤੇ ਫਿਰ ਕਿਉਂ ਨਾ ਉਹਨਾਂ ਥਾਵਾਂ ਨੂੰ ਵਰਤ ਲਈਏ, ਬਜਾਏ ਦੇ ਕਿ ਵੀ ਜਿੱਥੇ ਆਲਰੇਡੀ ਕੋਈ ਮਾੜੀ ਮੋਟੀ ਹਰਿਆਲੀ ਆ ਆਪਾਂ ਉਹਨੂੰ ਵੱਢਣ ਤੁਰ ਪਈਏ। ਜੇ ਨਾ ਸ਼ਹਿਰ ਜਿਹੜੇ ਛੋਟੇ ਛੋਟੇ ਸ਼ਹਿਰ ਵੀ ਨੇ, ਉਹਨਾਂ ਜੇ ਬੱਸ 'ਤੇ ਜਾਓ ਤਾਂ ਤੁਹਾਨੂੰ 5-7-10 ਕਿਲੋਮੀਟਰ ਉਰੇ ਪਰੇ ਨਾ ਇੱਕ ਥਾਂ ਦਿਸੂਗੀ ਜਿੱਥੇ 40-50 ਖੇਤ ਇਕੱਠੇ ਪਏ ਆ, ਝਾੜੀਆਂ ਹੋ ਗਈਆਂ। ਤਾਂ ਜੇ ਤੁਹਾਨੂੰ ਉਹਨਾਂ ਝਾੜੀਆਂ ਦੇ ਵਿੱਚ ਇੱਕ ਅੱਧਾ ਕੋਈ ਲੋਹੇ ਦਾ ਬੋਰਡ ਨਜ਼ਰ ਆਉਂਦਾ, ਪੜ੍ਹ ਨਹੀਂ ਹੁੰਦਾ ਕੁਝ ਵੀ, ਦਾਤਰ ਜਾਂ ਦਾਤੀ ਲੈ ਲੈਣੀ, ਉਹਦੇ ਨੇੜਿਓਂ ਝਾੜੀਆਂ ਝੂੜੀਆਂ ਵੱਢ ਕੇ ਦੇਖਣਾ, ਉਹਦੇ ਹੋ ਸਕਦਾ ਲਿਖਿਆ ਹੋਵੇ ਮਿੰਨੀ ਉਦਯੋਗ ਕੇਂਦਰ। ਤੇ ਹੋ ਸਕਦਾ ਕਿ ਜੇ ਤੁਸੀਂ ਬਹੁਤ ਧਿਆਨ ਨਾਲ ਪੜ੍ਹੋ, ਸ਼ਾਇਦ ਤੁਹਾਨੂੰ ਸਾਲ ਵੀ ਨਜ਼ਰ ਆ ਜਾਵੇ ਕਿ ਉਸ ਸਾਲ ਉਹ ਥਾਂ ਰੱਖਿਆ ਗਿਆ ਸੀ ਕਿ ਇੱਥੇ ਇੰਡਸਟਰੀ ਲਾਉਣੀ ਹੈ, ਜਿੱਥੇ ਸਥਾਨਕ ਲੋਕ ਕੰਮ ਕਰਿਆ ਕਰਨਗੇ, ਕਾਰੀਗਰ ਆਪਣੀ ਕਾਰੀਗਰਤਾ ਦਾ ਜਿਹੜਾ ਉਹ ਮੁਜ਼ਾਹਰਾ ਕਰਿਆ ਕਰਨਗੇ, ਇੱਥੇ ਹੀ ਕੰਮ ਕਰ ਮਿਲੂਗਾ। ਉਮਲਾ ਦਾ 80-90 ਦੇ ਦਹਾਕਿਆਂ 'ਚ, ਉਹ ਤੋਂ ਪਹਿਲਾਂ ਦੇ ਕੱਟੇ ਹੋਏ ਨੇ, ਉੱਥੇ ਹੋਇਆ ਕੁਛ ਨਹੀਂ। ਆਲੇ ਦੁਆਲੇ ਉਹ ਜਿੱਦਾਂ ਅੱਜ ਕੱਲ੍ਹ ਪਲਾਟ ਨਹੀਂ ਕੱਟਦੇ, 2-2 ਇੱਟਾਂ ਲਾ ਕੇ ਕਿ ਭਾਈ ਨਿਸ਼ਾਨਦੇਹੀ ਜੀ ਕੀਤੀ, ਇਸ ਤੋਂ ਬਾਅਦ ਕੁਛ ਨਹੀਂ। ਸੰਭਵ ਹੈਗਾ ਸਾਰਾ ਕੁਝ। ਮੈਂ ਕਹਿੰਦਾ ਚੰਗੀ ਗੱਲ ਹੋਈ ਕਿ ਜਥੇਬੰਦੀਆਂ ਮਿਲਣ ਗਈਆਂ। ਆਪਾਂ ਤਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਕਿਹਾ ਸੀ ਕਿ ਸਰਕਾਰ ਦੇ ਨੁਮਾਇੰਦੇ ਚੱਲ ਜਾਣ ਉੱਥੇ। ਮੈਂ ਗੁਰਪ੍ਰੀਤ ਸਿੰਘ ਚੰਦਬਾਜਾ ਹੋਰਾਂ ਦੇ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ, ਮੈਂ ਕਿਹਾ ਜੇ ਸਰਕਾਰ ਦੇ ਨੁਮਾਇੰਦੇ ਆ ਗਏ ਜੀ 10 ਨੂੰ ਇਕੱਠ ਰੱਖਿਆ, ਉਹ ਕਹਿੰਦੇ ਅਸੀਂ ਤਾਂ ਚਾਹੁੰਦੇ ਹਾਂ ਹੁਣ ਵੀ ਅਸੀਂ ਵਿਰੋਧ ਨਹੀਂ ਕਰਦੇ, ਅਸੀਂ ਤਾਂ ਕਹਿੰਦੇ ਡਿਸਕਸ ਕਰੀਏ ਕਿ ਭਾਈ ਆਹ ਸਮੱਸਿਆ ਸਾਨੂੰ ਲੱਗਦੀ ਹੈ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਪ੍ਰੋਜੈਕਟ ਲਾਉਣਾ, ਪਹਿਲਾਂ ਬੁੱਢੀ ਨਾਲ ਕੰਮ ਨਿਬੇੜ ਦਿਓ। ਜੇ ਉਹਨਾਂ ਨੂੰ ਤਸੱਲੀ ਹੋ ਜੂ ਨਾ ਕਿ ਨਹੀਂ ਯਾਰ ਇਹ ਨਹੀਂ ਪਾਣੀ ਪੈਣ ਦਿੰਦੇ ਮਾੜਾ ਚੰਗਾ, ਇਹ ਸਾਰਾ ਹਿਸਾਬ ਕਿਤਾਬ ਰੱਖਦੇ ਆ। ਲੋਕ ਕਿਉਂ ਵਿਰੋਧ ਕਰਨਗੇ? ਜਿਹੜੇ ਵਿਰੋਧ ਕਰਦੇ ਉਹ ਆਪ ਨੌਕਰੀਆਂ ਲੈਣਾ ਚਾਹੁੰਦੇ ਆ, ਪਰ ਪਹਿਲਾਂ ਬਹੁਤ ਕੁਝ ਲੋਕਾਂ ਨੇ ਸਹਿਣ ਕੀਤਾ, ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਹੋਏ, ਪਹਿਲਾਂ ਲੋਕਾਂ ਨੇ ਪੰਜਾਬ ਦਾ ਹਸ਼ਰ ਦੇਖਿਆ, ਜਿੱਥੇ ਜਿੱਥੇ ਫੈਕਟਰੀ ਲੱਗੀ ਆ ਪਾਣੀ ਬੁੱਲਬੁੱਲੇ ਮਾਰਦਾ ਨਹੀਂ ਨੇੜਿਓ, ਕੋਈ ਉੱਥੇ ਕਰਕੇ ਬੋਰ ਤਾਂ ਥੱਲੇ ਸਿੱਟੀ ਜਾਂਦਾ ਸਾਰਾ ਕੁਝ, ਕੋਈ ਆਲੇ ਦੁਆਲੇ ਡਰੇਨ 'ਚ ਸਿੱਟੀ ਜਾਂਦਾ। ਸੋ ਲੋਕਾਂ ਦੀਆਂ ਭਾਈ ਸਮੱਸਿਆਵਾਂ ਨੇ, ਤੇ ਸਮੱਸਿਆਵਾਂ ਨੂੰ ਹੱਲ ਕਰਨਾ ਪਊਗਾ। ਹੁਣ ਸੰਧਾਲੀਆ ਸਾਹਿਬ ਆਪਾਂ ਤੁਰਦੇ ਹਾਂ ਸਿੱਧੇ ਤੌਰ ਦੇ ਉੱਤੇ ਸਿੱਧੂ ਮੂਸੇਵਾਲੇ ਹੋਰਾਂ ਦੇ ਕੇਸ 'ਚ। ਸੰਦੀਪ ਸਿੰਘ ਨਾਂ ਦਾ ਇੱਕ ਬੰਦਾ ਫੜਿਆ ਗਿਆ ਲੁਧਿਆਣੇ ਏਰੀਆ ਦੇ ਵਿੱਚੋਂ, ਹੈਗਾ ਮਾਝੇ ਦਾ। ਕਹਿੰਦੇ ਆ ਕਿ ਇੱਕ ਬਹੁਤ ਵੱਡੇ ਲੀਡਰ ਦੇ ਪਰਿਵਾਰ ਦੇ ਵਿੱਚੋਂ ਹੈ। ਆਪਾਂ ਉਧਰਲੇ ਪਾਸੇ ਨੂੰ ਨਹੀਂ ਤੁਰਦੇ, ਕਿਉਂਕਿ ਜੇ ਇੱਕ ਬੰਦੇ ਦੀ ਗਲਤੀ ਜ਼ਰੂਰੀ ਥੋੜੀ ਦੂਜੇ ਦੀ ਵੀ ਹੈ। ਪਰ ਹੁਣ ਉਹਦਾ ਗ੍ਰਿਫਤਾਰੀ ਕਿਉਂ ਹੋਈ ਹੈ? ਗ੍ਰਿਫਤਾਰੀ ਇਸ ਕਰਕੇ ਹੋਈ ਹੈ ਜੋ ਦਾਅਵਾ ਕੀਤਾ ਗਿਆ ਕਿ ਹਥਿਆਰ ਮੁਹੱਈਆ ਕਰਾਏ ਗਏ, ਕਿ 2 ਗੈਂਗਸਟਰ ਜਿਹੜੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਲੋੜੀਂਦੇ ਨੇ, ਉਹਨਾਂ ਬੰਦਿਆਂ ਨੂੰ ਘਰੇ ਰੱਖਿਆ ਗਿਆ, ਫਿਰ ਉਹਨਾਂ ਨੂੰ ਬਠਿੰਡੇ ਤੱਕ ਅੱਪੜਦੇ ਕੀਤਾ ਗਿਆ। ਤੇ ਉਸ ਸਾਰੇ ਕੇਸ ਦੇ ਵਿੱਚ ਸੰਦੀਪ ਸਿੰਘ ਦੇ ਉੱਤੇ ਦੋਸ਼ ਹੈ ਕਿ ਉਹਨੇ ਇਹ ਸਾਰਾ ਕੁਝ ਕੀਤਾ ਕਰਾਇਆ। ਹੁਣ ਸੂਹ ਮਿਲ ਗਈ ਹੋਊਗੀ, ਬੰਦਾ ਸਰਕਾਰੀ ਨੌਕਰੀ ਕਰਦਾ ਹੈ, ਕਈ ਮਹੀਨਿਆਂ ਤੋਂ ਜਿਹੜਾ ਇੱਧਰ ਉੱਧਰ ਹੋ ਗਿਆ ਸੀ, ਤੇ ਹੁਣ ਸਟਾਫ ਵਾਲਿਆਂ ਨੇ ਚੱਕ ਲਿਆ, ਰਿਮਾਂਡ ਲੈ ਲਿਆ ਅਦਾਲਤ 'ਚ ਪੇਸ਼ ਕਰਕੇ। ਹੋਰ ਕਿਹਦਾ ਨਾਂ ਦੱਸਦਾ, ਉੱਪਰ ਤੱਕ ਗੱਲ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ? ਮੈਨੂੰ ਲੱਗਦਾ ਕਿ ਹੁਣ ਸਾਰਾ ਮਸਲਾ, ਜੇ ਇਹ ਠੀਕ ਗ੍ਰਿਫਤਾਰੀ ਹੋਈ ਹੈ ਤਾਂ ਬਹੁਤੀਆਂ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆ ਜਾਣੀਆਂ। ਨਹੀਂ, ਹੁਣ ਤਾਂ ਮੈਨੂੰ ਲੱਗਦਾ ਵੀ ਅੱਗੇ ਤੋਂ ਅੱਗੇ ਕੜੀਆਂ ਜੁੜਨ ਲੱਗ ਪਈਆਂ। ਉਹ ਸਤਬੀਰ ਜਿਹੜਾ ਬੰਦਾ ਕਹਿੰਦਾ ਸੀ ਵੀ ਹਾਂਜੀ ਇਹਨੇ ਉਹ ਫੋਰਚੂਨਰ ਜਾਂ ਉਹਦੇ ਵਿੱਚ ਬੈਗ ਬੂਕ ਦਿੱਤਾ, ਫਿਰ ਉਹਦੇ ਪਰਿਵਾਰ ਦੇ ਮੈਂਬਰ ਕਹਿੰਦੇ ਵੀ ਯਾਰ ਇਹ ਤਾਂ ਉਹਦੇ ਕਹਿਣ 'ਤੇ ਦਿੱਤਾ, ਜਿਹੜਾ ਬੰਦਾ ਹੁਣ ਗ੍ਰਿਫਤਾਰ ਕੀਤਾ ਉਹਦੇ ਨਾਲ ਵੀ ਸ਼ਾਇਦ ਜੇਲ੍ਹ ਦੇ ਵਿੱਚ ਮਾਰਕਟਾਈ ਹੋਈ ਹੈ, ਬਾਅਦ 'ਚ ਹਸਪਤਾਲ ਭਰਤੀ ਕਰਾਇਆ ਗਿਆ। ਹੁਣ ਗੱਲ ਇਹ ਆ ਵੀ ਉਹ ਕਹਿੰਦਾ ਮੈਨੂੰ ਪਤਾ ਨਹੀਂ, ਮੈਨੂੰ ਤਾਂ ਕਿਹਾ ਗਿਆ ਸੀ, ਮੈਂ ਫੜਾਤੀ ਜੀ, ਮੈਂ ਆਪਣਾ ਕੰਮ ਕਰਤਾ। ਹੁਣ ਜਿਹੜਾ ਇਹ ਬੰਦਾ ਫੜਿਆ ਗਿਆ ਇਹ ਦੱਸੂਗਾ ਵੀ ਹਾਂ ਵੀ ਮੈਨੂੰ ਕਿਹਨੇ ਕਿਹਾ ਸੀ ਜਾਂ ਮੈਂ ਕਿਉਂ ਕੀਤਾ ਸੀ। ਪਰ ਤੁਸੀਂ ਇਹ ਦੇਖੋ ਵੀ ਇਹ ਤਾਂ ਉਹ ਬੰਦੇ ਨੇ ਜਿਨ੍ਹਾਂ ਨੇ ਥੱਲੇ ਇੱਕ 2 ਰੋਲ ਨਿਭਾਏ। ਪਰ ਜਿਹੜੀ ਹੁਣ ਇਹ ਚਰਚਾ ਚੱਲੀ ਜਾਂਦੀ ਹੈ ਵੀ ਜਿਹੜਾ ਪ੍ਰੇਵਰਤ ਫੌਜੀ ਹੈ ਜੀ, ਉਹਦੀ ਇੱਕ ਫੋਨ ਦੇ ਵਿੱਚੋਂ ਰਿਕਾਰਡਿੰਗ ਮਿਲੀ ਹੈ ਵੀ ਉਹਨੂੰ ਜੋ ਕੁਝ ਕਿਹਾ ਗਿਆ ਸੀਗਾ ਉਹਦੇ ਵਿੱਚੋਂ ਸ਼ਬਦ ਵਰਤੇ ਉਹਨਾਂ ਨੇ, ਕੁਝ ਜੋ ਵੀ ਸਾਹਮਣੇ ਆ ਰਹੀ ਗੱਲ। ਬਾਕੀ ਤਾਂ ਚਲੋ ਕਲੀਅਰ ਪੁਲਿਸ ਕਰੂਗੀ ਕਿ ਹਾਂਜੀ ਹੁਣ ਆਪਾਂ ਕੱਲ੍ਹ ਹੀ ਕਰਨਾ ਕੰਮ। ਉਹ ਕਹਿੰਦੇ ਬਸ ਹੁਣ ਟਾਈਮ ਨਹੀਂ ਲਾਉਣਾ ਆਪਾਂ। ਤੇ ਫਿਰ ਉਦੋਂ ਬਾਅਦ ਉਹ ਜਦੋਂ ਕਰ ਦਿੱਤਾ ਜਾਂਦਾ, ਫਿਰ ਉਹਦੇ ਵਿੱਚ ਰਿਕਾਰਡਿੰਗ ਆਉਂਦੀ, ਫਿਰ ਉਹਦੇ 'ਚ ਵੀ ਇਹ ਸ਼ਬਦ ਵਰਤਿਆ ਜਾਂਦਾ ਵੀ ਕਰਤਾ ਹੀ ਕੰਮ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਜਿਹੜੇ ਬੰਦੇ ਕਾਬੂ ਕੀਤੇ ਗਏ ਆ ਉਹਨਾਂ ਦਾ ਲਿੰਕ ਤੇ ਉੱਥੇ ਕਿਤੇ ਨਾ ਕਿਤੇ ਜੁੜਦਾ। ਹੁਣ ਮੇਰੇ ਖਿਆਲ ਨਾਲ ਜਿੱਦਣ ਇਹ ਫਾਈਨਲ ਚਲਾਨ ਪੇਸ਼ ਹੋਊਗਾ ਉਸ ਤੋਂ ਬਾਅਦ ਇਹ ਪੁਲਿਸ ਆ ਕੇ ਕਲੈਰੀਫਾਈ ਕਰੂਗੀ ਵੀ ਆਹ ਕੇਸ ਇੱਦਾਂ ਜੁੜਦਾ, ਇਹਦੇ ਵਿੱਚ ਇਹਦਾ ਇਸ ਬੰਦੇ ਦਾ ਆਹ ਰੋਲ ਆ। ਉਦੋਂ ਹੋ ਸਕਦਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ। ਨਹੀਂ, ਸੰਭਾਵਨਾ ਹੈ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਪਠਾਨਕੋਟ ਦੇ ਨੇੜੇ ਇੱਕ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਵਿੱਚ ਇੱਕ ਬੰਦਾ ਖਾਤਾ ਖੁਲਾਉਣ ਪੁੱਜਾ,
ਗੋਲਡੀ ਬਰਾੜ ਦੇ ਨਾਂ ਦੇ ਉੱਤੇ ਕਹਿ ਲਓ। ਹੁਣ ਜਦੋਂ ਖਾਤਾ ਖੁਲਾਉਣ ਪੁੱਜਾ ਤਾਂ ਫਿਰ ਤੁਸੀਂ ਆਪੇ ਹੀ ਮੈਨੇਜਰ ਸਾਹਿਬ ਦੇ ਕੋਲ ਗਿਆ ਹੋਊਗਾ ਜੀ ਆ ਮੇਰੇ ਉਹਨਾਂ ਨੇ ਕਿਉਂਕਿ KYC ਹੁੰਦਾ ਉਹ ਕਰਨਾ ਹੁੰਦਾ ਸਾਰਾ ਕਿ ਆਧਾਰ ਕਾਰਡ ਦੇ ਨਾਲ ਸਾਰਾ ਕੁਝ ਜੋੜੀਏ ਦੇਖੀਏ ਕਿ ਖਾਤਾ। ਉਹਨੇ ਜਦੋਂ ਆਧਾਰ ਕਾਰਡ ਮੰਗਿਆ ਦੇਖਿਆ ਯਾਰ ਇਹ ਬੰਦਾ ਤੇ ਕਿਤੇ ਦੇਖਿਆ ਲੱਗਦਾ ਕਿਉਂਕਿ ਰੋਜ਼ ਤਾਂ ਫੋਟੋ ਛਪਦੀਆਂ। ਹੁਣ ਉਹ ਫੋਟੋ ਗੋਲਡੀ ਬਰਾੜ ਦੀ ਜਿਹੜੀ ਪ੍ਰਚਲਿਤ ਹੈ ਅੱਜ ਕੱਲ੍ਹ, ਉਹਨੇ ਹੌਲੀ ਦੇਣੀ ਸਟਾਫ ਵਾਲਿਆਂ ਨੂੰ ਕਿਹਾ ਕਿ ਭਾਈ ਗੱਲਾਂ ਬਾਤਾਂ ਬੰਦੇ ਨਾਲ ਕਰਦੇ ਰਹੋ। ਉੱਪਰਲੇ ਪਾਸੇ ਜਾ ਕੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਫੋਨ ਲਾਤਾ ਕਿ ਕੋਈ ਬੰਦਾ ਇੱਦਾਂ ਆਇਆ ਤੇ ਮੈਨੂੰ ਫੋਟੋ ਜਿਹੜੀ ਆਧਾਰ ਕਾਰਡ ਦੇ ਉੱਤੇ ਉਹਦੀ ਲੱਗਦੀ ਹੈ। ਉਹ ਜਦੋਂ ਸਾਰੇ ਸਟਾਫ ਕਦੀ ਆ ਕੇ ਚਾਹ ਪੀਓਗੇ ਜੀ ਅੱਛਾ ਕਾਗਜ਼ ਦਿਓ ਜਾਣੀ 15-20 ਮਿੰਟ ਪੁਲਿਸ ਨੂੰ ਆਉਣ ਨੂੰ ਲੱਗਣੇ ਸੀ। ਉਹਨੇ ਜਦੋਂ ਦੇਖਿਆ ਯਾਰ ਪਹਿਲਾਂ ਤਾਂ ਆਰਾਮ ਨਾਲ ਬੈਠੇ ਸੀ ਹੁਣ ਸਾਰਾ ਟੱਬਰ ਆਲੇ ਦੁਆਲੇ ਹੋਏ ਉਹ ਹੌਲੀ ਦਿਨ ਵਾਸ਼ਰੂਮ ਜਾਣਾ ਇੱਧਰ ਨੂੰ ਜਾਣਾ ਮਾੜਾ ਜਿਹਾ ਉੱਠ ਕੇ ਉਹਨੇ ਗੇਟ ਦੇ ਵਿੱਚ ਦੀ ਯੂੰ ਸ਼ੂਟ ਵੱਟੀ। ਹੁਣ ਕਿਉਂਕਿ ਬੈਂਕਾਂ ਦੇ ਵਿੱਚ ਕੈਮਰੇ ਲੱਗੇ ਹੁੰਦੇ CCTV, ਹੁਣ ਉਸ ਬੰਦੇ ਦੀ ਫੋਟੋ ਵੀ ਸਾਹਮਣੇ ਆ ਗਈ। ਜਿਹੜੀ ਕਾਰ ਦੇ ਵਿੱਚ ਆਇਆ ਉਹ ਹਰਿਆਣਾ ਨੰਬਰ ਦੱਸਦਾ ਆਪਣੇ ਆਪ ਨੂੰ ਰਾਜਸਥਾਨ ਦਾ ਸੀ ਜਿਹੜਾ ਕਾਰਡ ਜਿਹਾ ਦਿੱਤਾ। ਹੁਣ ਬੰਦਾ ਰਾਜਸਥਾਨ ਦਾ, ਕਾਰ ਹਰਿਆਣਾ ਨੰਬਰ ਦੀ, ਕਾਰ ਵੀ ਕਹਿੰਦੇ ਮਹਿੰਗੇ ਭਾਅ ਦੀ। ਉਹ ਗੋਲਡੀ ਬਰਾੜ ਦੇ ਨਾਂ ਦੇ ਉੱਤੇ ਜੇ ਖਾਤਾ ਖਿਲਾਉਣ ਆਇਆ ਇਹਦਾ ਮਤਲਬ ਜੇ ਖੁੱਲ੍ਹ ਜਾਂਦਾ, ਮੈਨੇਜਰ ਸਾਹਿਬ ਚਲੋ ਅਖਬਾਰ ਪੜ੍ਹਦੇ ਹੋਣਗੇ TV ਦੇਖਦੇ ਹੋਣਗੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫੋਨ ਕਰਤਾ। ਜੇ ਖਾਤਾ ਖੁੱਲ੍ਹ ਜਾਂਦਾ ਭੜਕ ਨੂੰ ਗੱਲ ਬਾਹਰਲੇ ਪਾਸੇ ਆ ਜਾਂਦੀ, ਹੋ ਸਕਦਾ ਕਿ ਜਾਂਚ ਪੜਤਾਲ ਦੀ ਦਿਸ਼ਾ ਹੀ ਮੁੜ ਜਾਂਦੀ ਕਿ ਬੰਦਾ ਭਾਈ ਬਾਹਰ ਹੈ ਕਿ ਅੰਦਰਲੇ ਪਾਸੇ ਹੈ। ਹੁਣ ਉਧਰ ਵੀ ਜਿਹੜਾ ਉਹ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਮੈਂ ਤੇ ਇਹ ਸੋਚਦਾ ਵੀ ਕਿੱਥੋਂ ਤੱਕ ਲੋਕ ਸਕੀਮਾਂ ਲਾਉਂਦੇ ਉਹ ਤੇ ਚਲੋ ਹੁਣ ਜਦੋਂ ਪੁਲਿਸ ਉਹ ਬੰਦਾ ਕਾਬੂ ਕਰੂਗੀ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਅਸਲ 'ਚ ਉਹਦਾ ਲਿੰਕ ਸੀਗਾ ਜਾਂ ਉਹਨੇ ਵੇਖਿਆ ਵੀ ਯਾਰ ਆਹ ਵਾਹਵਾ ਰੌਲਾ ਰੱਪਾ ਜਿਹਾ ਪਿਆ। ਆਪਾਂ ਪਿਛਲੇ ਦਿਨ ਇਹ ਵੀ ਤੇ ਦੇਖਦੇ ਨੇ ਇੱਕ ਜਦੋਂ ਆ ਜਿਹੜੀਆਂ ਮਨਰੇਗਾ ਵਾਲੀ ਹੁੰਦੀ ਜੀ ਮਨਰੇਗਾ ਵਾਲੀ ਇੱਕ ਲਿਸਟ ਜੀ ਨਹੀਂ ਜਾਰੀ ਹੋਈ ਸੀ RTI ਦੀ ਪਤਾ ਨਹੀਂ ਕਿਹੜੀ ਸਟੇਟ ਦੇ ਵਿੱਚ ਤੇ ਉੱਥੇ ਅਮਿਤਾਭ ਬੱਚਨ ਹੋਰਾਂ ਨੂੰ ਪੈਸੇ ਪਾਏ ਸੀ, ਸਲਮਾਨ ਖਾਨ ਦੇ ਨਾਂ ਤੇ ਪੈਸੇ ਪਾਏ। ਉਹ ਬੰਦਾ ਸੋਚਦਾ ਯਾਰ ਮਨਰੇਗਾ ਦੇ ਵਿੱਚ ਅਮਿਤਾਭ ਬੱਚਨ ਨੂੰ ਨਹੀਂ ਕਿੱਦਾਂ ਪੈਸੇ ਲੈ ਗਏ। ਮਤਲਬ ਕਹਿਣ ਤੋਂ ਇਹ ਵੀ ਜਿਹੜਾ ਵੀ ਬੰਦਾ ਉਹ ਤੋਂ ਮੌਕੇ ਤੇ ਉਹਦੇ ਆਸੇ-ਪਾਸੇ ਹੁੰਦਾ ਵੀ ਇਹਦੀ ਫੋਟੋ ਚੁੱਕੀ ਜਾਂਦੀ ਆ, ਨਾ ਵਰਤਿਆ ਜਾਂਦਾ ਵੀ ਆਪਾਂ ਆਪਣਾ ਜਿਹੜਾ ਕੰਮ ਕਰਨਾ। ਹੁਣ ਇਹ ਪੁਲਿਸ ਕਲੀਅਰ ਕਰੂਗੀ ਵੀ ਉਹਨੇ ਇਸ ਹਿਸਾਬ ਨਾਲ ਚੁੱਕ ਲਿਆ ਵੀ ਚੱਲ ਯਾਰ ਆਹ ਫੋਟੋ ਲਾ ਲੈਂਦੇ ਆ, ਨਾ ਲਾ ਲੈਂਦੇ ਆ, ਜਾਂ ਫਿਰ ਵਾਕਿਆ ਉਹਦਾ ਕੋਈ ਨਾ ਕੋਈ ਲਿੰਕ ਹੈਗਾ। ਨਹੀਂ ਜ਼ਰੂਰੀ ਹੈ ਜੀ। ਉਧਰ ਬਲਕੌਰ ਸਿੰਘ ਹੋਰੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਉਹ ਇੱਕ ਵਾਰ ਫਿਰ ਕਿਉਂਕਿ ਹੁਣ ਤਾਂ ਦਰਦ ਹੈ ਜੀ ਉਹਨਾਂ ਦੇ ਪੱਲੇ, ਉਹਨਾਂ ਨੇ ਫਿਰ ਕਿਹਾ ਕਹਿੰਦੇ ਯਾਰ ਬੂਟੇ ਲਾਓ ਵੀ ਮੈਂ ਵੀ ਉਹਨਾਂ ਨੇ ਵੀ ਬੂਟਾ ਲਾਇਆ ਆਪਣੇ ਪੁੱਤ ਦੀ ਯਾਦ ਦੇ ਵਿੱਚ ਨਾ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਨਾਲ ਉਹਨਾਂ ਨੇ ਕਿਹਾ ਉਹ ਕਹਿੰਦੇ ਜੀ 2-3 ਬੰਦੇ ਅਜੇ ਤੱਕ ਨਹੀਂ ਫੜ ਹੋਏ, 40 ਦਿਨ ਹੋ ਗਏ ਆ ਸਿੱਧੂ ਮੂਸੇਵਾਲੇ ਦੀ ਮੌਤ ਨੂੰ, ਵੀ ਉਹ ਤਾਂ ਨਹੀਂ ਫੜੇ ਜਾ ਰਹੇ ਵੀ ਇੱਕ ਹੋਰ ਵਾਰਦਾਤ ਕਰ ਦੇਣ, ਕਿਸੇ ਹੋਰ ਦਾ ਨੁਕਸਾਨ ਕਰ ਦੇਣ। ਫਿਰ ਉਹਨਾਂ ਨੇ ਕੁਝ ਬੇਨਤੀਆਂ ਕੀਤੀਆਂ, ਕਹਿੰਦੇ ਜੀ ਜਦੋਂ ਕੇਸ ਦੀ ਹੁਣ ਪੈਰਵਾਈ ਚੱਲਦੀ ਆ ਨਾ ਉੱਥੇ ਵੀ ਕੁਝ ਬੰਦੇ ਮਿਲੇ। ਉਹਨਾਂ ਨੇ ਕਿਹਾ ਕਿ ਭਾਈ ਗੱਲ ਕਿਹੜੀ ਕਰਦੇ ਹੋ, ਅਸੀਂ ਇੱਕ ਹਾਕ ਮਾਰੀਏ 10 ਮੁੰਡੇ ਹੋਰ ਤਿਆਰ ਹੋ ਜਾਣਗੇ ਇਦਾਂ ਦਾ ਕੰਮ ਕਰਦੇ ਨੂੰ। ਉਹ ਕਹਿੰਦੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਇਹ ਤੁਹਾਨੂੰ ਝਾਂਸਾ ਦੇਣਗੇ ਕਿ ਤੁਹਾਨੂੰ ਬਾਹਰ ਭੇਜ ਦਿਆਂਗੇ ਵਿਦੇਸ਼, ਇੱਕ ਕੰਮ ਕਰ ਦਿਓ ਸਾਡਾ, ਪੈਸਿਆਂ ਦਾ ਲਾਲਚ ਦੇਣਗੇ, ਨਾ ਕਰੋ ਇਦਾਂ। ਕਹਿੰਦੇ ਨਾ ਕਿਸੇ ਨੂੰ ਘਰ ਰੱਖੋ, ਨਾ ਕਿਸੇ ਨੂੰ ਹਥਿਆਰ ਦਿਓ, ਕਿ ਇਹਨਾਂ ਦਾ ਸਾਥ ਨਾ ਦਿਓ, ਇਹ ਪੰਜਾਬ ਨੂੰ ਉਜਾੜੇ ਦੇ ਰਾਹ ਪਾ ਰਿਹਾ। ਤੇ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਉਹ ਕਹਿੰਦੇ ਜੀ ਦੇਖੋ ਇੰਟੈਲੀਜੈਂਸ ਫੇਲ ਹੋ ਗਈ, ਮੇਰੇ ਘਰ ਦੇ ਨੇੜੇ ਹੀ ਰਹੀ ਜਾਂਦੇ ਸੀ ਇਹ ਬੰਦੇ ਸੂਹ ਲੈਣ ਨੂੰ, ਰੇਕੀ ਕਰਨ ਨੂੰ, ਇੰਟੈਲੀਜੈਂਸ ਮੈਨੂੰ ਦੱਸ ਹੀ ਨਹੀਂ ਸਕੀ ਤਾਂ ਮੈਂ ਪੁੱਤ ਗਵਾ ਲਿਆ। ਹੁਣ ਜਦੋਂ ਉਹ ਕਹਿੰਦੇ ਆ ਜੀ ਕਿ ਪੈਰਵਾਈ ਕਰਦੇ ਆ ਕੇਸ ਦੀ, ਉੱਥੋਂ ਵੀ ਬੰਦੇ ਸੁਨੇਹੇ ਘੱਲਦੇ ਆ ਕਿ ਸਾਡੇ ਕਹਿਣ ਤੇ ਮੁੰਡੇ ਉੱਠ ਪੈਣਗੇ ਬਹੁਤ ਹੋਰ ਕੰਮ ਕਰਨ ਨੂੰ। ਇਹਦਾ ਮਤਲਬ ਉਹ ਕਹਿੰਦੇ ਜੀ ਜੇ ਬਹੁਤ ਸਾਰਾ ਕੰਮ ਕਰਨ ਵਾਲਾ ਬਾਕੀ ਆ, ਭਾਈ ਪਿਓ ਆ ਦਰਦ ਤਾਂ ਹੋਣਾ ਹੀ ਉਹਨੂੰ। ਇਹ ਤਾਂ ਗੱਲ ਹੈਗੀ। ਦੇਖੋ ਬੇਰੁਜ਼ਗਾਰੀ ਜਿਹੜੀ ਹੈ ਨਾ, ਮੇਰਾ ਖਿਆਲ ਇਹ ਬੜੀ ਦੇਰ ਤੋਂ ਮਸਲਾ ਚੱਲਦਾ ਸੀ ਵੀ ਜਦੋਂ ਬੰਦਾ ਬੇਰੁਜ਼ਗਾਰ ਹੁੰਦਾ ਉਹਨੂੰ ਕੋਈ ਕੰਮ ਕਾਰ ਚਾਹੀਦਾ ਹੁੰਦਾ, ਤੇ ਉਹ ਇੱਕ ਇੱਦਾਂ ਦਾ ਬੰਬ ਹੈ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਚਲਾ ਲਓ, ਹੈ ਨਾ। ਕਿਉਂਕਿ ਹੁਣ ਜਿਹਨੂੰ ਅਗਲੇ ਨੂੰ ਲੱਗਦਾ ਵੀ ਯਾਰ ਮੈਂ ਵਿਹਲਾ ਵੀ ਦਵਾਈਦਾ ਫਿਰਦਾ, ਮੈਂ ਕਿਤੇ ਕੰਮ ਆ ਜਾ, ਤੇ ਅਗਲੇ ਨੇ ਉਹਨੂੰ ਮੈਨੂਪਲੇਟ ਹੀ ਇੱਦਾਂ ਕਰਨਾ ਵੀ ਕੁਛ ਵੀ ਨਹੀਂ, ਗੱਲ ਹੀ ਕੋਈ ਨਹੀਂ, ਇੱਥੋਂ ਤੂੰ ਚੁੱਕ ਕੇ ਸੌਦਾ ਉੱਥੇ ਫੜਾਉਣਾ ਹੀ, ਉਦੋਂ ਬਾਅਦ ਤੇਰਾ ਆਹ ਕੰਮ ਹੋ ਜਾਣਾ, ਤੂੰ ਮੁੜ ਕੇ ਕੱਲ੍ਹ ਨੂੰ ਕਰੀ ਭਾਵੇਂ ਨਾ ਕਰੀ। ਅਗਲਾ ਸੋਚ ਹੀ ਲੈਂਦਾ ਵੀ ਅੱਛਾ ਯਾਰ ਇੰਨੇ ਕੰਮ ਦੇ ਇੰਨੇ ਪੈਸੇ ਮਿਲ ਜਾਣੇ, ਚੱਲ ਕਰ ਲੈਂਦੇ ਹਾਂ। ਮੈਂ ਕਿਹੜਾ ਵੀ ਪੱਕਾ ਹੀ ਲੱਗ ਪੈਣ ਲੱਗਾ, ਇੱਕ ਕੰਮ ਹੀ ਕਰਨਾ। ਉਹ ਇੱਕ ਕੰਮ ਤੋਂ ਸ਼ੁਰੂਆਤ ਕਰਦਾ ਬੰਦਾ ਤੇ ਹੌਲੀ ਹੌਲੀ ਫਿਰ ਉਸ ਪਾਸੇ ਗਲਤਾਨ ਹੋ ਜਾਂਦਾ। ਮੈਨੂੰ ਲੱਗਦਾ ਵੀ ਹੁਣ ਇਸ ਚੀਜ਼ ਨੂੰ ਨੱਥ ਪਾਉਣ ਦਾ ਕਰਕੇ ਨਵੇਂ ਜਿਹੜੇ DGP ਸਾਹਿਬ ਜੀ ਗੌਰਵ ਯਾਦਵ ਸਾਹਿਬ, ਉਹਨਾਂ ਨੇ ਮੁਹਿੰਮ ਚਲਾਈ ਆ। ਉਹ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਮਤਲਬ ਉੱਪਰ ਤੋਂ ਲੈ ਕੇ ਤੇ ਹੇਠਲੇ ਪੱਧਰ ਤੱਕ, ਮਤਲਬ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਤੋਂ ਲੈ ਕੇ ਤੇ DGP ਸਾਹਿਬ ਇੱਕ ਦਿਨ ਪੂਰੇ ਦਿਨ ਪੰਜਾਬ ਦੇ ਵਿੱਚ ਗਲੀਆਂ ਮੁਹੱਲਿਆਂ ਸੜਕਾਂ ਦੇ ਵਿੱਚ ਜਾ ਕੇ ਛਾਪੇ ਮਾਰਨ। ਤੇ ਉਸ ਤੋਂ ਬਾਅਦ ਜਦੋਂ ਪੁੱਛਿਆ ਗਿਆ ਵੀ ਇੱਦਾਂ ਕਿਉਂ, ਉਹ ਕਹਿੰਦੇ ਬਸ ਇਸੇ ਕਰਕੇ ਵੀ ਇੱਕ ਤਾਂ ਇਹੋ ਜਿਹੜੇ ਤੱਤ ਨੇ ਉਹਨਾਂ ਦਾ ਪਤਾ ਲੱਗੇ, ਇੱਕੇ ਦਮ ਲੱਗੇ ਵੀ ਹਾਂ ਜੀ ਇੱਥੇ ਵੀ ਛਾਪਾ, ਇੱਥੇ ਵੀ ਛਾਪਾ, ਇੱਥੇ ਵੀ ਛਾਪਾ, ਤੇ ਦੂਸਰਾ ਲੋਕਾਂ ਨੂੰ ਥੋੜ੍ਹਾ ਜਿਹਾ ਲੱਗੇ ਵੀ ਨਹੀਂ ਯਾਰ ਅਸੀਂ ਹੈਗੇ ਹਾਂ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ, ਜਿੰਨਾ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਉਂਗਲਾਂ ਉੱਠ ਰਹੀਆਂ ਨੇ ਨਾ, DGP ਸਾਹਿਬ ਨੂੰ ਕਰਨਾ ਪੈਣਾ। ਹਾਲਾਂਕਿ ਉਹ ਕਾਰਜਕਾਰੀ DGP ਨੇ, ਪਰ ਚੰਗਾ ਇੱਕੋ ਦਿਨ ਮੁਹਿੰਮ ਚਲਾਈ, 3 ਘੰਟੇ ਤਾਂ ਆਪ ਖਰੜ ਬਨੂੜ ਦੇ ਨੇੜੇ ਤੇੜੇ ਰਹੇ, ਆਪ ਚੈਕਿੰਗ ਕੀਤੀ ਆ, ਪੁੱਛਗਿੱਛ ਕੀਤੀ ਆ। ਕੁਝ ਸ਼ੱਕੀ ਬੰਦੇ ਦੱਸਿਆ ਜਾਂਦਾ ਕਿ ਪੰਜਾਬ ਭਰ ਦੇ ਵਿੱਚੋਂ ਹਿਰਾਸਤ ਲੈ ਬੰਦੇ ਤਾਂ ਆ ਜਾਣੇ ਕਾਬੂ। ਤੁਸੀਂ ਦੇਖੋ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ,
ਹਥਿਆਰ ਸੜਕਾਂ ਤੇ ਤੁਰੇ ਫਿਰਦੇ ਸੀ ਪਹਿਲਾਂ 20 ਤੇ ਕਤਲ ਤੋਂ ਬਾਅਦ 20। ਤਾਂ ਜੇ ਚੈਕਿੰਗ ਚੁਕਿੰਗ ਹੋਈ ਸੀ ਕੋਈ ਨਾ ਕੋਈ ਬੰਦਾ ਅੜ ਕੇ ਆ ਜਾਣਾ, ਇੱਕ ਅੜ ਕੇ ਆ ਗਿਆ ਗਾਂ ਤੋਂ ਗਾਂ ਗੱਲ ਕਿਤੇ ਦੀ ਕਿਤੇ ਜਿਹੜੀ ਉਹ ਤੁਰੀ ਜਾਣੀ ਆ। ਤੇ ਜੇ ਇਦਾਂ ਕਰੀ ਜਾਣਗੇ ਮੈਨੂੰ ਲੱਗਦਾ ਕੋਈ ਨਾ ਕੋਈ ਰਿਜ਼ਲਟ ਨਿਕਲ ਆਉਣਾ। ਉਹਨਾਂ ਨੇ ਕਿਹਾ ਜਾਂ ਪੰਜਾਬ ਛੱਡ ਦਿਓ ਜਿਹੜਾ ਬੰਦਾ ਅਪਰਾਧੀ ਹੈ, ਜਾਂ ਅੰਜਾਮ ਭੁਗਤਣ ਦੇ ਲਈ ਤਿਆਰ ਰਹੋ। ਪੰਜਾਬ ਕਾਹਨੂੰ ਛਡਾਉਣਾ, ਕਿਤੇ ਹੋਰ ਜਾ ਕੇ ਤੰਗੀ ਦੇਣਗੇ ਕਿਸੇ ਨੂੰ। ਇਦਾਂ ਦੇ ਬੰਦੇ ਤਾਂ ਅੰਦਰ ਹੀ ਚੰਗੇ ਨੇ। ਬਾਕੀ ਸੰਧਾਲੀਆ ਸਾਹਿਬ, ਰਾਜਾ ਵੜਿੰਗ ਸਾਹਿਬ ਦੀ ਥੋੜੀ ਜਿਹੀ ਚਰਚਾ ਆਪਾਂ ਕਰਨੀ ਆ। ਮੋਹਾਲੀ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਉਹਨਾਂ ਨੇ ਕੱਢੇ ਸੀ ਪਾਰਟੀ ਚੋਂ। ਹੁਣ ਆਪਾਂ ਇਹ ਵੀ ਕਿਹਾ ਸੀ ਕਿ ਭਾਈ ਰੌਲਾ ਰੱਪਾ ਪੈ ਜਾਣਾ ਹੀ, ਬਹੁਤੇ ਕੌਂਸਲਰ ਜਿਹੜੇ ਆ ਉਹ ਬਲਵੀਰ ਸਿੰਘ ਸਿੱਧੂ ਭਾਜਪਾ ਚਲੇ ਗਏ ਆ, ਉਧਰ ਤੁਰੇ ਫਿਰਦੇ ਆ। ਹੁਣ ਉਹ ਜਿਹੜੇ ਬੰਦੇ ਕੱਢੇ ਸੀ ਉਹਨਾਂ ਦੇ ਵਿੱਚੋਂ ਦੋ ਨੇ ਆਣ ਕੇ ਕਿਹਾ, ਕਹਿੰਦੇ ਕਮਾਲ ਹੋ ਗਈ ਆ, ਤਾਨਾਸ਼ਾਹੀ ਆ ਰਾਜਾ ਵੜਿੰਗ ਦੀ, ਪ੍ਰਧਾਨ ਹੀ ਬਣਿਆ, ਬੜੇ ਪ੍ਰਧਾਨ ਆਏ ਆ, ਅਸੀਂ ਕਾਂਗਰਸ ਪਾਰਟੀ ਦੇ ਵਰਕਰ ਆ, ਕਾਂਗਰਸ ਦੇ ਰਹਾਂਗੇ, ਆਪ ਬਹੁਤਰੇ ਫੈਸਲੇ ਇਹਨਾਂ ਨੇ ਕਾਂਗਰਸ ਪਾਰਟੀ ਖਤਮ ਕਰਾ ਲੈਣੀ। ਰਾਜਾ ਵੜਿੰਗ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਜੀ ਦੇਖੋ, ਕਹਿੰਦੇ ਜੀ ਜੇ ਇਹਨੂੰ ਕੋਈ ਬੰਦਾ ਤਾਨਾਸ਼ਾਹੀ ਕਹਿੰਦਾ ਤਾਂ ਫਿਰ ਮੈਂ ਤਾਨਾਸ਼ਾਹੀ ਕਰਨੀ ਹੈ। ਪੁੱਛਿਆ ਜੀ ਕਿੱਦਾਂ, ਉਹ ਬੰਦੇ ਐਂ ਕਹਿੰਦੇ ਆ, ਲੋਕਾਂ ਦੇ ਚੁਣੇ ਨੁਮਾਇੰਦੇ ਆ। ਉਹ ਕਹਿੰਦੇ ਜੀ ਇੱਕ ਦਿਨ ਟੈਲੀਫੋਨ ਕੀਤਾ, ਇਹ ਕਹਿੰਦੇ ਜੀ ਆਵਾਂਗੇ, ਆਏ ਨਹੀਂ। ਫਿਰ ਮੀਟਿੰਗ ਰੱਖੀ, ਫਿਰ ਟੈਲੀਫੋਨ ਕੀਤਾ, ਕਹਿੰਦੇ ਆਵਾਂਗੇ, ਮੀਟਿੰਗ 'ਚ ਨਹੀਂ ਆਏ। ਕਹਿੰਦੇ ਉਹ ਵੀ ਕੋਈ ਨਹੀਂ। ਇਸ ਪਾਰਟੀ ਵਾਲੀ ਮੀਟਿੰਗ ਦੇ ਵਿੱਚ ਉਹ ਕਹਿੰਦੇ ਆਉਂਦੇ ਨਹੀਂ। ਫੋਟੋ ਛਪਦੀਆਂ ਬਲਵੀਰ ਸਿੰਘ ਸਿੱਧੂ ਦੇ ਨਾਲ ਕਿ ਭਾਈ ਉਹਨਾਂ ਦੇ ਘਰ ਮੀਟਿੰਗ ਕੀਤੀ ਹੈ ਤੇ ਬਲਵੀਰ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ। ਫਿਰ ਕਹਿੰਦੇ ਜਿਹੜਾ ਬੰਦਾ ਪਾਰਟੀ ਦੀ ਮੀਟਿੰਗ 'ਚ ਆਉਂਦਾ ਨਹੀਂ, ਵਿਰੋਧੀ ਪਾਰਟੀ ਦੇ ਲੀਡਰ ਦੇ ਘਰੇ ਜਾ ਕੇ ਮੀਟਿੰਗਾਂ ਕਰਦਾ ਤੇ ਪਬਲਿਕਲੀ ਉਹਦੀਆਂ ਫੋਟੋ ਛਪਾਉਂਦਾ, ਉਹਨੂੰ ਫਿਰ ਹੁਣ ਪਾਰਟੀ 'ਚ ਬਿਠਾ ਕੇ ਕੁਰਸੀ ਦੇ ਉੱਤੇ ਟੇਬਲ ਦੇ ਮੂਹਰੇ ਰੱਖ ਕੇ ਪਨੀਰ ਵਾਲੇ ਪਕੌੜੇ ਤਾਂ ਕਹਿੰਦੇ ਅਸੀਂ ਖਵਾਉਣੇ ਨਹੀਂ। ਜਿਹੜਾ ਬੰਦਾ ਵੀ ਪਾਰਟੀ ਦੇ ਲਾਈਨ ਤੋਂ ਇੱਧਰ ਉੱਧਰ ਹੋਊਗਾ ਉਹਦੇ ਨਾਲ ਤਾਂ ਕਹਿੰਦੇ ਆਹ ਕੁਛ ਹੀ ਹੋਣਾ। ਦੇਖੋ ਗੱਲ ਇਹ ਆ, ਰਾਜਾ ਵੜਿੰਗ ਸਾਹਿਬ ਵਧੀਆ ਲੀਡਰ ਨੇ, ਨੌਜਵਾਨ ਨੇ, ਠੀਕ ਹੈ, ਤੇਜ਼ ਤਰਾਰ ਨੇ, ਆਹਾ, ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਬਿਆਨ ਬਹੁਤਾ ਸਖਤ ਨਹੀਂ ਦੇਣਾ ਚਾਹੀਦਾ, ਕਿਉਂਕਿ ਸਮੇਂ ਦਾ ਕੁਝ ਪਤਾ ਲੱਗਦਾ ਵੀਰ ਜੀ। ਕਿਵੇਂ? ਜਾਖੜ ਸਾਹਿਬ ਕਿੰਨਾ ਚਿਰ ਪ੍ਰਧਾਨ ਰਹੇ ਆ, ਅੱਜ ਕੱਲ੍ਹ ਕਿੱਥੇ ਨੇ ਉਹ? ਉਦੋਂ ਪਹਿਲਾਂ ਪ੍ਰਧਾਨ ਵੀ ਰਹੇ ਕੈਪਟਨ ਸਾਹਿਬ ਤੇ ਮੁੱਖ ਮੰਤਰੀ ਵੀ ਰਹੇ, ਅੱਜ ਕੱਲ੍ਹ ਉਹ ਕਿੱਥੇ ਨੇ? ਸਿੱਧੂ ਸਾਹਿਬ ਜਿਹਨਾਂ ਦੀ ਉਹ ਗੱਲ ਕਰਦੇ ਨੇ, ਉਹ 4.5 ਸਾਲ ਮੰਤਰੀ ਕਿਹਨਾਂ ਦੇ ਸੀਗੇ, ਕਿੱਧਰੋਂ ਸੀਗੇ, ਉਹ ਵੀ ਇਹਨਾਂ ਨੂੰ ਪਤਾ ਹੀ ਕੁਛ ਪਤਾ ਲੱਗਦਾ। ਮੈਂ ਤਾਂ ਕਿਹਾ ਕਿ ਮਤਲਬ ਕੱਲ੍ਹ ਨੂੰ ਮੁੜ ਕੇ ਮੈਂ ਵਡੇਰੇ ਹਿੱਤਾਂ ਦੇ ਲਈ ਕਿਸੇ ਪਾਸੇ ਚਲੇ ਜਾਵਾਂ ਤੇ ਫਿਰ ਬਾਅਦ ਦੇ ਵਿੱਚ ਕਿਸੇ ਵੇਲੇ ਬਿਆਨ ਲੋਕ ਸੋਸ਼ਲ ਮੀਡੀਆ ਤੇ ਦੂਜਾ ਚਲਾਈ ਜਾਂਦੇ ਹੁੰਦੇ, ਮੈਂ ਤਾਂ ਕਿਹਾ। ਤੁਹਾਡੇ ਕਹਿਣ ਦਾ ਭਾਵ ਆ ਕਿ ਪਹਿਲਾਂ ਸਿੱਧੂ ਸਾਹਿਬ ਹੋਰ ਪਾਸੇ ਜਾਂਦੇ ਸੀ, ਜਿਹੜੇ ਦੂਜੇ ਪਾਸੇ ਚੰਨੀ ਸਾਹਿਬ ਹੋਰ ਪਾਸੇ ਜਾਂਦੇ ਸੀ, ਕੈਪਟਨ ਸਾਹਿਬ ਹੋਰ ਪਾਸੇ ਜਾਂਦੇ ਸੀ, ਸਿੱਧੂ ਸਾਹਿਬ ਹੋਰ ਪਾਸੇ ਜਾਂਦੇ ਸੀ, ਯਾਨੀ ਕਿ ਉਹ ਠੀਕ ਸੀ ਨਾ? ਨਹੀਂ, ਮੈਂ ਨਹੀਂ ਗੱਲ ਕਰਦਾ, ਮੈਂ ਤਾਂ ਸਿਰਫ ਮੈਂ ਅੱਜ ਜਵਾਬ ਲੈ ਕੇ ਜਾਣ ਦੇਣਾ। ਕੁਛ ਨਹੀਂ ਪਤਾ ਲੱਗਦਾ ਵੀ ਕੌਣ ਕਿੱਥੇ ਕਿਧਰ ਨੂੰ। ਹੁਣ ਦੇਖੋ ਇਹਨਾਂ ਦਾ ਲੀਡਰ ਸੀ ਬੰਦਾ ਆਸ਼ੂ ਬੰਗੜ, ਹੈ ਆਸ਼ੂ ਬੰਗੜ ਹੋਣੀ ਆਮ ਆਦਮੀ ਪਾਰਟੀ ਦੇ ਲੀਡਰ ਸੀ, ਕਾਂਗਰਸ ਦੇ ਹੈ। ਮੈਂ ਉਹੀ ਕਹਿਣ ਲੱਗਾ, ਆਸ਼ੂ ਬੰਗੜ ਹੋਣੀ ਆਮ ਆਦਮੀ ਪਾਰਟੀ ਦੀ ਟਿਕਟ ਲਈ ਸੀਗੀ ਬੰਦੇ ਕੋਲੇ ਉਦੋਂ, ਤੇ ਲੋਕਾਂ ਨੇ ਐਲਾਨ ਕਰਦਾ ਵੀ ਫਲਾਨੇ ਥਾਂ ਤੋਂ ਭਾਈ ਸਾਹਿਬ ਆਸ਼ੂ ਬੰਗੜ ਹੋਣੀ ਆਮ ਆਦਮੀ ਪਾਰਟੀ ਦੀ ਉਮੀਦਵਾਰ। ਨਾਲ ਹੀ ਅਗਲੇ ਦਿਨ ਆ ਗਈ ਖਬਰ, ਉਹ ਕਹਿੰਦੇ ਨਹੀਂ ਉਹ ਉਮੀਦਵਾਰ ਹੀ ਭਾਈ ਸਾਹਿਬ ਕਾਂਗਰਸ ਪਾਰਟੀ 'ਚ। ਮਤਲਬ ਜੀ ਇਸ ਲੈਵਲ ਤੱਕ ਦੀ ਵੀ ਮੰਨ ਲਓ ਚੇਂਜ ਹੋ ਸਕਦੀ ਹੈ ਤੇ ਫਿਰ ਕੁਝ ਵੀ ਹੋ ਸਕਦਾ। ਮੈਨੂੰ ਨਾ ਜਿਹੜੇ ਬੰਦੇ ਦੀ ਪਹੁੰਚ ਹੁੰਦੀ ਹੈ ਸੰਧਾਲੀਆ ਸਾਹਿਬ, ਮੰਨ ਲਓ ਕਿ ਸਕੂਲ ਦੇ ਵਿੱਚ ਇੱਕ ਪੰਜਾਬੀ ਟੀਚਰ ਦੀ ਪੋਸਟ ਹੈ ਜਾਂ ਸਾਇੰਸ ਟੀਚਰ ਦੀ ਪੋਸਟ ਹੈ, ਜਾਣੀ ਉੱਥੇ ਇੱਕ ਬੰਦਾ ਕੰਮ, ਤੁਹਾਡੇ ਵਰਗਾ ਬੰਦਾ, ਤੁਸੀਂ ਉੱਥੇ ਕੰਮ ਕਰਦੇ ਹੋ, ਮੰਨ ਲਓ ਤੁਸੀਂ ਹੋਰ ਕਿਤੇ ਬਦਲੀ ਕਰਾਉਣਾ ਚਾਹੁੰਦੇ ਹੋ ਤੇ ਉੱਥੇ ਪੋਸਟ ਨਹੀਂ ਖਾਲੀ, ਤੁਹਾਡੇ ਵਰਗੇ ਪਹੁੰਚ ਵਾਲੇ ਬੰਦੇ ਸਮੇਤ ਪੋਸਟ ਬਦਲੀ ਕਰਾ ਲੈਂਦੇ ਹੁੰਦੇ ਆ। ਆਹਾ, ਇਦਾਂ ਹੀ ਆਸ਼ੂ ਸਾਹਿਬ ਕੋਲ ਉਮੀਦਵਾਰੀ ਸੀਗੀ, ਉਹ ਆਮ ਆਦਮੀ ਪਾਰਟੀ ਛੱਡ ਕੇ ਸਮੇਤ ਉਮੀਦਵਾਰੀ ਕਾਂਗਰਸ 'ਚ ਗਿਆ, ਉਹਨੂੰ ਟਿਕਟ ਵੀ ਦਿੱਤੀ। ਵੱਖਰੀ ਗੱਲ ਹੈ ਵੋਟਾਂ 20,000 ਹੀ ਪਈਆਂ, 20,000 ਪਈਆਂ। ਹੁਣ ਤਾਂ ਕਹਿੰਦੇ ਆਸ਼ੂ ਬੰਗੜ ਸਾਹਿਬ ਗ੍ਰਿਫਤਾਰ ਨੇ, ਐਂਡ ਰਾਜਾ ਵੜਿੰਗ ਸਾਹਿਬ ਨੇ ਉੱਤੇ ਵੀ ਹੱਥ ਨਾਰਾ ਮਾਰਿਆ। ਉਹ ਕਹਿੰਦੇ ਬੰਦਾ ਸਾਡਾ ਗਲਤ ਚੁੱਕਿਆ ਮਾਰਿਆ, ਇਦਾਂ ਦੀ ਗੱਲ ਕੋਈ ਨਹੀਂ। ਉਹਨਾਂ ਨੇ ਤੇ ਇਹ ਵੀ ਕਿਹਾ, ਨਾ ਕਹਿੰਦੇ ਸਬੂਤ ਨਾ ਕੁਛ ਹੋਰ, ਉਹ ਕਹਿੰਦੇ ਸ਼ਿਕਾਇਤ ਵੀ ਕਿਸੇ ਨੇ ਨਹੀਂ ਕੀਤੀ, ਕੋਈ ਪਤਾ ਨਹੀਂ ਕਿੱਥੋਂ ਦੀ ਕਿਹਦੀ ਆਡੀਓ ਆ, ਉਹਦੇ ਆਧਾਰ ਦੇ ਉੱਤੇ ਸਾਡਾ ਬੰਦਾ ਚੱਕ ਲਿਆ ਜੀ, ਜਾਲੀ ਕਾਗਜ਼ ਬਣਾਉਂਦਾ ਜੀ, ਜਾਲੀ ਕਾਗਜ਼ ਬਣਾ ਕੇ ਵਿਦੇਸ਼ ਭੇਜਦਾ। ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਇਦਾਂ ਦੀ ਧਰਨਾ ਜਾਰੀ ਰਹੂਗਾ, ਬੰਦਾ ਹੀ ਛਡਾਉਣਾ। ਠੀਕ ਹੈ ਗੱਲ, ਪਰ ਮੈਂ ਤਾਂ ਹੁਣ ਦੇਖੋ ਇਸ ਕੇਸ ਦੇ ਵਿੱਚ ਵੀ ਰਾਜਾ ਵੜਿੰਗ ਸਾਹਿਬ ਠੀਕ ਨੇ, ਕਿਉਂਕਿ ਐਜ਼ ਏ ਪ੍ਰਧਾਨ ਉਹ ਜੋ ਕੰਮ ਕਰ ਰਹੇ ਆ ਵੀ ਜਿਹੜਾ ਬੰਦਾ ਪਾਰਟੀ ਦੇ ਨਾਲ ਚੱਲਦਾ ਉਹਦੇ ਨਾਲ ਖੜੋ, ਜਿਹੜਾ ਬੰਦਾ ਪਾਸੇ ਚੱਲਦਾ ਉਹਨੂੰ ਪਾਸੇ ਕਰ ਦਿਓ, ਛਾਂਗ ਦਿਓ। ਪਰ ਗੱਲ ਇਹ ਆ ਵੀ ਕੁਛ ਪਤਾ ਨਹੀਂ ਨਾ ਜਿੱਦਾਂ ਦਾ ਮਾਹੌਲ ਚੱਲ ਰਿਹਾ, ਕਿਉਂਕਿ ਹਰਦੀਪ ਸਿੰਘ ਪੁਰੀ ਜਿਵੇਂ ਪੰਜਾਬ 'ਚ ਨੇ। ਮੈਂ ਤਾਂ ਗੱਲ ਕਰਦਾ ਵੀ ਕੱਲ੍ਹ ਨੂੰ ਅੱਜ ਜਿਹੜਾ ਬੰਦਾ ਗੱਡੀ 'ਚ ਬੈਠਾ ਹੋਇਆ, ਆਪਾਂ ਸਲਾਹਾਂ ਕਰਦੇ ਵੀ ਆਪਾਂ ਹੁਣ ਕਿਸੇ ਦਿਨ ਫਿਰ ਰਾਹੁਲ ਗਾਂਧੀ ਨੂੰ ਮਿਲ ਕੇ ਆਉਂਦੇ ਆ। ਉਹ ਇਕੱਲੇ ਪੰਜਾਬ 'ਚ ਨਹੀਂ ਹੈਗੇ, ਉਸੇ ਬਠਿੰਡੇ 'ਚ ਨੇ ਜਿਸ ਬਠਿੰਡੇ ਤੋਂ ਰਾਜਾ ਵੜਿੰਗ ਸਾਹਿਬ ਨੇ ਟਿਕਟ ਲੜੀ ਸੀ। ਮੈਂ ਇਸੇ ਲਈ ਬੇਨਤੀ ਕਰ ਰਿਹਾ ਵੀ ਸ਼ਾਮ ਜੀ ਨੂੰ ਪਤਾ ਲੱਗੇ ਵੀ ਯਾਰ ਉਹ ਬੰਦਾ ਫੋਨ ਨਹੀਂ ਚੁੱਕ ਰਿਹਾ, ਕਹਿੰਦਾ ਉਹਨੇ ਹੁਣ ਕਾਹਦਾ ਫੋਨ ਚੁੱਕਣਾ, ਮਾਰੋ ਉਹ ਤੇ ਹੁਣ ਸ਼ਾਮੀ ਉਧਰ ਅਗਲੇ ਹੀ ਚੁੱਕ ਲਿਆ, ਅਗਲੇ ਹੀ ਚੁੱਕ ਲਿਆ, ਹੈ ਨਾ। ਕਿਉਂਕਿ ਇਹ ਇਸ ਵਕਤ ਗ੍ਰਹਿ ਚਾਲ ਕੋ ਬਹੁਤੀ ਵਧੀਆ ਨਹੀਂ ਚੱਲ ਰਹੀ ਜੀ। ਨਹੀਂ ਚਲੋ ਗ੍ਰਹਿ ਚਾਲ ਤਾਂ ਬਹੁਤ ਵਧੀਆ ਨਹੀਂ ਚੱਲਦੀ, ਆਪਣੇ ਚੱਲਣ ਦਾ ਸਮਾਂ ਹੋ ਗਿਆ, ਕਿਉਂਕਿ ਤੁਹਾਡੀ ਦਵਾਈ ਦਾ ਟਾਈਮ ਹੋ ਗਿਆ। ਹਾਂ, ਗਰਾਰੇ ਕਰਨੇ ਆ, ਉਹ ਅੱਜ ਪੱਟੀਆਂ ਨਹੀਂ ਰੱਖਣੀਆਂ। ਡਾਕਟਰ ਸਾਹਿਬ ਕਹਿੰਦੇ ਸੀ ਕਿ ਇਹਨਾਂ ਨੂੰ ਖਿਚੜੀ ਤੇ ਆਪ ਤੁਸੀਂ ਦਲੀਆ ਬਣਾ ਖਾਣਾ।
ਕਿਉਂਕਿ ਮੇਰਾ ਵੀ ਖਿਆਲ ਰੱਖਿਆ ਡਾਕਟਰ ਸਾਹਿਬ ਨੇ। ਅੱਛਾ, ਤੁਹਾਨੂੰ ਖਿਚੜੀ ਤੇ ਮੇਰਾ ਦਲੀਆ। ਅਗਲੀ ਲਾਈਨ ਤਾਂ ਬੰਦੇ ਨੇ ਆਪਣੇ ਆਪ ਹੀ ਜੋੜ ਲਈ ਨਜਾਇਜ਼ ਹੀ ਵਿੱਚ। ਚਲੋ ਆਪਾਂ ਹੁਣ ਚੱਲਦੇ ਹਾਂ ਜੀ, ਇਸ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਗਿਆ, ਤੇ ਤੁਸੀਂ ਦੁਆ ਕਰਿਓ ਵੀ ਮੈਂ ਕਾਇਮ ਹੋ ਜਾ। ਨਹੀਂ, ਦੁਆ ਦੇਵਾਂਗੇ ਤੇ ਦੁਆ ਕਰਾਂਗੇ। ਧੰਨਵਾਦ। ਚਲਿਏ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।